ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਜੀ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਜੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਚੰਦੂ ਪੀਛੇ ਗੁਰ ਕਹੀ ਸਭ ਮਾਲਾ ਇਸ ਪਾਸ ਕਿਤਕ ਬਰਖ ਬੀਤੇ ਬਹੁਰ ਅਬ ਹਵੈ ਕੈ ਨਾ ਆਵਾਸ ਚੰਦੂ ਪੀਛੇ ਗੁਰ ਕਹੀ ਸਭ ਮਾਲਾ ਇਸ ਪਾਸ ਕਿਤਕ ਬਰਖ ਬੀਤੇ ਬਹੁਰ ਅਬ ਹਵੈ ਕੈ ਨਾ ਆਵਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਦਇਆ ਨਿਧ ਕਿਰਪਾ ਦੇ ਖਜ਼ਾਨੇ ਹਾਜ਼ਰਾ ਹਜੂਰ ਜਹਰਾ ਜਹੂਰ ਗੁਰੂ ਗਰੀਬ ਨਵਾਜ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਾਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਹਜ਼ੂਰ ਦੇ ਦਰਸ਼ਨ ਪਰਸਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਵਡਭਾਗੀ ਹਰ ਸੰਗਤ ਪਾਵਹਿ ਭਾਗਹੀਨ ਭ੍ਰਮ ਚੋਟਾਂ ਖਾਵਹਿ ਬਿਨ ਭਾਗਾਂ ਸਤ ਸੰਗ ਨ ਲੱਭੈ
ਬਿਨ ਸੰਗਤ ਮੈਲ ਭਰੀਜੈ ਜੀਓ। ਮਹਾਰਾਜ ਨੇ ਬੜੀ ਦਇਆ ਕੀਤੀ। ਰੋਜ਼ ਦੀ ਤਰ੍ਹਾਂ ਅੱਜ ਵੀ ਪਾਵਨ ਪਵਿੱਤਰ ਸੰਧਿਆ ਦੇ ਦੀਵਾਨ ਅੰਦਰ ਹਾਜ਼ਰੀਆਂ ਭਰਨ ਦਾ, ਗੁਰੂ ਪਾਤਸ਼ਾਹ ਮਹਾਰਾਜ ਦੀ ਨਿੱਘੀ ਗੋਦ ਦਾ ਆਨੰਦ ਮਾਣਨੇ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਦਾਤੇ, ਗਰੀਬ ਨਵਾਜ ਜੀਆਂ ਦੇ ਪਾਵਨ ਪਵਿੱਤਰ ਜੀਵਨ ਕੌਤਕ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਆਪਾਂ ਲੜੀਵਾਰ ਰੂਪ ਅੰਦਰ ਸ਼ਰਵਣ ਕਰ ਰਹੇ ਹਾਂ। ਜਥਾ ਪ੍ਰਸੰਗ ਪਿਛਲੇ ਦੀਵਾਨ ਵਿੱਚ ਸੁਣਿਆ ਵਿਚਾਰਿਆ ਹੈ ਕਿ ਗਵਾਲੀਅਰ ਤੋਂ ਸੱਚੇ ਪਾਤਸ਼ਾਹ ਮਹਾਰਾਜ ਜੀ 52 ਰਾਜਿਆਂ ਨੂੰ ਰਿਹਾ ਕਰਵਾਉਂਦੇ ਹੋਏ ਦਿੱਲੀ ਪਹੁੰਚੇ। ਮਜਨੂੰ ਟਿੱਲੇ ਦੇ ਸਥਾਨ 'ਤੇ ਮਹਾਰਾਜ ਜੀਆਂ ਪੜਾ ਕੀਤਾ ਹੈ ਸੀ। ਵਜ਼ੀਰ ਖਾਨ ਨੇ ਜਾ ਬਾਦਸ਼ਾਹ ਜਹਾਂਗੀਰ ਨੂੰ ਦੱਸਿਆ ਤੇ ਬਾਦਸ਼ਾਹ ਨੇ ਮਹਾਰਾਜ ਦੇ ਦਰਸ਼ਨ ਕਰਨ ਦੀ ਬੜੀ ਤੀਬਰ ਤੇ ਸ਼ੀਘਰਤਾ ਨਾਲ ਇੱਛਾ ਜਤਾਉਣਾ ਕੀਤੀ। ਪਾਤਸ਼ਾਹ ਜੀ ਜਹਾਂਗੀਰ ਦੇ ਪਾਸ ਪਹੁੰਚੇ ਹੈ, ਦਰਸ਼ਨ ਦਿੱਤੇ ਹੈ। ਸੁੰਦਰ ਚੌਂਕੀ ਅੰਦਰ ਮਹਾਰਾਜ ਉੱਪਰ ਮਹਾਰਾਜ ਜੀ ਆਸਣ ਲਾਇਆ। ਸਾਰੇ ਅਮੀਰ ਵਜ਼ੀਰ, ਬਾਦਸ਼ਾਹ ਦੇ ਅਹਿਲਕਾਰ, ਅਹੁਦੇਦਾਰ ਮਹਾਰਾਜ ਦੇ ਚਰਨੀ ਪੈਂਦੇ ਹੈ, ਕਿਉਂ ਜੋ ਬਾਦਸ਼ਾਹ ਮਹਾਰਾਜ ਦਾ ਚਰਨਾਂ ਦਾ ਸੇਵਕ ਬਣ ਚੁੱਕਾ ਹੈ। ਤੋ ਸੱਚੇ ਪਾਤਸ਼ਾਹ ਜੀਆਂ ਕੁਝ ਪ੍ਰਸੰਗ ਜੇ ਛੇੜੇ ਬਾਦਸ਼ਾਹ ਦੇ ਨਾਲ ਕੁਝ ਬਚਨ ਵਿਲਾਸ ਹੋਏ ਤੇ ਹਜ਼ੂਰ ਨੇ ਉਹ ਕੌਤਕੀ ਵਰਤਾਇਆ। ਇੱਕ ਵੀ ਸੱਜਾ ਹੱਥ ਮਹਾਰਾਜ ਵਾਰ-ਵਾਰ ਉੱਪਰ ਉਠਾਉਂਦੇ ਰਹੇ ਤੇ ਸੱਜੇ ਹੱਥ ਦੇ ਇਸ਼ਾਰੇ ਨਾਲ ਮਹਾਰਾਜ ਨਾਲੇ ਬਚਨ ਵਿਲਾਸ ਕਰਦੇ ਆ ਤੇ ਨਾਲੇ ਹੱਥ ਨੂੰ ਹਰਕਤ ਵਿੱਚ ਲਿਆਉਂਦੇ ਆ। ਹਜ਼ੂਰ ਦੇ ਸੱਜੇ ਹੱਥ ਵਿੱਚ ਬੇਸ਼ਕੀਮਤੀ ਸਿਮਰਨਾ ਪਾਇਆ ਹੋਇਆ। ਬਾਦਸ਼ਾਹ ਵੇਖ ਕੇ ਬੜਾ ਮਨ ਇਹਦਾ ਲੁਭਾਏਮਾਨ ਹੋਇਆ, ਰਹਿ ਨਾ ਸਕਿਆ। ਪੁੱਛਿਆ, ਪਾਤਸ਼ਾਹ ਜੀ ਆ ਸਿਮਰਨਾ ਬਹੁਤ ਬੇਸ਼ਕੀਮਤੀ ਹੈ ਮਹਾਰਾਜ, ਇੱਥੋਂ ਦਾ ਬਣਿਆ ਨਹੀਂ ਲੱਗਦਾ, ਹੈ ਤਾਂ ਵਿਦੇਸ਼ ਦੀ ਕੋਈ ਵਸਤੂ ਹੈ ਤੇ ਬੜੀ ਕੀਮਤੀ ਲੱਗਦਾ ਹੈ, ਕਿਸੇ ਸਿੱਖ ਨੇ ਭੇਟ ਕੀਤਾ ਹੋਣਾ। ਮਹਾਰਾਜ ਕਹਿੰਦੇ, ਹਾਂ ਬਾਦਸ਼ਾਹ, ਇਹ ਕੋਈ ਪ੍ਰੇਮੀ ਸਿੱਖ ਲੈ ਕੇ ਆਇਆ ਸੀਗਾ, ਸਾਨੂੰ ਅਰਦਾਸ ਕਰਕੇ ਕਹਿੰਦਾ ਵੀ ਮਹਾਰਾਜ ਮੈਨੂੰ ਬੜੀ ਖੁਸ਼ੀ ਹੋਵੇਗੀ, ਕੁਝ ਨਹੀਂ ਮੰਗਣਾ, ਬਸ ਇਹਨੂੰ ਹੱਥ ਵਿੱਚ ਪਹਿਨ ਕੇ ਰੱਖਿਆ ਕਰੋ ਸਦਾ, ਤੋ ਮੈਨੂੰ ਇਸੇ ਦੀ ਸਭ ਵਡਿਆਈਆਂ ਖੁਸ਼ੀਆਂ ਆਨੰਦ ਮਿਲਣਗੇ, ਇਸ ਲਈ ਅਸੀਂ ਯਾਦ ਆਇਆ ਆਪਣੇ ਹੱਥ 'ਚ ਹੀ ਰੱਖਦੇ ਹਾਂ। ਬਾਦਸ਼ਾਹ ਕਹਿੰਦਾ, ਮਹਾਰਾਜ ਮੈਂ ਵੀ ਮਣ ਕੇ ਬੜੇ ਦੇਸ਼ੋਂ ਵਿਦੇਸ਼ੋਂ ਮੰਗਵਾ ਕੇ ਤਸਬੀਹ ਬਣਾਈ ਹੈ, ਇਹ ਤਸਬੀਹ ਕਹਿੰਦੇ ਮਾਲਾ ਨੂੰ, ਅਤੇ ਮੈਂ ਹੁਣ ਖਿਆਲ ਕਰਦਾ ਵੀ ਹਾਂ ਜੋ ਤੁਹਾਡੇ ਪਾਸ ਮਾਲ ਹੈ ਇੱਦਾਂ ਦਾ ਮਣਕਾ ਜੇ ਤੁਹਾਡੇ ਖਜ਼ਾਨੇ 'ਚ ਇੱਕ ਅੱਧਾ ਮੈਨੂੰ ਮਿਲ ਜੇ ਅਤੇ ਮੈਂ ਉਹਨੂੰ ਆਪਣੀ ਤਸਬੀਹ ਦੇ ਉੱਪਰ ਮੇਰੂ ਮਣਕਾ ਬਣਾ ਲਵਾਂ, ਜਿਹਦੇ ਨਾਲ 2 ਬਖਸ਼ਿਸ਼ਾਂ ਮੇਰੇ 'ਤੇ ਹੋਣਗੀਆਂ। ਤੁਹਾਡੇ ਹੱਥ ਪਰਸੇ ਹੋਣ ਕਰਕੇ ਮਹਾਰਾਜ ਜੀ ਇਹ ਜਦੋਂ ਮੈਂ ਮਣਕਾ ਛੂਹਾਂਗਾ ਜਾਂ ਆਪਣੇ ਹੱਥ ਰੱਖਾਂਗਾ ਤਸਬੀਹ, ਅਤੇ ਮੈਨੂੰ ਡਰ ਭੈ ਨਹੀਂ ਆਵੇਗਾ, ਹੋਰ ਬੜੇ ਤਰ੍ਹਾਂ ਦੀ ਰੱਖਿਆ ਮੇਰੀ ਹੋਵੇਗੀ, ਮੈਂ ਜਾਣਦਾ। ਦੂਜਾ ਫਲ ਮੈਨੂੰ ਮਿਲੇਗਾ ਵੀ ਇਹਨੂੰ ਵੇਖ ਕੇ ਮੈਨੂੰ ਤੁਸੀਂ ਯਾਦ ਆਇਆ ਕਰੋਗੇ, ਤੁਹਾਡੀ ਯਾਦ ਆਏ ਕਰੇਗੀ, ਇਹ ਤੁਹਾਡੀ ਯਾਦ ਦਿਵਾਉਣ ਵਾਸਤੇ ਬੜਾ ਕਾਰਗਰ ਸਾਧਨ ਹੈ ਮਣਕਾ, ਮੈਨੂੰ ਬਖਸ਼ੋ। ਤੋ ਮਹਾਰਾਜ ਸਤਿਗੁਰੂ ਕਹਿੰਦੇ, ਬਾਦਸ਼ਾਹ ਇੱਕ ਮਣਕੇ ਦੀ ਕਿਆ ਬਾਤ ਕਰਦਾ ਹੈ, ਚੰਦੂ ਜਿਹਨੂੰ ਤੂੰ ਬੜਾ ਵਧਾ ਕੇ ਰੱਖਿਆ, ਬੜਾ ਵਧਾ ਦਿੱਤਾ ਹੈ, ਇਹਦੇ ਘਰ ਵਿੱਚ ਇਸ ਤੋਂ ਵੀ ਬੇਸ਼ਕੀਮਤੀ ਮਾਲਾ ਹੈ। ਬਾਦਸ਼ਾਹ ਕਹਿੰਦਾ, ਉਹਦੇ ਘਰ ਵਿੱਚ ਤੁਹਾਨੂੰ ਕਿਵੇਂ ਪਤਾ ਮਹਾਰਾਜ? ਸਤਿਗੁਰੂ ਕਹਿੰਦੇ, ਉਹ ਮਾਲਾ ਸਾਡੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹੈ ਸੀ, ਉਹ ਮਾਲਾ ਸੱਚੇ ਪਾਤਸ਼ਾਹ ਮਹਾਰਾਜ ਦੇ ਗਲ 'ਚ ਸੀ ਅਤੇ ਮਹਾਰਾਜ ਸ਼ਹੀਦੀ ਦਿੱਤੀ, ਉਹ ਚੰਦੂ ਦੇ ਘਰ ਸੀ ਸਤਿਗੁਰੂ ਜੀ, ਅਤੇ ਉਹ ਮਾਲਾ ਚੰਦੂ ਕੋਲ ਹੈ, ਬੁਲਾ ਕੇ ਪੁੱਛ ਲਓ ਬੇਸ਼ੱਕ। ਤੋ ਬਾਦਸ਼ਾਹ ਨੇ ਚੰਦੂ ਨੂੰ ਸੱਦ ਭੇਜਿਆ, ਚੰਦੂ ਆਇਆ। ਬਾਦਸ਼ਾਹ ਕਹਿੰਦਾ, ਇਹ ਸਾਡਾ ਫੁਰਨਾ ਬਣਿਆ ਵੀ ਅਸੀਂ ਮਾਲਾ ਬਣਾਈਏ, ਕੋਈ ਇੱਕ ਆਧ ਮਣਕਾ ਨਹੀਂ ਪਿਆ, ਵੇਖ ਚੰਦੂ ਜਿਵੇਂ ਦੀ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ 'ਚ ਮਾਲਾ ਇੱਦਾਂ ਦਾ। ਕਹਿੰਦਾ, ਮਹਾਰਾਜ ਇਹ ਕਿਹੜੀ ਮਾਲਾ ਹੈ, ਇਸ ਤੋਂ ਵੀ ਬੇਸ਼ਕੀਮਤੀ ਮੈਂ ਤੁਹਾਨੂੰ ਦੇ ਦੇਣਾ, ਮਣਕਾ ਲਿਆ ਕੇ ਮੇਰੇ ਘਰ ਵਿੱਚ ਹੈ। ਜਾ ਕੇ ਲੱਭਦਾ ਹੈ,
ਹੁਣ ਸਮਾਂ ਹੋ ਗਿਆ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਨੂੰ। ਉਹ ਮਾਲਾ ਪਈ ਪਈ ਕਿਤੇ ਚੂਹਿਆਂ ਦੇ ਹੱਥ ਆਈ, ਉਹਨਾਂ ਸਾਰੀ ਕੁਰਕ ਦਿੱਤੀ ਹੈ। ਦਾਸ ਵੀ ਲੱਭਦਾ ਰਿਹਾ, ਚੰਦੂ ਲੱਭਦਾ, ਨਹੀਂ ਮਿਲੀ। ਫਿਰ ਸੋਚਦਾ ਵੀ ਮੈਂ ਸਭਾ ਵਿੱਚ ਜ਼ੁਬਾਨ ਤੋਂ ਝੂਠਾ ਪਵਾਂਗਾ, ਮੇਰਾ ਪ੍ਰਤਾਪ ਘਟੇਗਾ। ਇਸ ਲਈ ਮੈਨੂੰ ਚਾਹੀਦਾ ਹੈ ਵੀ ਮੈਂ ਇਹਦਾ ਮਣਕਾ ਹਾਜ਼ਰ ਕਰਾਂ ਕੋਈ। ਅਤੇ ਆਪਣੇ ਬੰਦਿਆਂ ਨੂੰ ਭੇਜਿਆ ਹੈ ਬਾਜ਼ਾਰ ਵਿੱਚ, ਵੱਡੇ ਵੱਡੇ ਸੁਦਾਗਰਾਂ ਦੇ ਪਾਸ, ਜੌਹਰੀਆਂ ਦੇ ਪਾਸ, ਧਨਾਡਾਂ ਦੇ ਪਾਸ ਮਾਇਆ ਦੇ ਕੇ, ਪਰ ਕਿਤੋਂ ਵੀ ਇਹ ਮਣਕਾ ਨਾ ਮਿਲਿਆ। ਤੋ ਇਸ ਤਰ੍ਹਾਂ ਇੱਧਰ ਬਾਦਸ਼ਾਹ ਕਾਹਲਾ ਪੈਂਦਾ ਵੀ ਚੰਦੂ ਨੂੰ ਲਿਆਓ ਸਦਕੇ। ਉਹਨੇ ਇੱਕ ਮਨੁੱਖ ਭੇਜ ਦਿੱਤਾ। ਇਸ ਤਰ੍ਹਾਂ ਚੰਦੂ ਬੜਾ ਚਿੰਤਾ ਵਿੱਚ ਆ ਗਿਆ। ਤੋ ਅੱਗੇ ਕਥਾ ਦਾ ਪ੍ਰਸੰਗ ਜਿਵੇਂ ਆਵੇਗਾ ਵੀ ਬਾਦਸ਼ਾਹ ਨੂੰ ਮਹਾਰਾਜ ਨੇ ਸਿੱਧਾ ਹੀ ਕਹਿ ਦਿੱਤਾ ਵੀ ਸਾਡੇ ਪਿਤਾ ਦੇ ਜਿਹੜੇ ਕਾਤਲ ਹੈ, ਜਿਨ੍ਹਾਂ ਸਤਿਗੁਰਾਂ ਨੂੰ ਸ਼ਹੀਦ ਕੀਤਾ ਹੈ, ਕੋਈ ਗੱਲ ਨਹੀਂ, ਜੇ ਇੱਥੇ ਬਚ ਜਾਣਗੇ ਤੇ ਅਗਲੀ ਦਰਗਾਹ ਅਸੀਂ ਬਦਲਾ ਲਾਂਗੇ। ਇਹ ਸਾਰਾ ਵਚਨ ਸੁਣ ਕੇ ਮਹਾਰਾਜ ਦਾ ਤੇ ਇਹ ਡਰ ਗਿਆ ਸੀਗਾ ਬਾਦਸ਼ਾਹ। ਫਿਰ ਕਹਿੰਦਾ ਮਹਾਰਾਜ ਮੇਰਾ ਕੋਈ ਦੋਸ਼ ਨਹੀਂ, ਚੰਦੂ ਹੀ ਸਾਰੇ ਪਵਾੜੇ ਦੀ ਜੜ੍ਹ ਹੈ, ਤੇ ਆਪ ਜੀ ਚੰਦੂ ਨੂੰ ਸਾਂਭ ਲਓ, ਮੇਰਾ ਖਹਿੜਾ ਛੱਡੋ। ਮਹਾਰਾਜ ਮੇਰਾ ਭਲਾ ਕਰੋ, ਮੈਨੂੰ ਪਤਾ ਦਰਗਾਹੇ ਜੇ ਤੁਸੀਂ ਕਹਿੰਦੇ ਹੋ ਤੇ ਜ਼ਰੂਰ ਇਸ ਤਰ੍ਹਾਂ ਕਰੋਗੇ। ਉਹ ਸਾਰਾ ਅੱਜ ਪ੍ਰਸੰਗ ਜਿਵੇਂ ਚੰਦੂ ਸਿੱਖਾਂ ਦੇ ਹਵਾਲੇ ਹੋਇਆ, ਬਹੁਤ ਜੁੱਤੀ ਫਿਰਦੀ ਹੈ ਇਹਨੂੰ। ਪ੍ਰਸੰਗ ਚਿੱਤ ਬਿਰਤੀ ਇਕਾਗਰ ਕਰਕੇ ਸ਼ਰਵਣ ਕਰੋ ਜੀ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਿਰਦੇ ਵਸਾਈਏ, ਰਸਨਾ ਕਰੀਏ ਪਵਿੱਤਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚੰਦੂ ਪੀਛੇ ਗੁਰ ਕਹੀ, ਸਭ ਮਾਲਾ ਇਸ ਪਾਸ। ਇਸ ਤਰ੍ਹਾਂ ਕਵੀ ਜੀ ਦੱਸਦੇ ਆ, ਕਹਿੰਦੇ ਆ ਕਿ ਚੰਦੂ ਤੋਂ ਬਾਅਦ, ਜਦੋਂ ਚੰਦੂ ਤਾਂ ਆਪਣੇ ਘਰ ਵਿੱਚ ਚਲਾ ਗਿਆ, ਤੇ ਚੰਦੂ ਤੋਂ ਬਾਅਦ ਵਿੱਚ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਬਾਦਸ਼ਾਹ ਦੇ ਕੋਲ ਰਹੇ। ਤੇ ਬਾਦਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚੰਦੂ ਦੇ ਘਰੇ ਜਾਣ ਤੋਂ ਪਿੱਛੋਂ ਫਿਰ ਇਸ ਤਰ੍ਹਾਂ ਬਚਨ ਬਿਲਾਸ ਮਹਾਰਾਜ ਇਸ ਬਾਦਸ਼ਾਹ ਦੇ ਨਾਲ ਕਰਨ ਲੱਗ ਪਏ ਹਨ। ਸਭ ਮਾਲਾ ਇਸ ਪਾਸ। ਮਹਾਰਾਜ ਕਹਿੰਦੇ ਬਾਦਸ਼ਾਹ ਘਰੋਂ ਇੱਕ ਮਣਕਾ ਲੈਣ ਗਿਆ, ਪਰ ਵਾਸਤਵ ਵਿੱਚ ਸਾਡੇ ਪਿਤਾ ਗੁਰੂ ਸਾਹਿਬ ਦੀ ਸਾਰੀ ਮਾਲਾ ਇਹਦੇ ਕੋਲ ਹੈ। ਕਿਤਕ ਬਰਖ ਬੀਤੇ ਬਹਰ। ਪਰ ਹੁਣ ਬੜਾ ਲੰਮਾ ਸਮਾਂ ਹੋ ਗਿਆ, ਸਾਡੇ ਪਿਤਾ ਦੀ ਸ਼ਹੀਦੀ ਨੂੰ 6-7 ਵਰ੍ਹੇ ਹੋ ਚੱਲੇ ਹੈ, ਇਸ ਲਈ ਬਹੁਤ ਲੰਮਾ ਸਮਾਂ ਬੀਤਣ ਕਰਕੇ ਅਬ ਹਵੈ ਕਾ ਨਾ ਆਵਾਸ। ਕਈ ਵਾਰੀ ਵਸਤੂ ਰਹਿੰਦੀ ਨਹੀਂ, ਤੇ ਹੋ ਸਕਦਾ ਹੁਣ ਇਹਦੇ ਘਰ ਵਿੱਚ ਹੋਵੇ ਕਿ ਨਾ ਹੋਵੇ ਮਾਲਾ। ਚੌਪਈ ਤਿਸ ਮਾਲਾ ਕੋ ਮਣਕਾ ਆਵੈ। ਤੋ ਜਿਹੜੀ ਮਾਲਾ ਦਾ ਹੁਣ ਮਹਾਰਾਜ ਦੀ ਮਾਲਾ ਹੈ ਨਾ, ਚੰਦੂ ਲੈਣ ਗਿਆ, ਜੇ ਤਾਂ ਉਸੇ ਮਾਲਾ ਦੀ ਗੱਲ ਚੰਦੂ ਤੁਹਾਡੇ ਕੋਲ ਕਰਕੇ ਗਿਆ ਹੈ, ਉਹ ਮਾਲਾ ਦਾ ਜਦੋਂ ਮਣਕਾ ਲੈ ਕੇ ਆਵੇਗਾ, ਹਮ ਪਛਾਣ ਲੈ ਹੈ ਦੁੱਤ ਪਾਵੈ। ਤੇ ਸਾਨੂੰ ਪਤਾ ਸਾਡੇ ਪਿਤਾ ਜੀ ਦੀ ਮਾਲਾ ਕਿਹੋ ਜਿਹੀ ਸੀ, ਅਸੀਂ ਖੇਡਦੇ ਰਹੇ ਉਸ ਮਾਲਾ ਦੇ ਨਾਲ। ਜਦੋਂ ਮਾਲਾ ਦਾ ਮਣਕਾ ਲੈ ਕੇ ਆਵੇਗਾ ਤੇ ਅਸੀਂ ਝੱਟ ਹੀ ਪਛਾਣ ਜਾਵਾਂਗੇ ਉਹਦੀ ਬੜੀ ਸੋਭਾ ਹੈ। ਜੇ ਇੱਕ ਲਿਆਵੈ ਲਿਹੋ ਸਭ ਮਾਲਾ। ਚਾਹੇ ਇੱਕ ਮਣਕਾ ਹੀ ਚੰਦੂ ਲੈ ਆਵੇ ਇੱਥੇ, ਤੇ ਅਸੀਂ ਸਾਰੀ ਮਾਲਾ ਜਿਹੜੀ ਪਛਾਣ ਲਵਾਂਗੇ ਵੀ ਉਸੇ ਮਾਲਾ ਦਾ ਮਣਕਾ ਹੈ। ਨਹਿ ਇਸ ਦੇਸ ਜੋ ਮੂਲ ਵਿਸਾਲਾ। ਕਿਉਂਕਿ ਬਾਦਸ਼ਾਹ ਉਹ ਮੂਲ ਬਹੁਤ ਮਹਿੰਗੀ ਮਾਲਾ ਹੈ, ਤੇ ਉਹਦਾ ਸਾਰੇ ਹਿੰਦੁਸਤਾਨ ਵਿੱਚ ਇਹੋ ਜਿਹਾ ਸੁੰਦਰ, ਇਹੋ ਜਿਹਾ ਬੇਸ਼ਕੀਮਤੀ ਮਣਕਾ ਕਿਤੇ ਨਹੀਂ ਹੋਵੇਗਾ, ਸਾਨੂੰ ਝੱਟ ਪਛਾਣ ਆ ਜਾਵੇਗੀ। ਇਸ ਪਾਪੀ ਨੇ ਸੁਧ ਨਾ ਜਨਾਈ। ਵੇਖ ਲਾ ਬਾਦਸ਼ਾਹ, ਤੇਰੇ ਕੋਲ ਇਸ ਪਾਪੀ ਚੰਦੂ ਨੇ ਇਸ ਗੱਲ ਦੀ ਖਬਰ ਵੀ ਹੋਣ ਨਹੀਂ ਦਿੱਤੀ ਵੀ ਘਰ ਵਿੱਚ ਮਾਲਾ ਰੱਖੀ ਹੋਈ ਹੈ। ਕਰੀ ਅਵਗਿਆ ਉਚਿਤ ਸਜਾਈ। ਤੇ ਸਾਡੇ ਗੁਰੂ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਬੜੀ ਇਹਨੇ ਅਵਗਿਆ ਕੀਤੀ, ਘੋਰ ਪਾਪ ਕੀਤਾ ਹੈ, ਬੜਾ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਹੈ ਆਪਣੇ ਘਰ ਰੱਖ ਕੇ, ਪਰ ਤੈਨੂੰ ਕਿਸੇ ਤਰ੍ਹਾਂ ਦੀ ਖਬਰ ਨਹੀਂ ਹੋਣ ਦਿੱਤੀ ਹੈ। ਸੁਨਤ ਸ਼ਾਹੋ ਕਹਿ ਲਿਆਵਣ ਦੇਹੂ। ਬਾਦਸ਼ਾਹ ਕਹਿੰਦਾ ਕੋਈ ਗੱਲ ਨਹੀਂ ਗੁਰੂ ਹਰਗੋਬਿੰਦ ਸਾਹਿਬ ਜੀ, ਪਾਪੀ ਚੰਦੂ ਨੂੰ ਇੱਕ ਵਾਰੀ ਮਾਲਾ ਲਿਆਉਣ ਦੋ ਸਹੀ। ਜਸ ਆਵਹਿ ਤਸ ਪਰਖ ਕਰੇਹੂ। ਤੇ ਜਦੋਂ ਮਣਕਾ ਆ ਗਿਆ ਫਿਰ ਤੁਸੀਂ ਵੇਖ ਲਿਓ, ਜਿਹੋ ਜਿਹਾ ਮਣਕਾ ਲੈ ਕੇ ਆਵੇਗਾ
ਤੁਸੀਂ ਆਪ ਹੀ ਸਾਰੀ ਪਰਖ ਕਰਕੇ ਵੇਖ ਲੈਣਾ। ਆਗੇ ਸੁਣੀ ਪੀਰ ਤੇ ਬਾਤ, ਕਿਉਂਕਿ ਚੰਦੂ ਕਿੱਡਾ ਕੁ ਵੱਡਾ ਪਾਪੀ ਹੈ। ਹੇ ਮਹਾਰਾਜ, ਮੈਂ ਪਹਿਲਾਂ ਸਾਈਂ ਮੀਆਂ ਮੀਰ ਤੋਂ ਸਭ ਸੁਣ ਚੁੱਕਾ ਹਾਂ। ਜਿਵੇਂ ਇਨ ਕਰੇ ਕਪਟਕ ਘਾਤ, ਜਿਵੇਂ ਇਹ ਮੈਨੇ ਪਾਪ ਕੀਤੇ ਆ, ਧੋਖੇ ਕੀਤੇ ਆ, ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਨ ਦਾ ਘੋਰ ਪਾਪ ਕੀਤਾ ਹੈ। ਇਹ ਸਾਰਾ ਕੌਤਕ ਪ੍ਰਸੰਗ ਮੈਂ ਸਾਈਂ ਮੀਆਂ ਮੀਰ ਤੋਂ ਸੁਣਿਆ ਸੀ। ਜੇ ਅਪਰਾਧੀ ਹੈ ਤੁਮਾਰਾ, ਤੇ ਬਾਕੀ ਮਹਾਰਾਜ ਫਿਰ ਸਿੱਧੀ ਗੱਲ ਇਹ ਹੈ ਵੀ ਜੇ ਤਾਂ ਇਹ ਚੰਦੂ ਪਾਪੀ ਤੁਹਾਡਾ ਅਪਰਾਧੀ ਹੈ, ਆਪ ਸੰਭਾਰਹ ਜਾਂ ਉਰ ਧਾਰਾ, ਤੇ ਤੁਹਾਡੀ ਮਹਾਰਾਜ ਇਹਨੇ ਤੁਹਾਡਾ ਅਪਰਾਧੀ ਦੋਸ਼ੀ ਹੈ, ਤੇ ਤੁਸੀਂ ਚੰਦੂ ਸਾਂਭ ਲਓ ਮਹਾਰਾਜ। ਜਿਵੇਂ ਤੁਹਾਡੇ ਮਨ ਵਿੱਚ ਆਉਂਦਾ ਹੈ ਉਸੇ ਤਰ੍ਹਾਂ ਕਰ ਲਓ ਇਹਦੇ ਨਾਲ। ਸੀਸ ਹਮਾਰੇ ਫਰਜ ਨ ਰਹੈ, ਤੇ ਨਾਲੇ ਸਾਡੇ ਸਰੀਰ ਸੀਸ ਦੇ ਉੱਪਰ ਸਿਰ ਸਾਡੇ ਫਰਜ਼ ਨਾ ਰਹੂ, ਭਾਰ ਨਾ ਰਹੂ ਵੀ ਜਹਾਂਗੀਰ ਨੇ ਇਨਸਾਫ ਨਹੀਂ ਕੀਤਾ। ਕਿਉਂ ਜੋ ਜਿਹੜੇ ਵੱਡੇ ਵੱਡੇ ਫਕੀਰ ਲੋਕ ਉਹ ਸਾਡਾ ਨਾਮ ਲਾਉਂਦੇ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਤੇ ਹਰਗੋਬਿੰਦ ਸਾਹਿਬ ਜੀ ਚੰਦੂ ਲੈ ਲਓ, ਨਾਲੇ ਸਾਡੇ ਸਿਰ ਦਾ ਭਾਰ ਉਤਰ ਜਾਵੇਗਾ। ਜਿਮ ਕੀਨੋ ਤਿਮ ਫਲ ਕੋ ਲਹੈ, ਜਿਵੇਂ ਇਸ ਪਾਪੀ ਚੰਦੂ ਨੇ ਕੀਤਾ ਹੈ ਉਸੇ ਤਰ੍ਹਾਂ ਦਾ ਇਹਨੂੰ ਫਲ ਮਿਲ ਜਾਵੇਗਾ। ਇਮ ਕਹਿ ਨਰਪੁਰ ਪੁਨ ਔਰ ਪਠਾਇਓ, ਤੇ ਚੰਦੂ ਨਾ ਜੇ ਆਇਆ ਤੇ ਕਹਿ ਕੇ ਮਹਾਰਾਜ ਨੂੰ ਤੇ ਬਾਦਸ਼ਾਹ ਜਹਾਂਗੀਰ ਨੇ ਇੱਕ ਹੋਰ ਆਪਦਾ ਸੁਨੇਹਾ ਦੇ ਕੇ ਮਨੁੱਖ ਭੇਜਿਆ। ਚੰਦ ਸਦਨ ਕਿਉ ਬਿਲਮਲ ਗਾਇਓ, ਵੀ ਪੁੱਛੋ ਚੰਦੂ ਨੂੰ ਜਾ ਕੇ ਵੀ ਆਇਆ ਨਹੀਂ ਅਜੇ, ਆਪਣੇ ਘਰ ਵਿੱਚ ਕਦੋਂ ਦਾ ਗਿਆ ਹੋਇਆ, ਦੇਰ ਲਾ ਰਿਹਾ ਹੈ। ਅਨਹੁ ਸ਼ੀਗਰ ਗਿਓ ਤਬ ਧਾਏ, ਜਾਓ ਦੌੜ ਕੇ ਚੰਦੂ ਦੇ ਘਰ ਜਾਓ, 2-4 ਜਣੇ, ਤੇ ਛੇਤੀ ਨਾਲ ਉਹਨੂੰ ਬੁਲਾ ਕੇ ਲੈ ਆਓ ਵੀ ਛੇਤੀ ਪਹੁੰਚ ਦਰਬਾਰ ਦੇ ਵਿੱਚ। ਉਠ ਦੀਵਾਨ ਕਿਉ ਬੈਠਿਓ ਆਏ, ਤੇ ਇਸ ਤਰ੍ਹਾਂ ਉਹਨੂੰ ਜਿਹੜਾ ਇਹ ਮਨੁੱਖ ਗਿਆ ਚੰਦੂ ਦੇ ਪਾਸ, ਤੋਂ ਉਹਨੇ ਜਾ ਕੇ ਕਿਹਾ ਵੀ ਬਹੇ ਦੀਵਾਨ ਚੰਦੂ, ਆਪ ਜੀ ਘਰ ਵਿੱਚ ਬੈਠੇ ਹੋਏ ਹੋ, ਕਿਉਂ ਨਹੀਂ ਕਚਹਿਰੀ ਵਿੱਚ ਆਉਂਦੇ ਹੋ। ਸ਼ਾਹੋ ਆਦ ਕਰ ਬਾਰੰਬਾਰੀ, ਬਾਦਸ਼ਾਹ ਜਹਾਂਗੀਰ ਬੜਾ ਗੁੱਸੇ 'ਚ ਹੋ ਰਿਹਾ ਹੈ ਤੇ ਤੁਹਾਨੂੰ ਵਾਰ-ਵਾਰ ਯਾਦ ਕਰ ਰਿਹਾ ਹੈ ਕਿ ਨਹੀਂ ਦੇਹ ਅਰਜ ਗੁਜਾਰੀ, ਵੀ ਚਲੋ ਜੇ ਮਣਕਾ ਨਹੀਂ ਵੀ ਹੈ ਤੇ ਪਹੁੰਚ ਕੇ ਤੁਹਾਨੂੰ ਦੱਸਣਾ ਤਾਂ ਚਾਹੀਦਾ ਨਾ ਵੀ ਮਾਲਾ ਘਰ ਵਿੱਚ ਨਹੀਂ ਹੈ ਜਾਂ ਹੈ। ਬਾਦਸ਼ਾਹ ਮਣਕਾ ਉਡੀਕ ਰਿਹਾ, ਮਾਲਾ ਉਡੀਕ ਰਿਹਾ, ਜੇ ਨਹੀਂ ਹੈ ਤਾਂ ਵੀ ਜਾ ਕੇ ਦੱਸਣਾ ਚਾਹੀਦਾ ਹੈ। ਦੇਖਿਓ ਨਰ ਜਬ ਦੁਤੀਯ ਪਠਾਇਓ, ਜਦੋਂ ਇਹ ਚੰਦੂ ਨੇ ਹੁਣ ਵੇਖਿਆ ਵੀ ਬਾਦਸ਼ਾਹ ਨੇ ਦੂਜੀ ਵਾਰੀ ਕੋਈ ਮਨੁੱਖ ਭੇਜ ਦਿੱਤਾ ਹੈ, ਚਿੰਤਾ ਬਸੀ ਤਰਾਸ ਕੁਛ ਪਾਇਓ, ਤੇ ਇਹਦੇ ਮਨ ਵਿੱਚ ਚਿੰਤਾ ਵੱਧ ਗਈ ਹੈ ਤੇ ਚੰਦੂ ਵਿਚਾਰਾ ਕੰਬਣ ਲੱਗਿਆ, ਡਰ ਮਨ ਵਿੱਚ ਪੈ ਗਿਆ ਹੈ। ਘਰ ਤੇ ਚੱਲਿਓ ਸ਼ੀਘਰਤਾ ਧਰੀ, ਕਹਿੰਦਾ ਮੈਂ ਹੁਣੇ ਹੀ ਆਇਆ, ਤੂੰ ਚੱਲ। ਉਹਨੂੰ ਤੋਰਿਆ ਤੇ ਮਗਰੇ ਹੀ ਚੰਦੂ ਕਾਹਲੀ ਜੀ ਕਰਦਾ ਘਰੋਂ ਨਿਕਲਿਆ। ਜਦੋਂ ਅਟਕ ਵਸਤਰ ਤੇ ਪਗੀਆ ਗਿਰੀ, ਤੇ ਘਰ ਵਿੱਚ ਉਹ ਗਲੀਚੇ ਦੀ ਵਿਛਾਈ ਹੋਈ ਹੁੰਦੀ ਹੈ ਤੇ ਉਹ ਪੈਰ ਜਾ ਅੜ ਕੇ ਨਾ ਗਲੀਚੇ ਨਾਲ ਤੇ ਦੜਮ ਚੰਦੂ ਧਰਤੀ ਤੇ ਡਿੱਗਿਆ ਤੇ ਪੱਗ ਜੀ ਲੈ ਕੇ ਦੀ ਉਹ ਦੂਰ ਡਿੱਗ ਪਈ ਹੈ। ਸਨਮੁਖ ਛੀਕ ਬਾਮ ਦ੍ਰਿਗ ਫਰਕਾ, ਤੇ ਨਾਲੇ ਉਹ ਜਿਵੇਂ ਕੁਲੱਛਣ ਜੇ ਹੁੰਦੇ ਆ, ਕਹਿੰਦੇ ਆ ਇੱਕ ਸਾਹਮਣੇ ਕਿਸੇ ਸੇਵਕ ਨੇ ਛਿੱਕ ਜੀ ਮਾਰ ਦਿੱਤੀ ਤੇ ਸੱਜਾ ਨੇਤਰ ਜਿਹੜਾ ਉਹ ਇਹਦਾ ਫਰਕਿਆ ਤੇ ਉਹ ਦਰੀ ਦੇ ਨਾਲ ਅੜ ਕੇ ਹੇਠਾਂ ਡਿੱਗ ਕੇ ਦੀ ਪੱਗ ਲੈ ਗਈ। ਤੋ ਇਹ ਜਿਹੜੀ ਪੱਗ ਹੈ ਸਾਧ ਸੰਗਤ ਜੀ, ਉਹ ਹੁਣ ਲੋਕ ਵੈਸੇ ਆਪਣੇ ਬੰਨ੍ਹਦੇ ਆ, ਜਿਵੇਂ ਚੁੰਡ ਵਾਲੀ ਪੱਗ ਬੰਨ੍ਹਦੇ, ਦੂਜੀਆਂ ਤੀਜੀਆਂ ਦਸਤਾਰਾਂ ਬੰਨ੍ਹ ਲੈਂਦੇ ਆ, ਪਰ ਵਾਸਤਵ ਦੇ ਵਿੱਚ ਤੁਸੀਂ ਜਦੋਂ ਕਿਸੇ ਦਲ ਪੰਥ ਵਿੱਚ ਜਾਓਗੇ, ਜੇ ਇਸ ਮਨੁੱਖ ਦੇ ਸਿਰ 'ਤੇ ਬੁੰਗਾ ਨਹੀਂ ਨਾ ਹੁੰਦਾ ਤੇ ਨਿਹੰਗ ਸਿੰਘ ਉਹਨੂੰ ਕੱਚਾ ਪਿੱਲਾ ਗਿਣਦੇ ਆ। ਬੁੰਗਾ ਕਹਿੰਦੇ ਜਿਹਨੂੰ ਕੇਸ ਹੁੰਦੇ ਨਾ, ਕੇਸਾ ਛੋਟੀ ਕੇਸ ਕੀ 2-2.5 ਮੀਟਰ ਦੀ ਲੈ ਕੇ ਉਹਦੇ ਵਿੱਚ ਕੇਸਾਂ ਦਾ ਸੋਖਾਸਨ ਕਰਕੇ ਤੇ ਉੱਪਰ ਵਲੇਟ ਕੇ ਉਹਦੇ ਉੱਪਰ ਦਮਾਲਾ ਜਾਂ ਦਸਤਾਰਾ ਸਜਾਉਂਦੇ ਆ। ਉਹਦਾ ਨਾਲ ਇਹ ਹੁੰਦਾ ਵੀ ਇੱਕ ਤਾਂ ਜੰਗ ਯੁੱਧ ਵਿੱਚ ਉਹ ਦਸਤਾਰ ਸੀਸ 'ਤੇ ਸੱਟ ਨਹੀਂ ਵੱਜਦੀ ਹੈ, ਤੇ ਦੂਜੀ ਗੱਲ ਇਹ ਹੁੰਦੀ ਹੈ ਵੀ ਉਹਦੇ ਨਾਲ ਜਿੰਨਾ ਮਰਜ਼ੀ ਜ਼ੋਰ ਪੈਂਦਾ ਰਵੇ ਤੇ ਛੇਤੀ ਦਸਤਾਰ ਨਹੀਂ ਉਹਦੇ ਨਾਲ ਲੈਂਦੀ ਹੈ। ਅਤੇ ਦੂਜੀ ਦਸਤਾਰ ਤਾਂ ਲੰਮੇ ਵੀ ਪੈ ਜਾਈਏ ਤੇ ਉਹ ਮੰਜੇ 'ਤੇ ਹੀ ਰਹਿ ਜਾਂਦੀ ਹੈ। ਇਸ ਤਰ੍ਹਾਂ ਇਹ ਜਿਹੜਾ ਬੁੰਗਾ ਕਹਿ ਦਿੰਦੇ ਆ ਉਹਨੂੰ, ਉਹ ਸੀਸ ਦੇ ਵਿੱਚ ਬੁੰਗਾ ਸਜਾ ਕੇ ਤੇ ਪੁਰਾਤਨ ਸਿੰਘ ਉਹ ਫਿਰ ਸਜਾਉਂਦੇ ਰਹੇ, ਦਮਾਲੇ ਚਲਾਉਂਦੇ ਰਹੇ ਹੈ। ਉਹ ਦਸਤਾਰ ਕਦੇ ਉਤਰਦੀ ਨਹੀਂ। ਜੰਗਾਂ ਯੁੱਧਾਂ ਵਿੱਚ ਫਿਰ ਜਿਵੇਂ ਹੁਣ ਸੁਣੀਦਾ ਹੈ ਜੀ, ਉਹ ਮਾੜੀ ਮੋਟੀ ਹੱਥੋਂ ਪਾਈ ਹੁੰਦੀ ਸਿੱਖਾਂ ਦੀ ਜੀ, ਫਲਾਣੇ ਥਾਂ ਸਿੱਖ ਦੀ ਪੱਗ ਲੈ ਗਈ ਜੀ। ਇਹ ਫਿਰ ਜਿਹੜੇ ਫਿਰ ਉਦੋਂ ਜੰਗ ਖੰਡੇ ਨਾਲ ਲੜਦੇ ਸਨਗੇ, ਕਿੱਡਾ ਸਾਰਾ ਦਿਨ ਜੰਗ ਹੁੰਦਾ ਸੀ, ਫਿਰ ਉਹ ਤਾਂ ਸਿੱਖ ਪੱਗ ਹੀ ਸਾਂਭਣ 'ਤੇ ਰਹਿੰਦੇ, ਬੁੰਗਾ ਕਰਦੇ ਸਨ ਥੱਲੇ।
ਤੇ ਪੂਰਾ ਬੰਦੋਬਸਤ ਹੁੰਦਾ ਸੀ। ਕੰਨ ਪਾਟੀਆਂ ਦੂਰੀਆਂ ਲਾ ਲਾ ਕੇ ਦਮਾਲੇ ਚਲਾਉਂਦੇ ਸਨਗੇ, ਚੰਦ ਕੱਢ ਕੱਢ ਕੇ, ਜਿਹਦੇ ਨਾਲ ਸਾਰਾ ਸਿਰ ਐਂ ਗੁੰਦਿਆ ਜਾਂਦਾ, ਜਿਹਦੇ ਨਾਲ ਕੋਈ ਗੰਭੀਰ ਸੱਟ ਲੱਗਣ ਦਾ ਖਦਸ਼ਾ ਮਿਟਦਾ ਹੈ। ਤੇ ਚੰਦੂ ਵਰਗਿਆਂ ਨੇ ਅੱਜ ਵਾਲਿਆਂ ਵਾਂਗ ਉੱਤੇ ਹੀ ਰੱਖੀ ਹੁੰਦੀ ਹੈ, ਜਿਵੇਂ ਕਈ ਆ ਪਹਿਲਾਂ ਹੀ ਬੰਨ੍ਹ ਕੇ ਰੱਖ ਛੱਡਦੇ ਆ 5-7 ਪੱਗਾਂ, ਜਦੋਂ ਜਾਣਾ ਹੁੰਦਾ ਉਹ ਸਿਰ 'ਤੇ ਰੱਖ ਲੈਂਦੇ ਆ ਕੇ ਫਿਰ ਲਾ ਕੇ ਅਲਮਾਰੀ 'ਚ ਰੱਖ ਦਿੰਦੇ ਆ। ਤੋ ਇਹ ਪੱਗ ਦੀ ਬੇਦਬੀ ਹੈ, ਟੋਪੀ ਬਣ ਜਾਂਦੀ ਹੈ। ਇੱਕ ਪੱਗ ਨੂੰ ਬੰਨਣਾ ਨਹੀਂ ਕਹਿਣਾ, ਕੋਸ਼ਿਸ਼ ਕਰੋ ਵੀ ਆਖੇ ਜੀ ਦਸਤਾਰ ਸਜਾ ਲਈਏ, ਲਾਉਣਾ ਨਹੀਂ ਆਖੋ ਜੀ, ਕਿਉਂਕਿ ਖਾਲਸਾ ਜੀ ਕੇ ਬੋਲ ਬਾਲੇ। ਤੋ ਖਾਲਸਾ ਜੀ ਕੇ ਬੋਲ ਬਾਲੇ ਤੋਂ ਬਿਨਾਂ ਨਾ ਤਾਂ ਰਾਜ ਰਹਿੰਦਾ ਹੈ, ਕਿਉਂਕਿ ਰਾਜ ਅੱਗੇ ਖਾਲਸਾ ਜੀ ਕੇ ਬੋਲ ਬਾਲੇ ਨਹੀਂ ਲਿਆਂਦਾ ਹੋਇਆ। ਤੋ ਇਹ ਕਹਿਣਾ ਵੀ ਦਸਤਾਰ ਵਧਾ ਦਈਏ ਜਦੋਂ ਲਾਉਣੀ ਹੈ, ਤੇ ਦਸਤਾਰ ਝੁਲਾ ਲਓ ਜਾਂ ਦਸਤਾਰ ਸਜਾ ਲਈਏ। ਬੰਨੀ ਦੀ ਤਾਂ ਪੰਡ ਹੈ। ਤੋ ਇਹ ਬੜੇ ਹੈ ਤਾਂ ਸਤਿਕਾਰ ਹੀ ਹੈ, ਚਲੋ ਬਚਨਾਂ ਵਿੱਚ ਸਤਿਕਾਰ ਹੋਵੇ, ਹਿਰਦੈ ਹੋਏ ਸੋਗ ਵੈ ਬਹੁ ਕਾ ਕਹਿਆ ਵਾਓ। ਤੋ ਇਸ ਤਰ੍ਹਾਂ ਫਿਰ ਜਿਹੜਾ ਹੈ ਉਹ ਬੁੰਗਾ ਕਰਕੇ ਕੋਈ ਸਜਾ ਲਵੇ ਤੇ ਚੰਗੀ ਗੱਲ ਹੈ, ਉਹਦੇ ਨਾਲ ਦਸਤਾਰ ਲੈਂਦੀ ਨਹੀਂ ਜਲਦੀ ਜਲਦੀ। ਤੋ ਇਸ ਤਰ੍ਹਾਂ ਤੇ ਫਿਰ ਜਿਹੜਾ ਲਾ ਕੇ ਜਾਂ ਵਾਹਿਗੁਰੂ ਜਿਵੇਂ ਉਵੇਂ ਉਤਾਰ ਦਿੱਤੀ ਦਸਤਾਰ, ਚਿਣੀ ਚੁਣਾਈ ਨਹੀਂ ਕਦੇ। ਦਸਤਾਰ ਜਿਵੇਂ ਚੁਣੀ ਹੈ ਨਾ, ਇੱਕ ਇੱਕ ਲੜ ਕਰਕੇ ਜਦੋਂ ਵਧਾਉਣੀ ਆ ਦਸਤਾਰ ਜਾਂ ਦਮਾਲਾ, ਤੇ ਉਦੋਂ ਉਸੇ ਤਰ੍ਹਾਂ ਹੀ ਵਧਾਉਣੀ ਚਾਹੀਦੀ ਹੈ। ਲਾ ਕੇ ਕਈ ਆ ਪੈਂਦ 'ਤੇ ਉਹ ਮਾਰਦੇ ਚਲਾ ਕੇ ਉਹਦੇ ਉੱਤੇ ਬੈਠੀ ਜਾਂਦੇ ਆ, ਉੱਥੇ ਪੈਰ ਲੱਗੀ ਜਾਂਦੇ ਆ। ਇੱਥੋਂ ਤੀਕਰ ਸਾਧ ਸੰਗਤ ਜੀ ਇਹ ਸਿਰ ਦਾ ਤਾਜ ਹੈ। ਦਸਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਕੱਪੜੇ ਸਾਰਿਆਂ ਤੋਂ ਅੱਡ ਧੁਪੇ। ਉੱਥੇ ਹੀ ਸਾਧ ਸੰਗਤ ਜੀ ਪਜਾਮੇ ਸਲਵਾਰਾਂ ਧੁੱਪਦੀਆਂ, ਉਸੇ 'ਚ ਦਸਤਾਰਾਂ ਮਸ਼ੀਨਾਂ 'ਚ ਵੜੀ ਜਾਂਦੇ ਆ। ਇਹ ਕੰਮ ਨਹੀਂ ਕਰਨਾ ਕਦੇ। ਦਸਤਾਰ ਕੋਸ਼ਿਸ਼ ਕਰੋ ਵੀ ਅਲੱਗ ਧੋਤੀ ਜਾਵੇ, ਹੱਥ 'ਤੇ ਧੋ ਲਓ, ਝੱਟ ਲੱਗਦਾ ਹੈ। ਤੋ ਦਸਤਾਰਾਂ ਜਦੋਂ ਸੁੱਕਣੇ ਪਾਵੇ ਤੇ ਉਦੋਂ ਵੀ ਦੂਜੇ ਕੱਪੜਿਆਂ ਤੋਂ ਅਲੱਗਾ ਪਾਉਣੀਆਂ। ਜਿੱਥੇ ਇਕੱਲੀ ਇੱਕ ਪਾਸੇ ਦਸਤਾਰ ਪਾਈ ਜਾਵੇ, ਦੂਜੇ ਪਾਸੇ ਚਲੋ ਦੂਜੇ ਕੱਪੜੇ ਵੀ। ਕਛਹਿਰਿਆਂ ਪਜਾਮਿਆਂ ਨੂੰ ਦਸਤਾਰਾਂ ਨਾਲ ਲੱਗਦੀਆਂ ਫਿਰਨ। ਤੋ ਕਦੇ ਪੈਂਦ ਦਸਤਾਰ ਨਹੀਂ ਰੱਖਣੀ, ਇਹਦੀ ਕੀਮਤ ਬਹੁਤ ਹੈ। ਅਸੀਂ ਜ਼ਰੂਰ ਹੁਣ ਇਹਦੀ ਕੀਮਤ ਘਟਾਈ ਹੋਈ ਹੈ, ਤੋ ਇਹਦੀ ਕੀਮਤ ਬਹੁਤ ਹੈ। ਇਹ ਦਸਤਾਰ ਸਾਧ ਸੰਗਤ ਜੀ ਇਹਦੇ ਪਿੱਛੇ ਸਿਰ ਦਿੱਤੇ ਹੋਏ ਆ ਕਰੋੜਾਂ ਲੱਖਾਂ ਸਿੱਖਾਂ ਨੇ। ਇਹ ਸਾਡੀ ਪੱਤ ਹੈ, ਸਾਡੀ ਇੱਜ਼ਤ ਹੈ। ਤੋ ਇੱਥੇ ਜਿਵੇਂ ਉਹ ਕੌਤਕ ਜਿਹਾ ਵਰਤਿਆ, ਦਸਤਾਰ ਲੈ ਜਾਣੀ ਕੋਈ ਚੰਗੀ ਅਲਾਮਤ ਨਹੀਂ ਮੰਨੀ ਜਾਂਦੀ। ਸਿਆਣੇ ਬਜ਼ੁਰਗ ਅੱਗੇ ਕਹਿੰਦੇ ਸੀ ਘਰ ਵਿੱਚ ਬੇਰੀ ਨਾ ਲਾਓ, ਉਹ ਇੱਕ ਕਹਾਵਤ ਬਣੀ ਹੋਈ ਸੀ ਵੀ ਬੇਰੀ ਪੱਗ ਲਾ ਦਿੰਦੀ ਹੈ। ਤੋ ਇਸ ਤਰ੍ਹਾਂ ਦੇ ਵੀ ਪੱਗ ਲੱਥੀ ਨੂੰ ਬੜੀ ਭੈੜੀ ਅਲਾਮਤ ਮੰਨਿਆ ਜਾਂਦਾ। ਹੁਣ ਵੀ ਜਿਹੜੇ ਕੋਈ ਚੰਗੇ ਰਸੂਖ ਵਾਲੇ ਆ, ਕੋਈ ਚੰਗੇ ਸੁਚੇਤ ਸਿੱਖ ਹੈ, ਉਹ ਗੁਰਮੁਖ ਪਿਆਰੇ ਮਾੜੀ ਗੱਲ ਮੰਨਦੇ ਆ ਦਸਤਾਰ ਲੱਥੀ ਨੂੰ। ਚਾਹੇ ਆਪੇ ਲਵੇ ਤੇ ਕੋਈ ਲਾਵੇ ਤਾਂ ਬਹੁਤ ਵੱਡੀ ਗੱਲ ਹੈ। ਤੋ ਇਸ ਲਈ ਇਹ ਕੌਤਕੀ ਇਹੋ ਜਿਹਾ ਵਰਤਿਆ, ਇਹ ਬੇਪਤੀ ਦੀ ਨਿਸ਼ਾਨੀ ਹੁੰਦੀ ਹੈ। ਪਹਿਲੀ ਦਸਤਾਰ ਲੈ ਜਾਣੀ ਜਾਂ ਲੈ ਜਾਣੀ ਜਾਂ ਲਾਹ ਦੇਣੀ, ਚਲੋ ਕੋਈ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਚੰਦੂ ਤੁਰਿਆ ਤੇ ਉਹ ਥੱਲੇ ਦਰੀ 'ਚ ਪੈਰ ਅੜਿਆ ਤੇ ਡਿੱਗਿਆ ਮੂਧੜੇ ਮੂੰਹ, ਦਸਤਾਰ ਇਹਦੀ ਉੱਤੋਂ ਉਤਰ ਕੇ ਡਿੱਗ ਪਈ ਹੈ। ਸਨਮੁਖ ਛੀਕ ਬਾਮ ਦ੍ਰਿਗ ਫਰਕਾ, ਖੱਬਾ ਨੇਤਰ ਫੜਕਣ ਲੱਗਿਆ, ਸਾਹਮਣੇ ਕਿਸੇ ਸੇਵਕ ਨੇ ਨਿਛ ਮਾਰ ਦਿੱਤੀ ਹੈ। ਜਾਤ ਅਚਾਨਕ ਉਰ ਲਗ ਧਰਕਾ, ਤੇ ਜਾਂਦੇ ਹੋਏ ਦਾ ਸੀਨਾ ਬੜਾ ਤੇਜ਼ੀ ਦੇ ਨਾਲ ਦਿਲ ਧੜਕ ਧੜਕ ਕਰਦਾ ਹੈ। ਸ਼ਾਹੋ ਨਿਕਟ ਧੂਰਨ ਚੱਲ ਗਇਓ, ਬਾਦਸ਼ਾਹ ਦੇ ਲਾਗੇ ਬੜੀ ਛੇਤੀ ਇਹ ਪਹੁੰਚਿਆ ਹੈ ਚੰਦੂ। ਗੁਰ ਬੈਠੇ ਦਿਖ ਦੁਖ ਅਤ ਭਇਓ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਚੌਂਕੀ ਤੇ ਬੈਠੇ ਸਨ। ਚੰਦੂ ਵਿਚਾਰਾ ਵੇਖ ਕੇ ਮਹਾਰਾਜ ਨੂੰ ਬੜਾ ਦੁਖੀ ਹੋਇਆ ਹੈ ਵੀ ਇਹ ਕਿੱਧਰ ਆ ਜਾਂਦੇ ਹੈ ਬਾਦਸ਼ਾਹ ਦੇ ਪਾਸ ਬਹਿਣ ਵਾਸਤੇ। ਹਾਥ ਜੋਰ ਬੋਲਿਓ ਢਿਗ ਸ਼ਾਹੂ, ਤੇ ਮਹਾਰਾਜ ਵੱਲ ਤਾਂ ਨਾ ਬੋਲਿਆ, ਕਿਉਂਕਿ ਵੈਰ ਹੈ ਨਾ, ਤੇ ਬਾਦਸ਼ਾਹ ਨੂੰ ਇਹਨੇ ਸਲਾਮ ਕਰ ਦਿੱਤੀ। ਮਹਾਰਾਜ ਨੂੰ ਨਾ ਬੁਲਾਇਆ ਚੰਦੂ ਨੇ, ਤੇ ਮੱਥਾ ਟੇਕ ਕੇ ਬਾਦਸ਼ਾਹ ਨੂੰ ਸਲਾਮ ਜੀ ਕਰਕੇ ਤੇ ਚੰਦੂ ਹੱਥ ਜੋੜ ਕੇ ਬੋਲਣ ਲੱਗਾ, ਮਨ ਕੇ ਹੁਤੇ ਮੋਰ ਘਰ ਮਾਹੂ, ਹੇ ਬਾਦਸ਼ਾਹ ਸਲਾਮਤ। ਮਨ ਕੇ ਤਾਂ ਜਿਹੜੇ ਸੀਗੇ ਉਹ ਮੇਰੇ ਘਰ ਵਿੱਚ ਹੀ ਹੈ ਸਨ। ਰਹੇ ਖੋਜ ਸੋ ਅਬ ਨਹਿ ਪਾਏ, ਮੈਂ ਲੱਭਦਾ ਰਿਹਾ ਪਰ ਹੋਰ ਮੈਨੂੰ ਮਣ ਕੇ ਮਿਲੇ ਨਹੀਂ ਘਰ ਅੰਦਰੋਂ। ਪੁਨ ਨਰ ਬ੍ਰਿੰਦ ਬਾਜ਼ਾਰ ਪਠਾਏ, ਤੇ ਦੇਰੀ ਮੈਨੂੰ ਤਾਂ ਹੋ ਗਈ, ਮੈਂ ਬਥੇਰੇ ਆਪਦੇ ਮਨੁੱਖ ਜਿਹੜੇ ਆ ਉਸ ਦਾਸਾਂ ਨੂੰ ਬਾਜ਼ਾਰ ਵਿੱਚ
ਭੇਜਿਆ। ਖੋਜ ਰਹੇ ਨਹਿ ਕਿਤਹੂ ਤੇ ਪਾਏ। ਲੱਭਦੇ ਰਹੇ ਪਰ ਕਿਸੇ ਤੋਂ ਵੀ ਉਹ ਮਣਕਾ ਉਹਦੇ ਨਾਲ ਦਾ ਮਿਲਿਆ ਨਹੀਂ ਹੈ। ਸਭ ਥਲ ਤੇ ਛੂਛੇ ਨਰ ਆਏ। ਸਾਰੇ ਪਾਸਿਓਂ ਨਾ ਮੇਰੇ ਮਨੁੱਖ ਖਾਲੀ ਆਏ ਆ। ਮਾਇਆ ਵੀ ਮੂੰਹ ਮੰਗੀ ਕੀਮਤ ਦੇਣ ਦੀ ਮੈਂ ਗੱਲ ਕੀਤੀ ਸੀ। ਅਬ ਜੇ ਦੇਰ ਕਰੋ ਦਿਨ ਕੋਏ। ਤੇ ਮੇਰੀ ਤਾਂ ਇਹ ਦਰਖਾਸਤ ਹੈ ਵੀ ਜੇ ਕੁਝ ਦਿਨ ਬਾਦਸ਼ਾਹ ਤੁਸੀਂ ਰੁਕ ਜਾਓ ਤਸਬੀਹ ਬਣਾਉਣ ਤੋਂ, ਕੁਝ ਕੁ ਦਿਨ ਜੇ ਤੁਸੀਂ ਦੇਰੀ ਕਰ ਲਵੋ ਤਾਂ ਅਨਹਿ ਖੋਜ ਨਗਰ ਜਿਸ ਤੇ ਖੋਏ। ਇੱਥੇ ਲਾਗੇ ਕਿਤੋਂ ਮਿਲ ਜਾਣਗੇ, ਏਡੀ ਕਿਹੜੀ ਗੱਲ ਹੈ ਨਾ ਮਿਲਣਾ। ਤੇ ਮੈਂ ਆਪਦੇ ਕੋਈ ਸੇਵਕ ਭੇਜ ਕੇ ਤੇ ਮੰਗਾ ਲਵਾਂਗਾ ਚੰਗੇ ਸੋਹਣੇ ਸੁੰਦਰ ਨਗ ਜਿਹੜੇ ਹੈ ਤੁਹਾਡੀ ਮਾਲਾ ਵਾਸਤੇ। ਇਮ ਕਹਿ ਚੰਦੂ ਤੂਸ਼ਣ ਹੋਇਓ। ਤੇ ਚੰਦੂ ਐਉਂ ਕਹਿ ਕੇ ਉਹ ਹੋਣੀ ਨੇ ਇਹਦਾ ਬਚਾਅ ਕਰ ਦਿੱਤਾ। ਇੱਕ ਵਾਰੀ ਚੰਦੂ ਦਾ ਮਣਕਾ ਨਾ ਆਇਆ ਤੇ ਚੰਦੂ ਕਹਿ ਕੇ ਚੁੱਪ ਕਰ ਗਿਆ ਹੈ। ਛਾਹੋ ਬਦਨ ਗੁਰ ਕੋ ਤਬ ਜੋਇਓ। ਤੇ ਹੁਣ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲ ਵੇਖਦਾ ਵੀ ਹੁਣ ਸੱਚੇ ਪਾਤਸ਼ਾਹ ਵੀ ਕੀ ਕਰੀਏ, ਵੀ ਇਹ ਤਾਂ ਚੰਦੂ ਤਾਂ ਮਣਕਾ ਨਹੀਂ ਲੈ ਕੇ ਆਇਆ। ਇਹ ਤੁਸੀਂ ਕਹਿੰਦੇ ਸੀ ਮਣਕਾ ਆ ਜਾਵੇਗਾ ਤੇ ਐ ਕਰਾਂਗੇ, ਫਿਰ ਸਾਡੇ ਪਿਤਾ ਜੀ ਦੀ ਮਾਲਾ ਦਾ ਪਛਾਣ ਲਾਂਗੇ। ਤੇ ਹੁਣ ਬਾਦਸ਼ਾਹ ਪਹਿਲਾਂ ਤਾਂ ਕਹਿੰਦਾ ਸੀ ਫੜਾ ਦਿਆਂਗਾ ਮੈਂ, ਹੁਣ ਜਦੋਂ ਵੇਖਿਆ ਵੀ ਸਬੂਤ ਹੈ ਨਹੀਂ ਕੋਈ ਤੇ ਫਿਰ ਢਿੱਲਾ ਪੈ ਗਿਆ ਬਾਦਸ਼ਾਹ ਵੀ। ਇਹ ਦੋਗਲੇ ਹੁੰਦੇ ਲੋਕ ਤੇ ਮਹਾਰਾਜ ਦੇ ਮੂੰਹ ਵੱਲ ਵੇਖਣ ਲੱਗਿਆ ਹੈ। ਰਿਸ ਕੁਛ ਕਹਿਓ ਪਿਖੋ ਇਤ ਕਹਾਂ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਮਹਾਰਾਜ ਔਖਾ ਜਿਹਾ ਬਾਦਸ਼ਾਹ ਵੱਲ ਵੇਖ ਕੇ ਨਾ ਸੱਚੇ ਪਾਤਸ਼ਾਹ ਜੀ ਗੁੱਸੇ ਜਿਹੇ ਦੇ ਨਾਲ ਬੋਲੇ। ਕਹਿੰਦੇ ਉਹ ਬਾਦਸ਼ਾਹ ਹੁਣ ਸਾਡੇ ਵੱਲ ਤੂੰ ਕੀ ਵੇਖਦਾ ਵੀ ਜਦੋਂ ਤਾਂ ਮਣਕੇ ਦੀ ਅਸੀਂ ਗੱਲ ਕੀਤੀ ਉਦੋਂ ਕਹਿੰਦਾ ਵੀ ਫੜਾ ਦਿਆਂਗੇ ਮਹਾਰਾਜ ਚੰਦੂ, ਤੇ ਹੁਣ ਜਦੋਂ ਮਣਕਾ ਨਹੀਂ ਆਇਆ ਕੋਈ ਤੇ ਹੁਣ ਸਬੂਤ ਨਾ ਮਿਲਿਆ ਵੇਖ ਕੇ ਤੂੰ ਢਿੱਲਾ ਪੈਂਦਾ। ਸੱਚੇ ਪਾਤਸ਼ਾਹ ਜੀ ਇੱਕੋ ਵਾਰੀ ਬੋਲੇ, ਕਹਿੰਦੇ ਸਾਡੇ ਮੂੰਹ ਵੱਲ ਹੁਣ ਤੂੰ ਕੀ ਵੇਖਦਾ ਹੈ। ਪ੍ਰਭੂ ਦਰਗਾਹ ਏਕ ਸਮਝਹਾਂ। ਕੋਈ ਗੱਲ ਨਹੀਂ, ਇੱਥੇ ਜੇ ਕੋਈ ਬਚ ਵੀ ਜਾਵੇਗਾ ਤੇ ਅਗਲੀ ਦਰਗਾਹ ਜਿਹੜੀ ਪਰਮੇਸ਼ਰ ਦੀ ਉੱਥੇ ਤਾਂ ਸਾਰੇ ਹੀ ਇੱਕੋ ਜਿਹੇ ਹੁੰਦੇ ਹਨ। ਬਦਲਾ ਪਿਤ ਕੋ ਲੇਵੈ ਤਹਾਂ। ਅਸੀਂ ਹੁਣ ਜੇ ਛੁੱਟ ਵੀ ਜਾਵੇਗਾ ਕੋਈ ਤੇ ਉਹ ਤੋਂ ਬਦਲਾ ਅਸੀਂ ਅਗਲੀ ਦਰਗਾਹ ਵਿੱਚ ਪਿਤਾ ਦਾ ਲੈ ਲਵਾਂਗੇ। ਨਰਕ ਸਜਾਏ ਪਾਪੀਅਨ ਮਹਾ। ਮਹਾਨ ਪਾਪੀਆਂ ਨੂੰ ਜਿਨ੍ਹਾਂ ਨੇ ਸਾਡੇ ਪਿਤਾ ਤੇ ਤਸ਼ੱਦਦ ਕੀਤੇ ਐ, ਉਹ ਪਾਪੀਆਂ ਨੂੰ ਮਹਾਨ ਨਰਕ ਵਿੱਚ ਸੁੱਟਿਆ ਜਾਵੇਗਾ। ਕਹੀ ਪੀਰ ਕੀ ਇੱਕ ਔਰ ਬੀਚ। ਤੇ ਹੁਣ ਇੱਧਰ ਬਾਦਸ਼ਾਹ ਨੂੰ ਮਹਾਰਾਜ ਨੇ ਦਬਕਾ ਜਿਹਾ ਮਾਰਿਆ ਨਾ ਜਦੋਂ, ਇੱਕ ਤਾਂ ਬਾਦਸ਼ਾਹ ਦੇ ਮਨ ਵਿੱਚ ਉਹ ਪੀਰ ਦੀਆਂ ਗੱਲਾਂ ਸੀ, ਮੀਆਂ ਮੀਰ ਦੀਆਂ ਵੀ। ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਉਹ ਹੈ ਜਿਹੜਾ ਕਚਹਿਰੀ ਲਾਉਂਦਾ ਹੈ ਪਰਮੇਸ਼ਰ, ਉਹੀ ਇਹ ਸਰੂਪ ਹੈ। ਇੱਥੇ ਆਏ ਹੋਏ ਆ ਤੇ ਬੜੇ ਅਜਮਤੀ ਹੈ। ਮਹਾਰਾਜ ਦੀ ਸੋਭਾ ਕੀਤੀ ਸੀ ਸਾਈਂ ਮੀਆਂ ਮੀਰ ਨੇ। ਤੇ ਬਾਦਸ਼ਾਹ ਮੀਆਂ ਮੀਰ ਦੀਆਂ ਗੱਲਾਂ ਚੇਤੇ ਕਰਦਾ ਹੈ। ਕਰਿਓ ਕੁਕਰਮ ਜਥਾ ਇਹ ਨੀਚ। ਤੇ ਬਾਕੀ ਬਾਦਸ਼ਾਹ ਜਾਣਦਾ, ਸਾਈਂ ਮੀਆਂ ਮੀਰ ਵੀ ਦੱਸ ਗਿਆ ਵੀ ਜਿਹੋ ਜਿਹੇ ਪਾਪ ਘੋਰ ਚੰਦੂ ਪਾਪੀ ਨੇ ਕੀਤੇ ਸਨ। ਦੁਤੀਏ ਗੁਰੂ ਕਹਿਓ ਬਹਬਾਰ। ਤੇ ਦੂਜੀ ਗੱਲ ਹੁਣ ਗੁਰੂ ਹਰਗੋਬਿੰਦ ਸਾਹਿਬ ਵੀ ਵਾਰ-ਵਾਰ ਸਿੱਧਾ ਹੀ ਚੰਦੂ ਨੂੰ ਕਹਿ ਰਹੇ ਹਨ। ਜਾਣਿਓ ਨਿਸ਼ਚੈ ਕਰ ਨਿਰਧਾਰ। ਤੇ ਬਾਦਸ਼ਾਹ ਨੇ ਨਿਰਣਾ ਜਾ ਕਰ ਲਿਆ ਵੀ ਸੱਚ ਹੀ ਹੈ ਵੀ ਸਾਈਂ ਮੀਆਂ ਮੀਰ ਵੀ ਉਹ ਗੱਲ ਕਹਿੰਦਾ ਹੈ ਤੇ ਮਹਾਰਾਜ ਵੀ ਚੰਦੂ ਦਾ ਨਾਮ ਲਾਉਂਦੇ ਆ। ਬਿਨਾ ਸੰਦੇਹ ਸ਼ਾਹੋ ਤਬ ਕਹਿਓ। ਤੇ ਫਿਰ ਸੰਸਾ ਜਾ ਮਟਾ ਕੇ ਨਾ ਬਾਦਸ਼ਾਹ ਜਦੋਂ ਮਹਾਰਾਜ ਨੇ ਦਬਕਾ ਜਾ ਮਾਰਿਆ ਤੇ ਜਹਾਂਗੀਰ ਫਿਰ ਬੋਲਿਆ ਹੈ, ਚੰਦੂ ਅਪਰਾਧੀ ਮਨ ਲਹਿਓ। ਨਹੀਂ ਮਹਾਰਾਜ ਮੈਂ ਤਾਂ ਵੇਖਦਾ ਸੀ ਤੁਹਾਡੇ ਮੁਖ ਵੱਲ, ਤਾਂ ਵੀ ਮੈਂ ਕਹਿਣਾ ਸੀ ਤੁਹਾਨੂੰ ਵੀ ਚੰਦੂ ਜਿਹੜਾ ਨਾ ਉਹ ਤੁਹਾਡੇ ਘਰ ਦਾ ਬੜਾ ਵੱਡਾ ਦੁਖੀ ਹੈ। ਚੰਦੂ ਨੇ ਮਹਾਨ ਪਾਪ ਕੀਤਾ ਹੈ। ਹਮਰੇ ਸੀਜ ਦੋਸ਼ ਨਹਿ ਧਰੀ ਹੈ। ਤੇ ਸੀਸ ਹੋਊਗਾ, ਹਾਂ ਮੇਰੇ ਸੀਸ ਤੇ ਦੋਸ਼ ਨਾ ਧਰੋ ਪਾਤਸ਼ਾਹ ਮਹਾਰਾਜ ਮੇਰਾ ਕਿਉਂਕਿ ਮਹਾਰਾਜ ਜਦੋਂ ਇਹ ਬਾਦਸ਼ਾਹ ਮੁੱਕਰਦਾ ਦਿਸਿਆ ਤੇ ਸੱਚੇ ਪਾਤਸ਼ਾਹ ਕਹਿੰਦੇ ਕੋਈ ਨਹੀਂ ਬਾਦਸ਼ਾਹ ਕਚਹਿਰੀ ਵਿੱਚ ਤੈਨੂੰ ਵੀ ਵਿੱਚ ਹੀ ਧੂਆਂਗੇ ਅਸੀਂ। ਤੇ ਇਹ ਡਰ ਕੇ ਕਹਿੰਦਾ ਨਾ ਮਹਾਰਾਜ ਮੈਂ ਤਾਂ ਵੈਸੇ ਤੁਹਾਡੇ ਮੁਖ ਵੱਲ ਵੇਖਦਾ ਸੀ ਵੀ ਤੁਸੀਂ ਕੀ ਕਹਿੰਦੇ ਹੋ, ਤੇ ਮੈਂ ਵੀ ਇਹੀ ਕਹਿਣਾ ਸੀਗਾ ਵੀ ਚੰਦੂ ਤੁਹਾਡੇ ਘਰ ਦਾ ਦੋਸ਼ੀ ਹੈ ਤੇ ਮੇਰੇ ਸਿਰ ਤੇ ਤੁਸੀਂ ਹੁਣ ਮਹਾਰਾਜ ਦੋਸ਼ ਨਾ ਲਾਓ ਜੀ, ਇਹਨੇ ਕੀਤਾ ਜੋ ਕੀਤਾ ਹੈ। ਕਿ ਦਰਗਾਹ ਨ ਬੈਰ ਸੰਭਰੀਆ ਹੈ। ਤੇ ਮਹਾਰਾਜ ਹੁਣ ਦਰਗਾਹ ਵਿੱਚ ਮੇਰੇ ਨਾਲ ਕਿਸੇ ਤਰ੍ਹਾਂ ਦਾ ਤੁਸੀਂ ਵੈਰ ਨਾ ਕਰਨਾ ਜੀ। ਇਹਾਂ ਨਬੇਰੋ ਬਦਲਾ ਸਾਰੋ। ਤੇ ਮਹਾਰਾਜ ਜਿਹੜਾ ਤੁਹਾਡਾ ਕੰਮ ਹੈ ਨਾ ਬਦਲਾ ਇੱਥੇ ਹੀ ਨਿਬੇੜ ਦੋ ਸਾਰਾ, ਉਹ ਲੇਖਾ ਜੋਖਾ ਇੱਥੇ ਹੀ ਕਰ ਲਓ ਮਹਾਰਾਜ। ਗਾਂ ਦੀ ਦਰਗਾਹ ਦੀਆਂ ਹੁਣ ਗੱਲਾਂ ਛੱਡੋ ਜੀ। ਹਮ ਕੋ ਆਸਿਖ ਬਚਨ ਉਚਾਰੋ। ਤੇ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਤਾਂ ਅਸੀਸ ਦਾ ਬਚਨ ਦਿਓ ਪਾਤਸ਼ਾਹ ਜੀ, ਜਿਵੇਂ ਤੁਸੀਂ ਆਖੋਗੇ ਮੈਂ ਕਰਦਾ।
ਤੇ ਮਹਾਰਾਜ ਮੇਰੇ ਤੇ ਤਾਂ ਮਿਹਰ ਭਰਿਆ ਹੱਥ ਰੱਖਣਾ ਆਪ ਜੀ ਨੇ। ਜੇ ਹਮਰੀ ਕੁਸ਼ ਲਖਹ ਤੇ ਖੁਟਾਈ, ਜੇ ਵਾਕਈ ਮਹਾਰਾਜ ਤੁਹਾਨੂੰ ਮੇਰੀ ਜਹਾਂਗੀਰ ਦੀ ਕੋਈ ਖਟਾਈ ਲੱਗਦੀ ਹੈ, ਮੇਰੇ ਵਿੱਚ ਕੋਈ ਦੋਸ਼ ਲੱਗਦਾ ਹੈ, ਤਾ ਹਮ ਕਉ ਦੇਹੁ ਦੰਡ ਤੇ ਬਨਾਈ। ਇਹ ਹੁਣ ਸਿਆਣਾ ਬਣਦਾ, ਕਹਿੰਦਾ ਮਹਾਰਾਜ ਫਿਰ ਤੁਸੀਂ ਮੈਨੂੰ ਵੀ ਦੰਡ ਦੇ ਦਿਓ। ਜੇ ਤੁਹਾਨੂੰ ਲੱਗਦਾ ਹੈ ਵੀ ਮੇਰਾ ਵੀ ਕਸੂਰ ਹੈ, ਬਾਦਸ਼ਾਹ ਦਾ ਕਸੂਰ ਹੈ ਤੁਹਾਡੇ ਪਿਤਾ ਦੀ ਸ਼ਹਾਦਤ ਵਿੱਚ, ਤੇ ਕੋਈ ਗੱਲ ਨਹੀਂ ਮਹਾਰਾਜ, ਮੈਂ ਤੁਹਾਡਾ ਸਿੱਖ ਹੋਣ ਦੇ ਨਾਂ ਤੇ ਤਿਆਰ ਹਾਂ, ਤੁਸੀਂ ਮੈਨੂੰ ਵੀ ਦੰਡ ਦੇ ਸਕਦੇ ਹੋ। ਨਾਹੀਂ ਤਾਂ ਜਾਹੀਂ ਅਵਗਿਆ ਤੇ ਕਰੀ, ਜੇ ਨਹੀਂ ਮੇਰਾ ਕਸੂਰ, ਫਿਰ ਮਹਾਰਾਜ ਜਿਸ ਨੇ ਤੁਹਾਡੇ ਪਿਤਾ ਜੀ ਦਾ ਅਪਮਾਨ ਕੀਤਾ ਹੈ, ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਤਸੀਹੇ ਦਿੱਤੇ, ਸ਼ਹੀਦ ਕੀਤਾ ਹੈ, ਤਿਸ ਤੇ ਲਿਹੋ ਬਦਲਾ ਇਸ ਤੇ ਘੜੀ। ਆ ਸਾਹਮਣੇ ਚੰਦੂ ਖੜਾ ਹੈ ਮਹਾਰਾਜ, ਤੇ ਇਸੇ ਘੜੀ ਆਪਦਾ ਬਦਲਾ ਤੁਸੀਂ ਪੂਰਾ ਕਰ ਲਵੋ ਜੀ। ਮਮ ਸਿਰ ਤੇ ਅਬ ਕਰਜ ਉਤਾਰਾ, ਤੇ ਨਾਲੇ ਮੇਰੇ ਸਿਰ ਤੋਂ ਵੀ ਕਰਜ਼ਾ ਲੈ ਜਾਵੇਗਾ, ਵੀ ਸਾਰੇ ਕਹਿੰਦੇ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਮਾਮਲੇ ਵਿੱਚ ਨਿਆਂ ਨਹੀਂ ਕੀਤਾ। ਕਹੋ ਨਿਸੰਗ ਬਾਤ ਨਿਰਤਾਰਾ, ਤੇ ਮਹਾਰਾਜ ਦੱਸੋ ਹੁਣ ਕਿਵੇਂ ਕਰਨਾ ਹੈ? ਮਨ ਵਿੱਚ ਨਿਰਣਾ ਕਰ ਲਓ ਵੀ ਜੇ ਮੇਰਾ ਕਸੂਰ ਤੇ ਮੈਨੂੰ ਵੀ ਪਕੜ ਲਓ। ਜੇ ਤੈਨੂੰ ਪਤਾ ਵੀ ਚੰਦੂ ਹੀ ਅਪਰਾਧੀ ਆ ਤੇ ਤੁਹਾਡੇ ਸਾਹਮਣੇ ਖੜਾ ਹੈ, ਜਿਵੇਂ ਸਰਦਾ ਪੁੱਜਦਾ ਕਰ ਸਕਦੇ ਹੋ। ਗੁਰੂ ਕਹਿਓ ਬਲ ਪਾਏ ਤੁਮਾਰਾ, ਤੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੁਣ ਨਿਰਭੈ ਆ ਪਾਤਸ਼ਾਹ ਜੀ। ਮਹਾਰਾਜ ਕਹਿੰਦੇ ਬਾਦਸ਼ਾਹ ਚੰਦੂ ਬੰਦਾ ਕਿਹਦਾ, ਏਡੇ ਉਹਦੇ ਤੇ ਕਿਹਨੇ ਲਾਇਆ ਇਹਨੂੰ? ਤੋ ਚੰਦੂ ਤੇਰਾ ਹੀ ਬਲ ਲੈ ਕੇ, ਤੇਰੇ ਘਰ ਦੀ ਤਾਕਤ ਵਰਤ ਕੇ, ਜੋ ਕਰ ਹੈ ਅਪਰਾਧ ਉਦਾਰਾ। ਇਹ ਜਿਹੜੇ ਵੱਡੇ ਅਪਰਾਧ ਕਰਦਾ ਜਾਂ ਕੀਤੇ ਆ ਨਾ ਬਾਦਸ਼ਾਹ, ਆਪਣਾ ਦੀਵਾਨ ਤਾਂ ਤੇਰਾ ਹੀ ਹੈ ਨਾ, ਤਾਕਤ ਤਾਂ ਤੂੰ ਬਾਦਸ਼ਾਹ, ਤੇਰੀ ਹਕੂਮਤ ਦੀ ਵਰਤ ਰਿਹਾ ਹੈ। ਜਿਸ ਕੇ ਫਲ ਭਾਗੀ ਤੁਮ ਅਹੋ, ਇਸ ਲਈ ਬਾਦਸ਼ਾਹ ਸਾਡੀ ਨਿਗਾਹ ਵਿੱਚ ਤਾਂ ਜਿਹੋ ਜਿਹਾ ਚੰਦੂ ਹੈ ਤੇ ਬਰਾਬਰ ਦਾ ਹੀ ਸ਼ਰੀਕ ਤੂੰ ਦਿਸਦਾ ਹੈ। ਚੱਲ ਦਰਗਾਹ ਵਿਖੈ ਕਿਮ ਕਹੋ, ਕੋਈ ਨਹੀਂ, ਚੱਲ ਖਾਂ ਦਰਗਾਹ ਵਿੱਚ, ਉੱਥੇ ਵੇਖਾਂਗੇ ਤੂੰ ਕਿਵੇਂ ਕੀ ਕਰਦਾ ਹੈ। ਦਰਗਾਹ ਵਿੱਚ ਵੇਖਾਂਗੇ ਕੀ ਨਵੇੜਾ ਹੁੰਦਾ ਤੇਰੇ ਨਾਲ। ਹੁਣ ਤਾਂ ਇੱਥੇ ਨਿਕਲ ਜਾਵੇਂਗਾ ਝੂਠ ਸੱਚ ਬੋਲ ਕਰਕੇ। ਤਹ ਲੇਖਾ ਸਭ ਲੈਣਾ ਦੇਣਾ, ਉਹ ਲੇਖਾ ਜਿਹੜਾ ਹੁੰਦਾ ਨਾ ਇੱਥੇ ਰਹਿ ਜਾਂਦਾ ਸੰਸਾਰ, ਤੇ ਉਹ ਸਾਰਾ ਦਰਗਾਹ ਵਿੱਚ ਲੇਖਾ ਹੁੰਦਾ ਹੈ। ਹੋਤ ਸਭਨ ਕੋ ਕਿਮਹ ਮਿਟੇ ਨਾ, ਉੱਥੇ ਤਾਂ ਕਿਸੇ ਦਾ ਕੀਤਾ ਪਾਪ ਨਹੀਂ ਮਿਟਦਾ, ਸਾਰੇ ਬਰਾਬਰ ਹੀ ਗਿਣੇ ਜਾਂਦੇ ਹਨ। ਨਿਰਬਲ ਬਲੀ ਰੰਕ ਕੈ ਰਾਊ, ਚਾਹੇ ਕੋਈ ਵੱਡਾ ਆ ਬਲੀ ਹੋਵੇ ਤੇ ਚਾਹੇ ਕੋਈ ਗਰੀਬ ਹੈ, ਰਾਜੇ ਤੇ ਨੰਗ ਮਲੰਗ ਸਾਰੇ ਉੱਥੇ ਇੱਕੋ ਫਾਹੇ ਲਾਏ ਜਾਂਦੇ। ਉੱਥੇ ਨਹੀਂ ਵੇਖਿਆ ਜਾਂਦਾ ਵੀ ਇਹਦੀ ਹਕੂਮਤ ਹੈ ਜੀ, ਇਹ ਦਿੱਲੀ ਦੇ ਤਖਤ ਦਾ ਮਾਲਕ ਹੈ ਜਾਂ ਗਲੀਆਂ 'ਚ ਮੰਗਣ ਵਾਲਾ ਹੈ। ਉੱਥੇ ਨਾ ਜਾਤ ਜਾਂਦੀ ਆ, ਨਾ ਅਹੁਦਾ ਜਾਂਦਾ, ਉੱਥੇ ਤਾਂ ਕਰਮਾਂ ਦਾ ਨਬੇੜਾ ਹੁੰਦਾ ਹੈ। ਇੱਕ ਸਮ ਹੀ ਸਭ ਬਿਖਮ ਨ ਕਾਊ, ਉੱਥੇ ਤਾਂ ਪਾਪ ਪੁੰਨ ਵਿਚਾਰੇ ਜਾਂਦੇ ਐ ਬਾਦਸ਼ਾਹ। ਉੱਥੇ ਨਹੀਂ ਦਰਗਾਹ ਦੇ ਵਿੱਚ ਅਹੁਦੇ ਵੇਖੇ ਜਾਂਦੇ, ਬਾਦਸ਼ਾਹ ਕੌਣ ਹੈ, ਅਮੀਰ ਕੌਣ, ਵਜ਼ੀਰ ਤੇ ਇੱਥੇ ਘਾਹ ਚੁਗਣ ਵਾਲਾ ਕੌਣ ਹੈ। ਉੱਥੇ ਤਾਂ ਕਰਮਾਂ ਦਾ ਨਬੇੜਾ ਹੁੰਦਾ ਹੈ, ਤੇ ਕਰਮਾਂ ਦੇ ਅਨੁਸਾਰ ਇੱਕੋ ਜੀ ਸਜ਼ਾ ਮਿਲਦੀ ਹੈ। ਕੀ ਰਾਜਾ ਕੀ ਮਲੰਗ ਕੋਈ। ਸੁਣ ਕਰ ਸ਼ਾਹੋ ਕਹਿਓ ਗੁਰ ਸੰਗ, ਤੇ ਹੁਣ ਬਾਦਸ਼ਾਹ ਮਹਾਰਾਜ ਤੋਂ ਸੁਣ ਕੇ ਹਜ਼ੂਰ ਨੂੰ ਕਹਿਣ ਲੱਗਿਆ, ਹਮ ਨਹਿ ਜਾਣਿਓ ਛਲ ਇਸ ਢੰਗ, ਕਹਿੰਦੇ ਮਹਾਰਾਜ ਮੈਨੂੰ ਹੁਣ ਕੀ ਪਤਾ ਸੀ ਇਹ ਪਾਪੀ ਏਡਾ ਛਲ ਕਰਨ ਵਾਲਾ, ਇਹਨੇ ਮੇਰੀਆਂ ਵੀ ਅੱਖਾਂ 'ਚ ਧੂੜ ਪਾ ਛੱਡੀ। ਹੁਣ ਇਹ ਬਾਦਸ਼ਾਹ ਵੀ ਨਿਕਲਦਾ ਨਾ ਗੱਲ ਦੇ ਵਿੱਚੋਂ, ਤੋ ਸੱਚੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਮੈਨੂੰ ਨਹੀਂ ਪਤਾ ਸੀ ਵੀ ਐਡਾ ਦਰੋਹੀ ਇਹਨੇ ਤਾਂ ਮੇਰੀਆਂ ਅੱਖਾਂ 'ਚ ਘੱਟਾ ਪਾ ਛੱਡਿਆ, ਮੈਨੂੰ ਕਿਸੇ ਗੱਲ ਬਾਰੇ ਜਾਣਕਾਰੀ ਨਹੀਂ ਹੋਣ ਦਿੱਤੀ ਸੀ। ਪੀਰ ਵਜ਼ੀਰ ਖਾਨ ਕੈ ਆਪ, ਤੇ ਇਸ ਕਰਕੇ ਜਿੰਨੇ ਵਜ਼ੀਰ ਅਮੀਰ ਹੈ ਸਾਰੇ ਦੇ ਸਾਰੇ ਜਿੰਨੇ ਸੀਗੇ ਉਹ ਸਾਰੇ ਚੰਦੂ ਦੇ ਵੱਲ ਦੀਆਂ ਗੱਲਾਂ ਕਰਦੇ ਸਨ। ਸੁਧ ਦੀਨ ਸਕੇ ਮਕੀਨ ਸਪਾਪ, ਤੇ ਕਿਸੇ ਨੇ ਵੀ ਮੈਨੂੰ ਖਬਰ ਨਹੀਂ ਦਿੱਤੀ ਹੈ। ਸਾਰੇ ਜਿਹੜਾ ਵਾ ਇਹ ਚੰਦੂ ਨੇ ਉਹ ਆਪਦੇ ਵੱਲ ਕੀਤੇ ਸੀ, ਤੇ ਮੈਨੂੰ ਤਾਂ ਸਾਈਂ ਮੀਆਂ ਮੀਰ ਨੇ ਥੋੜ੍ਹੇ ਦਿਨ ਪਹਿਲਾਂ ਦੱਸੀ ਸਾਰੀ ਗੱਲ ਚੰਦੂ ਦੀ, ਤੇ ਕੁਝ ਵਜ਼ੀਰ ਖਾਂ ਤੁਹਾਡਾ ਸੇਵਕ ਜਿਹੜਾ ਉਹਨੇ ਦੱਸਣਾ ਕੀਤਾ। ਉਹ ਸਾਰੀ ਖਬਰ ਮੈਨੂੰ ਤਾਂ ਇਹਨਾਂ ਦੁਆਰਾ ਮਿਲੀ ਹੈ, ਚੰਦੂ ਨੇ ਮੇਰੇ ਕੰਨਾਂ ਤੱਕ ਖਬਰ ਨਹੀਂ ਪਹੁੰਚਣ ਦਿੱਤੀ ਅੱਜ ਤੱਕ। ਸੁਣ ਕਰ ਮੈਂ ਅਬ ਹੋਇਓ ਨਿਆਰੋ, ਤੇ ਮਹਾਰਾਜ ਜਦੋਂ ਹੀ ਮੈਂ ਸੁਣਿਆ ਵੀ ਚੰਦੂ ਐਡਾ ਪਾਪੀ, ਇਹਨੇ ਤੁਹਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ ਹੈ, ਤੇ ਮੈਂ ਤਾਂ ਇਹਦੇ ਤੋਂ ਵੱਖਰਾ ਹੋ ਗਿਆ ਮਹਾਰਾਜ, ਭਾਵ ਵੀ ਮੈਂ ਇਹਦੀ ਹਾਮੀ ਭਰਨੀ ਛੱਡ ਦਿੱਤੀ ਹੈ। ਨਿਸ ਅਪਰਾਧੀ ਨਿਜ ਅਪਰਾਧੀ ਗਾਹ ਕੇ ਮਾਰੋ, ਮਹਾਰਾਜਾ ਤੁਹਾਡਾ ਅਪਰਾਧੀ ਖੜਾ ਚੰਦੂ, ਮੇਰਾ ਕੋਈ ਦੋਸ਼ ਨਹੀਂ ਹੈ, ਮੈਂ ਤਾਂ ਇਹਦਾ ਖਹਿੜਾ ਛੱਡਿਆ ਹੋਇਆ। ਆ ਤੁਹਾਡਾ ਅਪਰਾਧੀ ਚੰਦੂ ਖੜਾ, ਜੀ ਕਰਦਾ ਇਹਨੂੰ ਪਕੜ ਲਓ, ਜਿਉਂਦਾ ਰੱਖ ਲਓ, ਤੇ ਜੀ ਕਰਦਾ ਜਾਨੋਂ ਮਾਰ ਦਿਓ ਜੀ। ਹਮ ਸਹਾਏ ਜੇ ਇਸ ਕੀ ਕਰੈ, ਹਾਂ ਇਹ ਹੈ
ਅਸੀਂ ਦੋਸ਼ੀ ਤਾਂ ਹੋਵਾਂਗੇ ਮਹਾਰਾਜ ਜੇ ਅਸੀਂ ਹੁਣ ਤੁਸੀਂ ਚੰਦੂ ਨੂੰ ਪਕੜ ਲਓ, ਮਾਰੋ, ਕੁੱਟੋ, ਜਾਨੋਂ ਮਾਰ ਦਿਓ। ਜੇ ਅਸੀਂ ਚੰਦੂ ਦੀ ਹਾਮੀ ਭਰੀਏ, ਚੰਦੂ ਨਾਲ ਹਮਦਰਦੀ ਕਰੀਏ, ਜੇ ਚੰਦੂ ਦੀ ਵਕਾਲਤ ਕਰੀਏ ਤਾਂ ਤੁਮ ਦਿਸ ਤੇ ਦੋਸ਼ਿਣ ਕੋ ਤੇ ਧਰੈ। ਫਿਰ ਸਮਝ ਤੁਸੀਂ ਆਪਦੇ ਵੱਲੋਂ ਸਾਨੂੰ ਦੋਸ਼ੀ ਕਰਾਰ ਕਰ ਦਿਆ ਜੇ। ਫਿਰ ਅਸੀਂ ਆਪਦੇ ਆਪ ਨੂੰ ਦੋਸ਼ੀ ਗਿਣ ਲਵਾਂਗੇ ਜੇ ਅਸੀਂ ਚੰਦੂ ਦੀ ਵਕਾਲਤ ਕਰੀਏ ਜਾਂ ਏਕਰੀ ਵੀ ਕਹਿ ਦਈਏ ਵੀ ਮਹਾਰਾਜ ਚੰਦੂ ਤੇ ਤਰਸ ਕਰੋ ਜੀ। ਆਗਾ ਆਪਨ ਸੁਧਾਰਨ ਕਾਰਨ। ਮਹਾਰਾਜ ਮੈਂ ਤਾਂ ਆਪਦਾ ਅੱਗਾ ਸੁਧਾਰਨ ਵਾਸਤੇ ਤੁਹਾਡੇ ਤਰਲੇ ਕਰਦਾ ਹਾਂ। ਮਿਲਹਿ ਨ ਹਮ ਇਸ ਕੀਨ ਉਚਾਰਨ। ਮਹਾਰਾਜ ਪਾਤਸ਼ਾਹ ਜੀ ਮੈਂ ਨਹੀਂ ਇਹਦੇ ਨਾਲ ਮਿਲਿਆ ਹੋਇਆ, ਤੋ ਸੱਚੇ ਪਾਤਸ਼ਾਹ ਜੀ ਮੈਂ ਤਾਂ ਆਪਦਾ ਅੱਗਾ ਸੁਧਾਰਨ ਵਾਸਤੇ, ਪਰਲੋਕ ਸੁਧਾਰਨ ਵਾਸਤੇ ਇਹਦਾ ਖਹਿੜਾ ਛੱਡਿਆ ਹੋਇਆ। ਮੈਨੂੰ ਨਹੀਂ ਪਤਾ ਵੀ ਐਡਾ ਵੱਡਾ ਪਾਪੀ ਹੈ। ਤੋ ਇਸ ਤਰ੍ਹਾਂ ਚੰਦੂ ਨੇ ਮਹਾਰਾਜ ਨੂੰ ਕਹਿ ਦਿੱਤਾ ਹੈ, ਆਪਣੇ ਇਹਨੇ ਜਹਾਂਗੀਰ ਨੇ। ਤੇ ਚੰਦੂ ਦੇ ਪਾਪ ਸਾਰੇ, ਚੰਦੂ ਦੀ ਹਮੈਤ ਤੋਂ ਇਹ ਜਹਾਂਗੀਰ ਬਾਦਸ਼ਾਹ ਨੇ ਪੱਲਾ ਝਾੜ ਲਿਆ ਹੈ। ਪਾਪ ਕਰੋਰਨ ਕੇ ਸਮ ਪਾਪ। ਮਹਾਰਾਜ ਮੈਨੂੰ ਪਤਾ ਹੈ ਜਿਹੜਾ ਪਾਪ ਚੰਦੂ ਨੇ ਕੀਤਾ ਹੈ ਇਹ ਕਰੋੜਾਂ ਪਾਪਾਂ ਤੋਂ ਵੀ ਵੱਡਾ ਪਾਪ ਹੈ। ਕਹਿਓ ਪੀਰ ਨੇ ਮੁਝ ਸੋ ਆਪ। ਇਹ ਗੱਲ ਮੈਨੂੰ ਆਪ ਸਾਈਂ ਮੀਆਂ ਮੀਰ ਜੀ ਨੇ ਆਖੀ ਹੈ। ਸਾਰੇ ਸੰਤ ਭਗਤ ਪੀਰਾਂ ਦੇ ਉੱਪਰੋਂ ਸ਼੍ਰੇਸ਼ਟ ਪੀਰ ਸਾਈਂ ਮੀਆਂ ਮੀਰ ਜੀ, ਉਹਨਾਂ ਆਪ ਮੈਨੂੰ ਆਖਿਆ ਵੀ ਚੰਦੂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਹੈ। ਉਹ ਪਾਪ ਐਡਾ ਵੱਡਾ ਵੀ ਸਾਰੇ ਸੰਸਾਰ ਦੇ ਪਾਪ ਇੱਕ ਪਾਸੇ ਹੋਣ ਤੇ ਇਕੱਲੇ ਚੰਦੂ ਦਾ ਪਾਪ ਇੱਕ ਪਾਸੇ ਹੈ। ਜਿਸ ਤੇ ਗੋਰ ਧੂਮ ਨਿਕਸਾਵੈ। ਕਹਿੰਦੇ ਚੰਦੂ ਨੇ ਉਹ ਪਾਪ ਕੀਤਾ ਹੈ ਵੀ ਚੰਦੂ ਦੇ ਮਰਨ ਤੋਂ ਬਾਅਦ ਜੇ ਕਬਰ ਵਿੱਚ ਵੀ ਕੋਈ ਪੈ ਜਾਵੇ ਨਾ ਐਡਾ ਪਾਪੀ, ਤੇ ਕਬਰ ਦੇ ਵਿੱਚੋਂ ਵੀ ਧੂੰਆਂ ਨਿਕਲਦਾ ਰਹੇਗਾ। ਐਡਾ ਵੱਡਾ ਭਾਵ ਕਿ ਉਹਦੀ ਕਬਰ ਵੀ ਧੁਖਦੀ ਰਹੇਗੀ ਮਰੇ ਹੋਏ ਦੀ, ਜਿੱਡਾ ਪਾਪ ਚੰਦੂ ਨੇ ਕੀਤਾ ਹੈ। ਇਸ ਬਿਨ ਕੋ ਅਸ ਪਾਪ ਕਮਾਵੈ। ਚੰਦੂ ਤੋਂ ਬਿਨ ਅੱਜ ਤੱਕ ਕਿਸੇ ਨੇ ਐਡਾ ਪਾਪ ਨਹੀਂ ਕਮਾਇਆ ਹੈ। ਮਮ ਮਨ ਮੈਂ ਹੋਏ ਤਾਸ ਕਨੇਰਾ। ਤੇ ਤਰਾਸ ਜਦੋਂ ਫਿਰ ਬਾਦਸ਼ਾਹ ਕਹਿੰਦਾ ਵੀ ਮੈਨੂੰ ਮੀਆਂ ਮੀਰ ਨੇ ਆਖਿਆ ਨਾ, ਤੇ ਮੇਰੇ ਮਨ ਵਿੱਚ ਇਹ ਗੁਰੂ ਹਰਗੋਬਿੰਦ ਸਾਹਿਬ ਦੀ ਬੜਾ ਹੀ ਡਰ ਪੈ ਗਿਆ। ਬਹੁਤ ਮੈਂ ਭੈ ਭੀਤ ਹੋ ਗਿਆ ਸਾਂ ਚੰਦੂ ਦੀ ਕਰਤੂਤ ਸੁਣ ਕਰਕੇ। ਸੁਣ ਅਸ ਪਾਪ ਮੂੜ ਇਸ ਕੇਰਾ। ਵੀ ਇਸ ਮੂਰਖ ਨੇ ਏਡਾ ਵੱਡਾ ਪਾਪ ਕੀਤਾ। ਤੋ ਇਹ ਹੁਣ ਹੈ ਤਾਂ ਬਾਦਸ਼ਾਹ ਵਿੱਚ ਹੀ ਸੀਗਾ, ਪਰ ਪੱਲਾ ਝਾੜਦਾ ਕਹਿੰਦਾ ਮਹਾਰਾਜ ਮੈਂ ਤਾਂ ਸਾਈਂ ਮੀਆਂ ਮੀਰ ਤੋਂ ਸੁਣ ਕੇ ਤੇ ਕੰਨੀ ਉਂਗਲਾਂ ਦੇ ਲਈਆਂ ਵੀ ਐਡਾ ਵੱਡਾ ਪਾਪੀ ਮੇਰੇ ਘਰ ਵਿੱਚ ਰਹਿੰਦਾ ਹੈ। ਤਬ ਚੰਦੂ ਬੋਲਿਓ ਮਮਚਾਰੀ। ਤੇ ਇਹਨੇ ਨੂੰ ਹੁਣ ਚੰਦੂ ਨੇ ਖੇਡ ਵਿਗੜਦੀ ਵੇਖੀ ਤੇ ਚੰਦੂ ਬੋਲਿਆ, ਕਹਿੰਦਾ ਹੇ ਬਾਦਸ਼ਾਹ ਸਲਾਮਤ, ਮੇਰੀ ਜਿਹੜੀ ਚੁਗਲੀ ਹੈ, ਮੇਰੀ ਬਾਬਤ ਜਿਹੜੇ ਕੰਨ ਭਰੇ ਤੁਹਾਡੇ, ਕਿਨ ਕੀਨਸ ਤੁਮ ਨਿਕਟ ਉਚਾਰੀ। ਮੈਨੂੰ ਜਰਾ ਦੱਸੋ ਵੀ ਮੇਰੀ ਬਾਬਤ ਕਿੰਨੇ ਤੁਹਾਡੇ ਕੰਨ ਭਰ ਦਿੱਤੇ ਆ, ਕਿੰਨੇ ਚੁਗਲੀ ਕੀਤੀ ਹੈ। ਕਹੋ ਆਪ ਕੇ ਮੈਂ ਲੈ ਗਇਓ। ਤੇ ਫਿਰ ਹੁਣ ਚੰਦੂ ਦੂਜੇ ਪਾਸੇ ਹੋ ਗਿਆ ਨਾ, ਵੀ ਜਿਵੇਂ ਉਹ ਕਈ ਵਾਰੀ ਦੋ ਚੋਰ ਫੜੇ ਜਾਣ ਤੇ ਫਿਰ ਇੱਕ ਦੂਜੇ ਨੂੰ ਨਹੀਂ ਡਹਿ ਪੈਂਦਾ ਵੀ ਇਹ ਵੀ ਵਿੱਚ ਹੀ ਹੈ ਕਿਹੜਾ ਬਾਹਰ ਹੈ। ਚੰਦੂ ਫਿਰ ਹੋਰੋਂ ਤੁਰ ਪਿਆ, ਕਹਿੰਦਾ ਬਾਦਸ਼ਾਹ ਮੈਂ ਕੀ ਤੁਹਾਡੇ ਕਹਿ ਦੇ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਘਰ ਲੈ ਕੇ ਗਿਆ? ਤੁਸੀਂ ਤਾਂ ਆਪ ਹੀ ਮੈਨੂੰ ਆਖਿਆ ਸੀ ਵੀ ਠੀਕ ਹੈ ਲੈ ਜਾ, ਤੁਹਾਨੂੰ ਪੁੱਛ ਕੇ ਹੀ ਮੈਂ ਗੁਰੂ ਅਰਜਨ ਸਾਹਿਬ ਨੂੰ ਘਰ ਲੱਗਿਆ ਸਾਂ। ਕਿਤ ਕੋ ਦਿਵਸ ਮਹਿ ਦੁਖ ਉਪਜਿਓ। ਤੇ ਉਹ ਫਿਰ ਘਰ ਗਏ ਤੇ ਮੈਂ ਤਾਂ ਕੁਝ ਨਹੀਂ ਕੀਤਾ। ਕੁਝ ਸਮੇਂ ਬਾਅਦ ਉਹਨਾਂ ਨੂੰ ਹੈਜੇ ਕਾਰਨ ਪੀੜ ਉੱਠ ਪਈ ਸੀ ਛਾਤੀ ਵਿੱਚ। ਜਿਸ ਤੇ ਤਿਆਗਿਓ ਇਤਿਹ ਠਾਂ ਤਨ ਕੋ। ਤੇ ਮੇਰੇ ਘਰ ਵਿੱਚ ਹੀ ਉਹਨਾਂ ਨੇ ਸਰੀਰ ਤਿਆਗ ਦਿੱਤਾ ਸੀ। ਨਹਿ ਪੁਨ ਲਿਓ ਦੰਡ ਧਨ ਗਨ ਕੋ। ਤੇ ਜੇ ਮੇਰੇ ਮਨ ਵਿੱਚ ਮੈਲ ਹੁੰਦੀ ਤੇ ਮੈਂ ਜਿਹੜਾ 2 ਲੱਖ ਤੁਸੀਂ ਡੰਨ ਲਾਇਆ ਸੀ ਨਾ ਬਾਦਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੂੰ 2 ਲੱਖ ਰੁਪਈਆ ਦੇਣਗੇ ਗੁਰੂ ਸਾਹਿਬ, ਤੇ ਮੈਂ ਵੇਖੋ ਡੰਨ ਵੀ ਨਹੀਂ ਲਿਆ ਗੁਰੂ ਅਰਜਨ ਦੇਵ ਸਾਹਿਬ ਤੋਂ। ਜੇ ਮੇਰੇ ਮਨ 'ਚ ਪਾਪ ਹੁੰਦਾ ਤੇ ਮੈਂ ਗੁਰੂ ਸਾਹਿਬ ਤੋਂ ਡੰਨ ਜ਼ਰੂਰ ਵਸੂਲ ਕਰ ਲੈਣਾ ਸੀ। ਸੁਨਤ ਸ਼ਾਹ ਨੇ ਗਿਰਾ ਉਚਾਰੀ। ਤੇ ਹੁਣ ਬਾਦਸ਼ਾਹ ਕੰਬਦਾ ਵੀ ਇਹ ਤਾਂ ਹੁਣ ਦੂਜੇ ਪਾਸੇ ਤੁਰ ਪਿਆ ਹੈ। ਤੋ ਬਾਦਸ਼ਾਹ ਜਹਾਂਗੀਰ ਹੁਣ ਗੁਰੂ ਹਰਗੋਬਿੰਦ ਸਾਹਿਬ ਬੈਠੇ ਹੋਏ ਸਾਹਮਣੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਦੇ ਆ। ਤੇ ਬਾਦਸ਼ਾਹ ਫਿਰ ਕਰੜਾ ਜਿਹਾ ਹੋ ਕੇ ਨਾ ਚੰਦੂ ਨੂੰ ਪੈ ਗਿਆ, ਕਹਿਣ ਲੱਗਿਆ ਹੈ ਰੱਖ ਹੈ ਚੋਰ ਕਰੀ ਤੈਂ ਚਾਰੀ। ਕਹਿੰਦੇ ਉਹ ਮੂਰਖ ਚੰਦੂਆ ਝੂਠ ਬੋਲਦਾ, ਤੂੰ ਪਹਿਲਾਂ ਨਹੀਂ ਕਿਹਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਾਰੇ? ਮੇਰੇ ਕੋਲ ਵੀ ਇਹ ਤਾਂ ਚੋਰ ਰੱਖਦੇ ਆ ਗੁਰੂ ਸਾਹਿਬ ਜੀ, ਇਹਨਾਂ ਘਰ ਵਿੱਚ ਲਟੇਰੇ ਪਾਲੇ ਹੋਏ ਹਨ। ਕਹਿ ਕੂਰੇ ਮਮ ਮਨ ਪਰਮਾਇਆ। ਤੇ ਤੂੰ ਮੇਰਾ ਮਨ ਪਰਮਾਇਆ। ਮੈਂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਤੋਂ ਕਿਉਂ ਇਹ 2 ਲੱਖ ਲੈਣਾ ਸੀ? ਤੂੰ ਮੈਨੂੰ ਆਖਿਆ ਵੀ ਇਹ ਘਰ ਵਿੱਚ ਚੋਰ ਰੱਖਦੇ ਆ, ਜਿਸ ਕਰਕੇ ਮੈਂ 2 ਲੱਖ ਦਾ ਡੰਨ ਲਾਇਆ ਸੀ। ਮੇਰੇ ਮੱਤ ਤੇ ਪੜਦਾ ਤੂੰ ਪਾਇਆ ਸੀ, ਮੈਂ ਤੇਰੇ ਤੇ ਭਰੋਸਾ ਕੀਤਾ
ਤੇ ਸਾਰਾ ਕੁਝ ਤੂੰ ਕੀਤਾ ਕਰਵਾਇਆ ਹੈ। ਤਿਨ ਸੋ ਅਧਿਕ ਬੈਰ ਉਪਜਾਇਆ। ਤੂੰ ਤਾਂ ਆਪਣੀ ਪੁੱਤਰੀ ਦੇ ਰਿਸ਼ਤੇ ਕਰਕੇ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਵੀ ਗੁਰੂ ਅਰਜਨ ਦੇਵ ਸਾਹਿਬ ਨਾਲ ਵੈਰ ਕਰਦਾ ਸੈਂ। ਅਰਫ ਕਾਮਲ ਸ਼ਕਤ ਵਿਸਾਲਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਾਂ ਆਰਫ ਤੇ ਕਾਮਲ ਸੀ, ਭਾਵ ਗਿਆਨਵਾਨ ਬ੍ਰਹਮ ਗਿਆਨੀ ਵੀ ਸਨ ਤੇ ਕਰਾਮਾਤੀ ਵੀ ਸਨ, ਬੜੀ ਭਾਰੀ ਸ਼ਕਤੀ ਵਾਲੇ। ਸੋ ਕਿਮ ਐਸੀ ਕਰਹਿ ਕੁਚਾਲਾ। ਤੇ ਮੂਰਖਾ ਤੂੰ ਉਹਨਾਂ ਬਾਬਤ ਚੁਗਲੀਆਂ ਕਰਦਾ ਸੈਂ। ਭਲਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਰਗੇ ਬ੍ਰਹਮ ਗਿਆਨੀ ਸਤਿਗੁਰੂ ਵੀ ਇਹੋ ਜਿਹਾ ਖੋਟਾ ਕੰਮ ਕਰ ਸਕਦੇ ਆ? ਕਿਤੇ ਉਹ ਵੀ ਕਿਤੇ ਘਰ ਵਿੱਚ ਚੋਰ ਰੱਖ ਸਕਦੇ ਸਨ। ਕੀ ਕੋ ਕਰਮ ਜਸ ਤਸ ਦੁਖ ਭਰੈ। ਤੇ ਹੁਣ ਪਾ ਜੋ ਕੀਤਾ ਤੂੰ ਚੰਦੂ, ਮੈਂ ਕੀ ਕਰਾਂ? ਜਿਹੋ ਜਿਹਾ ਕੁਕਰਮ ਤੂੰ ਕੀਤਾ ਹੈ, ਜਿਹੋ ਜਿਹਾ ਤੂੰ ਪਾਪ ਕੀਤਾ ਹੈ, ਉਹੋ ਜਿਹਾ ਹੁਣ ਤੈਨੂੰ ਦੁੱਖ ਮਿਲ ਜਾਵੇਗਾ। ਹੁਣ ਸਜ਼ਾ ਭੁਗਤ, ਮਹਾਰਾਜ ਤੇਰੇ ਨੱਕ ਵਿੱਚ ਨੱਥ ਪਾਉਣਗੇ। ਹਮ ਹੈ ਲਿਪਾਏ ਮਾਨ ਕਿਮ ਕਰੈ। ਤੇ ਹੁਣ ਤੂੰ ਆਪ ਤਾਂ ਪਾਪੀ ਏ ਤੇ ਸਾਨੂੰ ਕਿਉਂ ਖਿੱਚਦਾ ਹੈ ਪਾਪੀ ਚੰਦੂਆ ਵਿੱਚ? ਸਾਨੂੰ ਆਪਦੇ ਪਾਪ ਵਿੱਚ ਤੂੰ ਸ਼ਾਮਲ ਨਾ ਕਰ। ਬਹੁਰ ਕੁਟਿਲ ਇਮ ਬਾਤ ਬਨਾਈ। ਤੇ ਹੁਣ ਚੰਦੂ ਚੁਸਤ ਹੈ। ਜਦੋਂ ਬਾਦਸ਼ਾਹ ਗਰਮ ਹੋਇਆ ਤੇ ਚੰਦੂ ਨੇ ਫਿਰ ਇਸ ਤਰ੍ਹਾਂ ਗੱਲ ਜੀ ਬਣਾ ਲਈ ਹੈ। ਕਹਿਤ ਦੇਸ ਮਹਿ ਨਰ ਸਮੁਦਾਈ। ਇਹ ਪਾਪੀ ਕਹਿੰਦਾ ਬਾਦਸ਼ਾਹ ਮੈਂ ਕੀ ਕਰਦਾ? ਮੈਂ ਜਿਹੜਾ ਕੁਝ ਵੀ ਤੁਹਾਨੂੰ ਆਖਿਆ ਨਾ ਵੀ ਮਹਾਰਾਜ ਘਰ ਵਿੱਚ ਚੋਰ ਰੱਖਦੇ ਆ, ਲੁਟੇਰੇ ਰੱਖਦੇ ਆ, ਮੈਂ ਕਿਹੜਾ ਜਾ ਕੇ ਵੇਖੇ? ਮਾਝੇ ਦੇ ਸਾਰੇ ਲੋਕ ਇਹ ਗੱਲ ਕਹਿੰਦੇ ਸੀ। ਮੈਨੂੰ ਤਾਂ ਮਾਝੇ ਦੇ ਤੁਹਾਡੇ ਜਿਹੜੇ ਕੋਈ ਉੱਥੇ ਸੂਈਏ ਛੱਡੇ ਹੋਏ ਆ ਉਹਨਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਸਨ। ਤਿਨ ਤੇ ਸੁਨ ਮੈਂ ਤੁਮਹਿ ਸੁਨਾਈ। ਤੇ ਇਹ ਐਵੇਂ ਹੀ ਇਹਨੇ ਬਣਾ ਕੇ ਕਹਿ ਦਿੱਤਾ ਵੀ ਮੈਂ ਤਾਂ ਉਹ ਸੂਈਆਂ ਤੋਂ ਸੁਣ ਕੇ ਬਾਦਸ਼ਾਹ ਤੇ ਤੁਹਾਨੂੰ ਦੱਸ ਦਿੱਤਾ ਵੀ ਆਹ ਖਬਰਾਂ ਆ ਰਹੀਆਂ ਅੰਮ੍ਰਿਤਸਰ ਸਾਹਿਬ ਆ ਕੁਝ ਹੋ ਰਿਹਾ ਹੈ। ਲੈ ਆ ਇਸ ਕੋ ਲੀਏ ਬੁਲਾਈ। ਤੇ ਫਿਰ ਜਦੋਂ ਤੁਹਾਡੀ ਆਗਿਆ ਹੀ ਲਈ ਸੀ ਮੈਂ ਤੁਹਾਨੂੰ ਦੱਸਿਆ ਤੇ ਤੁਸੀਂ ਆਖਿਆ ਗੁਰੂ ਅਰਜਨ ਦੇਵ ਨੂੰ ਲਾਹੌਰ ਸੱਦੋ। ਤੇ ਬਾਦਸ਼ਾਹ ਹੁਣ ਤੁਸੀਂ ਵੀ ਨਾ ਮੁਕਰੋ ਵੀ ਤੁਸੀਂ ਸਾਹਮਣੇ ਤੁਹਾਡਾ ਹੁਕਮ ਲੈ ਕੇ ਹੀ ਮੈਂ ਗੁਰੂ ਅਰਜਨ ਦੇਵ ਸਾਹਿਬ ਨੂੰ ਲਾਹੌਰ ਬੁਲਾਇਆ ਸੀ। ਸੁਣਤ ਸ਼ਾਹੋ ਕੋ ਪਿਓ ਕਹਿ ਬਾਨੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਮਣੇ ਤਮਾਸ਼ਾ ਵੇਖਦੇ ਨਾ ਦੋਹਾਂ ਦਾ। ਤੇ ਫਿਰ ਬਾਦਸ਼ਾਹ ਫਿਰ ਇੱਕੋ ਵਾਰੀ ਟੁੱਟ ਕੇ ਇਸ ਚੰਦੂ ਪਾਪੀ ਨੂੰ ਪੈਂਦਾ ਹੈ। ਰੇ ਮਤ ਮੰਦ ਨ ਸਕਹਿ ਪਛਾਨੀ। ਕਹਿੰਦੇ ਉਹ ਭੈੜੀ ਮਤ ਵਾਲਿਆ, ਮੈਂ ਤਾਂ ਤੈਨੂੰ ਪਛਾਣ ਨਹੀਂ ਸਕਿਆ ਅੱਜ ਤੱਕ ਤੇਰੀਆਂ ਚਾਲਾਂ ਨੂੰ। ਸਰਬ ਜਗਤ ਦਰਸ਼ਨ ਕੋ ਜਾਵੈ। ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਾਬ ਤੂੰ ਆਹ ਕੁਛ ਕਹਿਣਾ ਸੈਂ, ਉਹ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਦਰਸ਼ਨਾਂ ਨੂੰ ਸਾਰਾ ਸੰਸਾਰ ਇੱਛਾ ਧਾਰਦਾ ਹੈ। ਤਰਹਿ ਉਪਾਏ ਨਸੀਸ ਨਿਵਾਵੈ। ਲੱਖਾਂ ਅਰਬਾਂ ਰੁਪਈਏ ਦੀ ਸੰਪਤੀ ਲਿਆ ਕੇ ਸਤਿਗੁਰਾਂ ਦੇ ਚਰਨੀ ਰੱਖਦਾ ਹੈ ਸੰਸਾਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ। ਤੇ ਸੀਸ ਨਿਵਾ ਕੇ ਅਰਦਾਸਾਂ ਕਰਦੇ ਐ। ਸੰਸਾਰ ਇਹਨਾਂ ਤੋਂ ਮੂੰਹ ਮੰਗੀਆਂ ਮਰਾਦਾਂ ਪਾਉਂਦੇ ਐ। ਰੂਪ ਅਸੰਭਵ ਦੋਸ ਵਿਸਾਲਾ। ਤੇ ਤੂੰ ਗੁਰੂ ਅਰਜਨ ਦੇਵ ਸਾਹਿਬ ਦੇ ਉੱਪਰ ਉਹ ਆਰੋਪ ਲਾਏ ਜਿਹੜੇ ਅਸੰਭਵ ਸਨ, ਜਿਹੜੇ ਨਹੀਂ ਹੋ ਸਕਦੇ, ਤੇ ਬੜੀ ਵੱਡੀ ਦੂਸ਼ਣਬਾਜ਼ੀ ਤੂੰ ਕੱਢਦਾ ਰਿਹਾ ਹੈ। ਸਤਿਗੁਰ ਕੇ ਸੰਗ ਕੀਨ ਕੁਚਾਲਾ। ਤੂੰ ਚੰਗਾ ਨਹੀਂ ਕੀਤਾ ਪਾਪੀ ਚੰਦੂ, ਤੂੰ ਚੰਗਾ ਨਹੀਂ ਕੀਤਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ, ਤਸੀਹੇ ਦਿੱਤੇ ਹਨ। ਅਬਲਾ ਛਲ ਕੀ ਰੁਚ ਚਤੁਰਾਈ। ਤੂੰ ਹੁਣ ਤੱਕ ਬੜੀ ਚਤੁਰਾਈ ਦੇ ਨਾਲ ਧੋਖੇ ਕਰਦਾ ਰਿਹਾ ਹੈ। ਡਰਤ ਨਹੀਂ ਦਵੈ ਲੋਕ ਸਜਾਈ। ਉਹ ਪਾਪੀ ਚੰਦੂਆ ਤੂੰ ਹੁਣ ਵੀ ਨਹੀਂ ਹਟਦਾ, ਹੁਣ ਵੀ ਸਾਡੇ ਸਾਹਮਣੇ ਪ੍ਰਤੱਖ ਝੂਠ ਬੋਲ ਰਿਹਾ ਹੈ। ਸਾਨੂੰ ਵਿੱਚ ਧੂ ਕੇ ਲਿਆਉਣਾ ਆਪਦੇ ਪਾਪ ਦੇ। ਕੀ ਤੈਨੂੰ ਮੂਰਖਾ ਦੋ ਲੋਕਾਂ ਦੀ ਸਜ਼ਾ ਦਾ ਡਰ ਨਹੀਂ? ਤੈਨੂੰ ਲੋਕ ਪਰਲੋਕ ਦੀ ਸਜ਼ਾ ਦਾ ਕੋਈ ਡਰ ਨਹੀਂ? ਤੈਨੂੰ ਆਪਦੇ ਰਾਮ ਜਾਂ ਅੱਲਾ ਦੀ ਦਰਗਾਹ ਵਿੱਚ ਹੋਣ ਵਾਲੇ ਇਨਸਾਫ ਦਾ ਕੋਈ ਡਰ ਨਹੀਂ ਹੈ? ਮਮ ਪ੍ਰਾਨਨ ਕੇ ਗੁਰ ਰਖਵਾਰੇ। ਮੈਂ ਇਹਨਾਂ ਦਾ ਵੈਰੀ ਕਿਉਂ ਬਣਾਂਗਾ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਾਂ ਮੇਰੇ ਪ੍ਰਾਣਾਂ ਦੇ ਦਾਤੇ ਰਖਵਾਲੇ ਹਨ। ਪ੍ਰੰਤ ਬਿਗਣ ਗਣ ਸਗਲ ਨਿਵਾਰੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਜਿਨ੍ਹਾਂ ਨੇ ਪਿਛਲੇ ਪੈਣ ਵਾਲੇ ਸਾਰੇ ਵਿਘਨ ਮੇਰੇ ਨਾਸ਼ ਕੀਤੇ ਐ। ਤੋ ਸਾੜ ਸਤੀ ਤਵਾਦ ਸ਼ੇਰਾਂ ਤੋਂ ਬਚਾਉਣਾ, ਵੇਖ ਮੇਰੇ ਤੇ ਕਿੱਡੀ ਦਇਆ ਕੀਤੀ ਸੱਚੇ ਪਾਤਸ਼ਾਹ ਜੀ ਨੇ। ਤਿਨ ਕੇ ਸਾਥ ਬੈਰ ਤੈ ਬੰਧਾ। ਤੇ ਤੂੰ ਤਾਂ ਪਾਪੀਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਵੀ ਟਾਲਾ ਨਹੀਂ ਕਰਦਾ ਸੀ, ਇਹਨਾਂ ਨਾਲ ਵੀ ਵੈਰ ਕਰਦਾ ਜਿਨ੍ਹਾਂ ਨੇ ਮੇਰੀ ਰੱਖਿਆ ਕੀਤੀ। ਤੂੰ ਆਖਿਆ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਜੰਗ ਕਰਨਾ ਚਾਹੁੰਦੇ ਤੇਰੇ ਨਾਲ ਬਾਦਸ਼ਾਹ, ਉਹ ਫੌਜਾਂ ਰੱਖਦੇ ਆ, ਤਖਤ ਤੇ ਖੜ ਕੇ ਕਹਿੰਦੇ ਆ ਗੁਰੂ ਹਰਗੋਬਿੰਦ ਸਾਹਿਬ ਕਿ ਅਸੀਂ ਬਾਦਸ਼ਾਹ ਜਹਾਂਗੀਰ ਦਾ ਸਿਰ ਵੱਢਣਾ। ਤੂੰ ਸਾਨੂੰ ਨਹੀਂ ਇਹੋ ਜਿਹੀਆਂ ਗੱਲਾਂ ਆਣ ਕੇ ਕਰਦਾ ਰਿਹਾ। ਤੂੰ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਵੈਰੀ ਬਣਿਆ ਹੋਇਆ।
ਪਹਿਲਾਂ ਤੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਹੈ। ਪ੍ਰਾਨ ਹਾਨ ਲਾਉ ਦੀਨ ਸਬਾਧਾ। ਤੂੰ ਤਾਂ ਗੁਰੂ ਸਾਹਿਬ ਨੂੰ ਜਿੰਨਾ ਚਿਰ ਸ਼ਹੀਦ ਨਹੀਂ ਕਰ ਦਿੱਤਾ ਉਹਨਾਂ ਸਮਾਂ ਦੁੱਖ ਦਿੱਤੇ ਆ। ਕਦੀ ਰੇਤਾ ਪਾਇਆ, ਸਾਨੂੰ ਸਾਈਂ ਮੀਆਂ ਮੀਰ ਦੱਸ ਕੇ ਗਿਆ, ਕਦੀ ਤੱਤੀ ਰੇਤ ਤੇ ਬਿਠਾਇਆ, ਤੱਤੀਆਂ ਤਵੀਆਂ ਤੇ ਦੇਗ 'ਚ ਉਬਾਲਦਾ ਰਿਹਾ। ਬੜਾ ਵੱਡਾ ਤੂੰ ਧਰੋਹ ਕੀਤਾ ਹੈ, ਬਹੁਤ ਵੱਡਾ ਪਾਪ ਕੀਤਾ ਹੈ। ਜਿੰਨਾ ਚਿਰ ਮਹਾਰਾਜ ਸਰੀਰ ਨਹੀਂ ਤਿਆਗ ਗਏ ਉਹਨਾਂ ਸਮਾਂ ਤੂੰ ਸਤਿਗੁਰਾਂ ਨੂੰ ਬੜੀ ਪੀੜਾ ਦਿੱਤੀ ਹੈ। ਇਮ ਕਹਿ ਸਤਿਗੁਰ ਸੋਂਪ ਨ ਕਹਿਓ। ਤੇ ਇਸ ਤਰ੍ਹਾਂ ਕਹਿੰਦੇ ਕਹਿੰਦੇ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਸ ਤਰ੍ਹਾਂ ਹੱਥ ਜੋੜ ਬੇਨਤੀ ਕਰ ਦਿੱਤੀ ਹੈ। ਇਹੋ ਅਪਰਾਧੀ ਨਿਰਣੈ ਲਹਿਓ। ਬਾਦਸ਼ਾਹ ਨੂੰ ਇਹ ਆ ਵੀ ਹੁਣ ਇਹਦੋਂ ਗਾਂਹ ਨਾ ਕੁਝ ਵੱਧ ਪਵੇ। ਵੀ ਬਾਦਸ਼ਾਹ ਤੂੰ ਖੁਸਰੋ ਦੇ ਚੱਕਰ ਵਿੱਚ ਵੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੱਦਿਆ ਸੀਗਾ ਆਪਦੇ ਪੁੱਤਰ ਦੀ ਬਗਾਵਤ ਕਰਕੇ। ਤੋ ਉਹ ਸਾਰਾ, ਕਿਉਂਕਿ ਇਹ ਬਾਦਸ਼ਾਹ ਜਹਾਂਗੀਰ ਦਾ ਪੂਰਾ ਹੀ ਹੱਥ ਸੀ ਖਾਲਸਾ ਜੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਵਿੱਚ। ਤੇ ਬਾਦਸ਼ਾਹ ਨੂੰ ਇਹ ਆ ਵੀ ਹੁਣ ਚੰਦੂ ਭੌਂਕਣ ਲੱਗ ਪਿਆ ਤੇ ਬੱਕੜਵਾਦ ਕਰੇਗਾ ਇੱਥੇ, ਤੇ ਮਹਾਰਾਜ ਮੈਨੂੰ ਦੋਸ਼ੀ ਗਿਣਨਗੇ ਤੇ ਇਹਨਾਂ ਤੋਂ ਬਚਣਾ ਤਾਂ ਬਹੁਤ ਔਖਾ ਹੈ। ਤੇ ਜਦੋਂ ਹੀ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਬਕਵਾਸ ਮਾਰਦਾ ਚੰਦੂ, ਤੇ ਮੇਰੇ ਵੱਲੋਂ ਮਹਾਰਾਜ ਇਹ ਬੇਨਤਾ ਆ ਵੀ ਤੁਸੀਂ ਇਹਨੂੰ ਜੋ ਮਰਜ਼ੀ ਕਰੋ। ਆ ਸਾਹਮਣੇ ਤੁਹਾਡਾ ਅਪਰਾਧੀ ਖੜਾ ਹੈ, ਜਿਵੇਂ ਹੁੰਦਾ ਸਰਦਾ ਕਰ ਸਕਦੇ ਹੋ। ਕਰਹੁ ਸੰਭਾਰਨ ਬਦਲਾ ਲੀਜੈ। ਆਪਦਾ ਲੈ ਲਓ ਬਦਲਾ। ਜੇ ਦੋਸ਼ੀ ਹੈ ਤੁਹਾਡਾ ਮਹਾਰਾਜ ਤੇ ਆ ਸਾਹਮਣੇ ਚੰਦੂ ਖੜਾ ਹੈ, ਤੇ ਆਪਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਦੇ ਉੱਪਰ ਹੋਏ ਤਸ਼ੱਦਦ ਦਾ ਬਦਲਾ ਲੈ ਲਵੋ ਜੀ। ਕਰਿਓ ਕੁਕਰਮ ਤਥਾ ਫਲ ਦੀਜੈ। ਜਿਹੋ ਜਿਹਾ ਕੰਮ ਚੰਦੂ ਪਾਪੀ ਨੇ ਕੀਤਾ ਹੈ ਪਾਤਸ਼ਾਹ ਜੀ, ਇਹਦੇ ਨਾਲ ਉਹੋ ਜਿਹਾ ਹੋਣਾ ਚਾਹੀਦਾ ਹੈ। ਮਿਹਰਬਾਨਗੀ ਮੋਹ ਪਰ ਧਰੀਐ। ਤੇ ਮਹਾਰਾਜ ਮੇਰੇ ਤੇ ਮਿਹਰ ਕਰੋ ਸੱਚੇ ਪਾਤਸ਼ਾਹ। ਚੰਦੂ ਝੂਠ ਬੋਲਦਾ ਹੈ, ਮੇਰਾ ਕੋਈ ਦੋਸ਼ ਨਹੀਂ ਹੈ। ਪੁਨਹ ਪ੍ਰਲੋਕ ਨਾ ਬੂਝਣ ਕਰੀਐ। ਤੇ ਮਹਾਰਾਜ ਮੇਰੀ ਬੇਨਤੀ ਹੈ ਵੀ ਇੱਥੇ ਨਿਬੇੜ ਲਓ ਜਿਹੜਾ ਕੁਝ ਆ। ਚੰਦੂ ਦੇ ਮਾਰੋ ਛੱਡੋ, ਤੁਹਾਡੀ ਇੱਛਾ। ਮਹਾਰਾਜ ਪਰਲੋਕ ਵਿੱਚ ਨਾ ਮਹਾਰਾਜ ਮੇਰੀ ਖਿੱਚ ਤੂੰ ਕਰਨਾ। ਤੋ ਜਹਾਂਗੀਰ ਜਾਣਦਾ ਵੀ ਇਹ ਪਰਲੋਕ ਦੇ ਦਾਤੇ ਆ, ਕਿਉਂਕਿ ਇੱਕ ਸੱਚੇ ਪਾਤਸ਼ਾਹ ਵਾਲਾ ਘਾਈ ਵਾਲਾ ਪ੍ਰਸੰਗ ਵੀ ਸੁਣਿਆ ਇਹਨੇ, ਵੇਖਿਆ ਸੀ ਅੱਖੀਂ। ਇੱਕ ਉਹ ਮਾਈ ਵਾਲਾ ਵੀ ਵੇਖਿਆ ਸੀ ਜਿਹਨੂੰ ਮਹਾਰਾਜ ਨੇ ਦਰਸ਼ਨ ਬਖਸ਼ੇ ਆ। ਤੇ ਰਹਿੰਦੀ ਕਸਰ ਜਦੋਂ ਇਹ ਸਾੜ ਸਤੀ ਦੇ ਬਹਾਨੇ ਨਾਲ ਸ਼ੇਰ ਆਦਿਕ ਆਉਂਦੇ ਰਹੇ ਆ, ਉਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਹਨੇ ਕੌਤਕ ਵੇਖਿਆ। ਫਿਰ ਸਾਈਂ ਮੀਆਂ ਮੀਰ ਦੇ ਮੂੰਹ ਸੁਣ ਲਿਆ ਸੀ ਇਹਨੇ। ਤੇ ਜਾਣਦਾ ਬਾਦਸ਼ਾਹ ਵੀ ਇਹਨਾਂ ਦੀ ਲੋਕ ਪਰਲੋਕ ਵਿੱਚ ਇਹੀ ਕਚਹਿਰੀ ਲਾਉਣ ਵਾਲੇ, ਇੱਥੇ ਵੀ ਤੇ ਉੱਥੇ ਵੀ। ਇਸ ਲਈ ਤਰਲੇ ਕਰਦਾ ਕਿ ਮਹਾਰਾਜ ਇੱਥੇ ਨਿਬੇੜ ਲਓ, ਮੇਰਾ ਕੋਈ ਦੋਸ਼ ਨਹੀਂ। ਮਹਾਰਾਜ ਮੈਨੂੰ ਬਖਸ਼ ਦਿਓ ਤੇ ਇੱਥੇ ਮੇਰੇ ਤੇ ਖੁਸ਼ੀ ਧਾਰੋ ਸੱਚੇ ਪਾਤਸ਼ਾਹ, ਮੇਰਾ ਕੋਈ ਦੋਸ਼ ਨਹੀਂ। ਪਰਲੋਕ ਵਿੱਚ ਮਹਾਰਾਜ ਮੇਰੀ ਕੋਈ ਖਿੱਚ ਧੂ ਨਾ ਕਰਿਆ ਜੇ। ਸੁਣ ਸ਼੍ਰੀ ਹਰਗੋਬਿੰਦ ਵਿਚਾਰੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੋਚ ਸੁਣ ਕੇ ਨਾ ਬਾਦਸ਼ਾਹ ਤੋਂ ਤੇ ਮਨ ਵਿੱਚ ਵਿਚਾਰ ਜੀ ਕਰਕੇ ਬੋਲਿਆ। ਵਿਧਿਆ ਜੇਠਾ ਨਿਕਟ ਹਕਾਰੇ। ਮਹਾਰਾਜ ਨੇ ਆਖਿਆ ਬਾਬਾ ਬਿਧੀ ਚੰਦ ਭਾਈ ਜੇਠਾ ਜੀ ਜਰਾ ਲਾਗੇ ਆਓ। ਤੋ ਸਾਹਮਣੇ ਬੈਠੇ ਖੜੇ ਸਨ ਭਾਈ ਜੇਠਾ ਬਾਬਾ ਬਿਧੀ ਚੰਦ ਵਰਗੇ ਸੂਰਮੇ। ਇਹਨਾਂ ਨੂੰ ਮਹਾਰਾਜ ਨੇ ਪਾਸ ਸੱਦ ਲਿਆ ਹੈ। ਕਹਿਓ ਗਹੋ ਅਬ ਦ੍ਰਿੜ ਗੁਰ ਦਰੋਹੀ। ਤੇ ਮਹਾਰਾਜ ਹੱਸ ਕੇ ਕਹਿੰਦੇ ਆ ਗਿਆ ਚੰਦੂ ਕਾਬੂ। ਤੇ ਬਾਦਸ਼ਾਹ ਨੇ ਕਹਿ ਦਿੱਤਾ ਤੇ ਇਹਨੂੰ ਚੰਗਾ ਨਰੂੜ ਕੇ ਕੱਸ ਕੇ ਬੰਨ ਲਓ, ਲੈ ਚਲੀਏ ਮਸ਼ਕਾਂ ਬੰਨ ਕੇ ਲਾਹੌਰ ਨੂੰ। ਆਪਣੋ ਬੈਰ ਲੇਹੋ ਇਹੋ ਧਰੋਹੀ। ਤੁਸੀਂ ਬੜੇ ਚਿਰ ਦੇ ਦੰਦ ਕਿਰਚਦੇ ਸੀ, ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਸਾਹਮਣੇ ਵੇਖੀ ਹੈ ਨਾ, ਚੰਦੂ ਕਿਵੇਂ ਕਰਦਾ ਸੀ ਤੁਹਾਡੇ ਨਾਲ। ਤੇ ਬਾਬਾ ਬਿਧੀ ਚੰਦ ਭਾਈ ਜੇਠਾ ਜੀ ਆ ਗਿਆ ਕਾਬੂ। ਇਹ ਕੁੱਤੇ ਨੂੰ ਪਕੜੋ ਤੇ ਬੰਨੋ ਇਹਦੀਆਂ ਮਸ਼ਕਾਂ, ਤੇ ਮਨ ਭਾਉਂਦਾ ਕਰ ਲਓ ਜਿਵੇਂ ਇਹਨੇ ਕੀਤਾ ਹੈ, ਕਰਨੀ ਦਾ ਫਲ ਭੁਗਤਾ ਦਿਓ। ਸੁਣਤ ਸ਼ੀਘ੍ਰ ਹੀ ਗਹਿ ਦਵੈ ਬਾਹੂ। ਇੱਧਰ ਬਾਬਾ ਬਿਧੀ ਚੰਦ ਵਰਗੇ ਤੇ ਭਾਈ ਜੇਠਾ ਵਰਗੇ ਤਾਂ ਬੜੇ ਸਮੇਂ ਦੇ ਮੁੱਛਾਂ ਨੂੰ ਤਾ ਦਿੰਦੇ ਸੀ ਵੀ ਚੰਦੂ ਕਾਬੂ ਆਵੇ। ਜਦੇ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੋਇਆ ਤੇ ਭਾਈ ਜੇਠਾ ਜੀ ਭਾਈ ਬਿਧੀ ਚੰਦ ਜੀ ਤਗੜੇ ਸਨ, ਮਾਰ ਕੇ ਲੱਤ ਤੇ ਚੰਦੂ ਸਿੱਟ ਲਿਆ ਉੱਥੇ ਸਭਾ ਦੇ ਵਿੱਚ ਹੀ। ਤੇ ਬਾਹਾਂ ਮਰੋੜ ਕੇ ਜਦੇ ਹੀ ਇਹਨਾਂ ਦੋ ਸੂਰਮਿਆਂ ਨੇ ਵਹਿਰ ਦੁਰਗ ਤੇ ਆਨਿਓ ਤਾਹੂ। ਧੂ ਕੇ ਨਾ ਉਹ ਕਚਹਿਰੀ ਦੇ ਵਿੱਚੋਂ ਚੰਦੂ ਨੂੰ ਖਿੱਚ ਕੇ ਤੇ ਕਿਲੇ ਤੋਂ ਬਾਹਰ ਕੱਢ ਲਿਆ ਹੈ। ਖਰੋ ਕਰਿਓ ਸਿਰ ਪਾਗ ਉਤਾਰੀ। ਤੇ ਇਹ ਧੂੰਦੇ ਚੰਦੂ ਨੂੰ ਖਿੱਚ ਕੇ ਬਾਹਾਂ ਤੋਂ ਤੇ ਬਾਹਰ ਕੱਢ ਕੇ ਡਿਉੜੀ ਚ ਲਿਆ ਕੇ ਖੜਾ ਕਰਕੇ ਤੇ ਭਾਈ ਬਿਧੀ ਚੰਦ ਜੀ ਨੇ ਇਹਦੀ ਪੱਗ ਲਾ ਲਈ ਹੈ। ਗਾਢੀ ਮੁਸਕਾਂ ਦੇ ਤਿਸ ਬਾਰੀ। ਉਸੇ ਪੱਗ ਦੇ ਨਾਲ ਪਿੱਛੇ ਹੱਥ ਕਰ ਲਏ ਤੇ ਹੱਥ ਪੈਰ ਐਨ ਚੰਗੀ ਤਰ੍ਹਾਂ ਨੂੜ ਕੇ ਤੇ ਮਸ਼ਕਾਂ ਬੰਨ੍ਹ ਦਿੱਤੀਆਂ ਨੇ। ਕੂਰਕ ਪੱਤਾ ਸਦ੍ਰਿਸ਼ ਕੁੱਤਾ। ਤੇ ਭਾਈ ਬਿਧੀ ਚੰਦ ਕਹਿੰਦੇ ਆ ਇਹ ਝੂਠਾ ਹੈ ਤੇ ਕੁੱਤਾ ਹੈ ਇੱਕ ਰਾੜ।
ਤੇ ਨਾਲ ਕਹਿੰਦੇ ਆ ਇਹਦੀ ਹਾਲਤ ਵੀ ਹੁਣ ਕੁੱਤਿਆਂ ਵਾਲੀ ਹੋਣੀ ਚਾਹੀਦੀ ਹੈ। ਕਾੜ ਚਰਨ ਤੇ ਮਾਰਿਓ ਜੁੱਤਾ। ਇਹਨਾਂ ਕਹਿ ਕੇ ਤੇ ਬਾਬਾ ਬਿਧੀ ਚੰਦ ਜੀ ਨੇ ਜੁੱਤੀ ਲਾ ਕੇ ਤੇ ਵਗਾ ਕੇ ਚੰਦੂ ਦੇ ਸਿਰ ਵਿੱਚ ਮਾਰੀ ਹੈ। ਜੇ ਉਮਰਾਵ ਸਹਾਇਕ ਤੇ ਹੋਤੇ। ਜਿਹੜੇ ਚੰਦੂ ਦੇ ਹਾਮੀ ਭਰਨ ਵਾਲੇ ਸੀ ਨਾ, ਜਿੰਨੇ ਕੋ ਉਮਰਾਵ ਜਿਹੜੇ ਚੰਦੂ ਨੇ ਖਰੀਦੇ ਹੋਏ ਸਨਗੇ, ਚੱਲਿਓ ਨਾ ਬਸ ਚਿੰਤਾ ਚਿਤ ਜੁੱਤੇ। ਕੋਈ ਨਹੀਂ ਬੋਲਿਆ ਉਹਨਾਂ ਦੇ ਵਿੱਚੋਂ, ਤੇ ਚੁੱਪ ਕਰਕੇ ਸਾਰੀ ਚਿੰਤਾ ਵਿੱਚ ਬਹਿ ਗਏ ਵੀ ਕਿਤੇ ਸਾਡੀ ਨਾ ਵਾਰੀ ਆ ਜਾਵੇ। ਕਹੈ ਕਿਤਕ ਇਹੋ ਸ਼ਾਹੋ ਦੀਵਾਨ। ਉਹਨਾਂ ਚੋਂ ਕਈ ਕਹਿੰਦੇ ਆ ਵੀ ਹੱਦ ਹੋ ਗਈ, ਇਹ ਤਾਂ ਏਡਾ ਵੱਡੇ ਅਹੁਦੇਦਾਰ ਸੀ, ਬਾਦਸ਼ਾਹ ਜਹਾਂਗੀਰ ਤੋਂ ਬਾਅਦ ਦਾ ਅਹੁਦਾ ਰੱਖਣ ਵਾਲਾ ਚੰਦੂ, ਜਿਹੜਾ ਮਹਾਨ ਬਾਦਸ਼ਾਹ ਦਾ ਦੀਵਾਨ ਕਹਾਉਂਦਾ ਸੀ। ਕਿਮ ਜਟਨ ਗਹਿਲੀਨੋ ਪਾਨ। ਤੇ ਇਹਨਾਂ ਜੱਟਾਂ ਨੇ ਕਿਵੇਂ ਇਹਦੇ ਹੱਥ ਪੈਰ ਨੂੜ ਕੇ ਤੈਨੂੰ ਪੱਗ ਦੇ ਨਾਲ ਬੰਨ੍ਹ ਕੇ ਤੇ ਸਿਰ 'ਚ ਜੁੱਤੀਆਂ ਮਾਰ ਰਹੇ ਹਨ। ਭਈ ਸ਼ਾਹੋ ਕੀ ਖਫਗੀ ਕੈਸੇ। ਚੰਦੂ ਨਾਲ ਕੀ ਬਣਿਆ ਹੋਵੇ ਭਾਈ, ਇੱਕ ਦੂਜੇ ਨੂੰ ਹੁੱਜਾ ਮਾਰ-ਮਾਰ ਪੁੱਛਦੇ ਆ ਵੀ ਚੰਦੂ ਨਾਲ ਇਹੋ ਜਿਹੀ ਕੀ ਵਾਪਰੀ, ਅੱਜ ਚੰਗਾ ਭਲਾ ਸੀ, ਸਵੇਰੇ ਸਾਰਾ ਕੁਝ ਠੀਕ ਠਾਕ ਸੀ, ਇਹੋ ਜਿਹੀ ਕਿਹੜੀ ਬਾਦਸ਼ਾਹ ਦੇ ਨਾਲ ਇਹਦੀ ਨਾਰਾਜ਼ਗੀ ਜਾਂ ਕੋਈ ਗੱਲ ਬਣ ਗਈ ਹੈ ਵੀ ਇਹਨੂੰ ਆ ਜਿਹੜੇ ਜੱਟ ਬੂਟ ਜੇ ਆ ਕੇ ਪੰਜਾਬ ਚੋਂ ਤੇ ਇਹਦੀਆਂ ਮਸ਼ਕਾਂ ਬੰਨੀ ਫਿਰਦੇ ਹਨ। ਜਿਸ ਤੇ ਕਰੀ ਦਸ਼ਾ ਇਸ ਐਸੇ। ਇਹੋ ਜਿਹਾ ਕੀ ਕਸੂਰ ਕਰ ਦਿੱਤਾ ਇਸ ਚੰਦੂ ਨੇ ਵੀ ਇਹਦੀ ਆਹ ਹਾਲਤ ਹੈ, ਮਸ਼ਕਾਂ ਬੰਨ ਕੇ ਤੇ ਜੁੱਤੀਆਂ ਪੈ ਰਹੀਆਂ ਹਨ। ਕੋ ਆਛੋ ਮਾਨੈ ਕੋ ਬੁਰੋ। ਕੋਈ ਤਾਂ ਚੰਗਾ ਮੰਨਦਾ ਵੀ ਵਧੀਆ ਹੋਇਆ ਲਹੂ ਪੀਂਦਾ ਸੀ ਇਹ ਚੰਦੂ, ਤੇ ਕਈ ਜਿਨ੍ਹਾਂ ਨੂੰ ਵੱਢੀ ਦਿੰਦਾ ਸੀ ਉਹ ਬੜਾ ਦੁਖੀ ਹੋ ਰਿਹਾ ਵੀ ਸਾਡਾ ਕੰਮ ਖਰਾਬ ਹੋ ਗਿਆ, ਚੰਦੂ ਚਲਾ ਗਿਆ ਤੇ ਸਾਨੂੰ ਕਿੰਨੇ ਵੱਢੀ ਦੇਣੀ ਹੈ। ਨਰ ਸਮੁਦਾਇ ਆਣ ਕਰ ਜੁਰੋ। ਕੋਈ ਚੰਗੀ ਕਹਿੰਦਾ ਵੀ ਜੋ ਹੋਇਆ ਚੰਗਾ ਹੋਇਆ, ਕੋਈ ਕਹਿੰਦਾ ਮਾੜਾ ਹੋਇਆ। ਤੋ ਗੱਲਾਂ ਕਰਦਿਆਂ ਕਰਦਿਆਂ ਉਹ ਉੱਥੇ ਕਿਲੇ ਦੇ ਬਾਹਰ ਡਿਉੜੀ ਵਿੱਚ ਕਾਫੀ ਮਨੁੱਖ ਜੁੜ ਗਏ ਹਨ। ਸ਼ਾਹੋ ਸੰਗ ਸਤਿਗੁਰੂ ਬਖਾਨਾ। ਇਧਰ ਕਚਹਿਰੀ ਵਿੱਚ ਬੈਠੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਬਾਦਸ਼ਾਹ ਜਹਾਂਗੀਰ ਨੂੰ ਆਖ ਦਿੱਤਾ, ਅਬ ਹਮ ਡੇਰੇ ਕਰਹਿ ਵੀ ਪਿਆਨਾ। ਬਾਦਸ਼ਾਹ ਹੁਣ ਅਸੀਂ ਇੱਥੇ ਨਹੀਂ, ਅਸੀਂ ਮਜਨੂੰ ਟਿੱਲੇ ਜਾਣਾ ਚਾਹੁੰਦੇ ਹਾਂ। ਜੋ ਅਪਰਾਧੀ ਵੱਡੋ ਹਮਾਰਾ। ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਾ ਕਾਰਨ ਬਣਿਆ ਵੱਡਾ ਅਪਰਾਧੀ ਪਾਪੀ ਚੰਦੂ ਹੈ। ਦੇ ਕਰ ਆਪਣੋ ਦੋਸ਼ ਉਤਾਰਾ। ਵੀ ਹੈ ਤਾਂ ਤੂੰ ਵੀ ਬਰਾਬਰ ਦਾ ਹੀ ਦੋਸ਼ੀ, ਪਰ ਬਾਦਸ਼ਾਹ ਤੂੰ ਦੋਸ਼ ਆਪਦਾ ਲਾ ਲਿਆ ਵੀ ਜਿਹੜਾ ਇਹ ਚੰਦੂ ਪਾਪੀ ਨੂੰ ਸਾਡੇ ਹਵਾਲੇ ਕਰ ਦਿੱਤਾ ਬਿਨਾਂ ਕਿਸੇ ਲੜਾਈ ਝਗੜੇ ਤੋਂ। ਜਹਾਂਗੀਰ ਕਹਿ ਜਿਮ ਮਨ ਭਾਵੈ। ਤੇ ਜਹਾਂਗੀਰ ਕਹਿੰਦਾ ਸਤ ਬਚਨ ਮਹਾਰਾਜ, ਜਿਵੇਂ ਹੁਣ ਤੁਹਾਡੀ ਮਨ ਨੂੰ ਚੰਗਾ ਲੱਗਦਾ ਹੈ ਕਰੋ ਆਪ ਹਮ ਤਿਮ ਸੁਖ ਪਾਵੈ। ਤੇ ਮਹਾਰਾਜ ਉਵੇਂ ਕਰੋ, ਅਸੀਂ ਉਸੇ 'ਚ ਹੀ ਖੁਸ਼ ਹਾਂ, ਚੰਦੂ ਨਾਲ ਜਿਵੇਂ ਦਿਲ ਕਰਦਾ ਕਰ ਸਕਦੇ ਹੋ। ਖੁਸ਼ੀ ਦੀਨ ਉਠ ਬਾਹਰ ਆਏ। ਤੇ ਮਹਾਰਾਜ ਨੇ ਬਾਦਸ਼ਾਹ ਨੂੰ ਖੁਸ਼ੀ ਦਿੱਤੀ, ਸਤਿਗੁਰੂ ਪ੍ਰਸੰਨ ਹੋਏ ਬਾਦਸ਼ਾਹ ਤੇ, ਜੋ ਕੀਤਾ ਤੈਂ ਚੰਗਾ ਕੀਤਾ। ਉੱਠ ਕੇ ਮਹਾਰਾਜ ਇਸ ਕਚਹਿਰੀ ਚੋਂ ਬਾਹਰ ਆ ਗਏ ਹਨ। ਚੜੇ ਤੁਰੰਗ ਦੁਰਗ ਨਿਕਸਾਏ। ਮਹਾਰਾਜ ਚੜ ਕੇ ਘੋੜੇ ਤੇ ਸੱਚੇ ਪਾਤਸ਼ਾਹ ਜੀ ਤੇ ਕਿਲੇ ਚੋਂ ਨਿਕਲੇ ਹਨ। ਪਿਖ ਜੇਠੇ ਕੋ ਕਹਿਓ ਰਿਸਾਏ। ਤੇ ਬਾਹਰ ਆਏ ਜਿੱਥੇ ਭਾਈ ਜੇਠਾ ਜੀ ਵਰਗੇ, ਭਾਈ ਬਿਧੀ ਚੰਦ ਵਰਗੇ ਚੰਦੂ ਦੇ ਛਾਤੀ 'ਚ ਗੋਡਾ ਦਈ ਖੜੇ ਆ। ਇੱਥੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਚੀ ਆਵਾਜ਼ ਵਿੱਚ ਤੇ ਵੀਰ ਰਸ ਵਿੱਚ ਬੋਲੇ ਹਨ। ਵਿੱਚ ਬਾਜ਼ਾਰ ਕੇ ਇਸ ਕੋ ਲਿਆਏ। ਮਹਾਰਾਜ ਕਹਿੰਦੇ ਉਹ ਬਾਬਾ ਜੇਠਾ ਜੀ, ਇਹ ਪਾਪੀ ਚੰਦੂ ਨੂੰ ਧੂ ਕੇ ਤੇ ਜਰਾ ਖੁੱਲੇ ਬਾਜ਼ਾਰ 'ਚ ਲੈ ਕੇ ਆਓ। ਗੁਰ ਸਿੱਖਣ ਸੰਗ ਹੁਕਮ ਉਚਾਰੋ। ਤੇ ਸਾਰੇ ਦਿੱਲੀ ਦੀ ਸਿੱਖ ਸੰਗਤ ਨੂੰ ਸਾਡੇ ਵੱਲੋਂ ਇਹ ਹੁਕਮ ਸੁਣਾ ਦਿੱਤਾ ਜਾਵੇ ਪਨਹੀ ਪਾਂਚ ਪਾਂਚ ਇਸ ਮਾਰੋ। ਵੀ ਜਿਹੜਾ ਸਾਡਾ ਸਿੱਖ ਹੈ ਚੰਦੂ ਦੇ ਸਿਰ ਵਿੱਚ 5-5 ਜੁੱਤੀਆਂ ਮਾਰੇਗਾ, ਸਾਡੀ ਖੁਸ਼ੀ ਹੋਵੇਗੀ। ਜੂਤਨ ਕੀ ਬਰਖਾ ਸਿਰ ਹੋਵੈ। ਇਹ ਪਾਪੀ ਜਿਹਨੇ ਸਾਡੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਦੇ ਸੀਸ 'ਚ ਰੇਤਾ ਪਾਇਆ, ਉਹਦੇ ਬਦਲੇ ਵਿੱਚ ਹੁਣ ਚੰਦੂ ਪਾਪੀ ਦੇ ਸੀਸ ਵਿੱਚ ਜੁੱਤੀਆਂ ਦੀ ਵਰਖਾ ਹੋਵੇਗੀ। ਸਨੇ ਸਨੇ ਆਨਹ ਸਭ ਜੋਵੈ। ਤੇ ਜਿੱਥੇ ਤੁਹਾਨੂੰ ਕੱਟ ਦੀਦਾ ਨਾ, ਸਾਰਿਆਂ ਨੂੰ ਵਿਖਾ ਕੇ ਤੈਨੂੰ ਤੇਜ਼ ਨਹੀਂ ਲਿਆਉਣਾ, ਤੋੜ ਕੇ ਲਿਆਓ ਤੇ ਬਿਲਕੁਲ ਧੀਰੇ ਧੀਰੇ ਬਾਜ਼ਾਰਾਂ 'ਚੋਂ ਫੇਰ ਕੇ ਲਿਆਉਣਾ ਕਰੋ। ਇਮ ਕਹਿ ਗੁਰੂ ਤੁਰੰਗ ਚਲਾਇਓ। ਤੇ ਮਹਾਰਾਜ ਨੇ ਉਹ ਕਹਿ ਕੇ ਤੇ ਘੋੜਾ ਅੱਗੇ ਤੋਰ ਲਿਆ ਹੈ। ਪਾਛੇ ਜੇਠਾ ਦਿਕ ਸਮੁਦਾਇਓ। ਭਾਈ ਬਿਧੀ ਚੰਦ ਜੇਠਾ, ਭਾਈ ਪੁਰਾਣਾ ਪੈੜਾ ਜੀ ਵਰਗੇ ਸੂਰਮੇ ਮਹਾਰਾਜ ਦੇ ਮਗਰੇ ਤੁਰ ਪਏ ਹਨ। ਨਗਨ ਸੀਸ ਚੰਦੂ ਕੋ ਕਰਕੈ। ਤੇ ਚੰਦੂ ਦਾ ਹੁਣ ਸਿਰ ਜਿਹੜਾ ਐਨ ਬਿਲਕੁਲ ਨੰਗਾ ਕੱਢਿਆ ਹੋਇਆ ਹੈ। ਡਾਰੀ ਖਾਕ ਮੁਸ਼ਟ ਭਰ ਕਰਕੈ। ਤੇ ਪਹਿਲਾਂ ਬਾਬਾ ਬਿਧੀ ਚੰਦ ਜੀ ਨੇ ਉਥੋਂ ਸਵਾਹ ਲੈ ਕੇ ਨਾ ਚੁੱਲ੍ਹਿਆਂ 'ਚੋਂ ਤੇ ਚੰਗੀ ਚੰਦੂ ਦੇ ਮੂੰਹ ਸਿਰ ਤੇ ਮਲੀ
ਸਾਰੇ ਸਿਰ ਵਿੱਚ ਸੁਆਹ ਪਾਉਣਾ ਕੀਤੀ ਹੈ। ਹਾਥ ਬਿਖੈ ਪਨਹੀ ਗਹਿ ਲੀਨੇ, ਤੇ ਫਿਰ ਜੁੱਤੀ ਹੱਥ ਵਿੱਚ ਫੜ ਲੈਂਦਾ ਬਾਬਾ ਬਿਧੀ ਚੰਦ ਘੁੱਟ ਕਰਕੇ, ਜਹਾਂ ਨਰਨ ਕੇ ਗਨ ਬਹੁ ਚੀਨੇ। ਤੇ ਜੁੱਤੀਆਂ ਮਾਰੀ ਜਾਂਦਾ ਹੈ ਆਪ ਨਾਲੇ। ਤੇ ਜਿੱਥੇ ਕੋਈ ਬਹੁਤਾ ਇਕੱਠ ਆਉਂਦਾ ਹੈ ਨਾ, ਸੰਗਤ ਜਿੱਥੇ ਕੋਈ ਜੁੜੀ ਹੋਈ ਜਾਂ ਕੋਈ ਲੋਕ ਵੇਖਣ ਆਏ ਤਮਾਸ਼ਾ ਸਭ, ਤਹਾਂ ਕਹੈ ਮੁਖ ਊਚ ਪੁਕਾਰ, ਭਾਈ ਜੇਠੇ ਵਰਗੇ ਉੱਥੇ ਉੱਚੀ ਆਵਾਜ਼ ਵਿੱਚ ਗੱਜ ਕੇ ਕਹਿ ਦਿੰਦੇ ਹਨ ਇਹ ਗੁਰੂ ਦਰੋਹੀ ਕੈ ਸਿਰ ਮਾਰ। ਕਿ ਇਹ ਪਿਆਰੀ ਸਾਧ ਸੰਗਤੀਆ ਵੇਖ ਲਓ, ਧੰਨ ਗੁਰੂ ਅਰਜਨ ਦੇ ਮਹਾਰਾਜ ਸਤਿਗੁਰਾਂ ਦੇ ਘਰ ਦਾ ਪਾਪੀ ਚੰਦੂ ਤੁਹਾਡੇ ਸਾਹਮਣੇ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਹ ਬਚਨ ਹੋਇਆ ਹੈ। ਜੋ ਸਤਿਗੁਰ ਕੋ ਸਿੱਖ ਕਹਾਵੈ, ਆ ਫੜੋ ਜੁੱਤੀ, ਤੇ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਿੱਖ ਕਹਾਉਂਦਾ ਹੈ, ਪਨਹੀ ਪੰਚ ਦੁਸ਼ਟ ਕੋ ਲਾਵੈ। ਜ਼ੋਰ ਦੇ ਕੇ 5 ਜੁੱਤੀਆਂ ਚੰਦੂ ਨੂੰ ਵੇਖਦਿਆਂ ਸਾਰ ਸਿਰ ਚ ਮਾਰਿਆ ਕਰੇ। ਜਬ ਸੰਗਤ ਮਹਿ ਸੁਧ ਅਸ ਪਾਈ, ਤੋ ਜਦੋਂ ਸਿੱਖ ਸੰਗਤ ਵਿੱਚ ਸਾਧ ਸੰਗਤ ਦੀ ਖਬਰ ਹੋਈ ਵੀ ਚੰਦੂ ਨੂੰ ਮਹਾਰਾਜ ਨੇ ਜੁੱਤੀ ਮਾਰਨ ਦਾ ਹੁਕਮ ਕੀਤਾ ਹੈ, ਗਹਿ ਚੰਦੂ ਕੀ ਮੁਸਕ ਚੜਾਈ। ਤੇ ਚੰਦੂ ਦੀਆਂ ਮੁਸ਼ਕਾਂ ਇਹਨਾਂ ਦੋਹਾਂ ਨੇ ਖਿੱਚ ਕੇ ਬੰਨੀਆਂ ਹੋਈਆਂ ਹਨ। ਧਾਈ ਮਨਹਾ ਆਨੰਦ ਕੋ ਲੂਟਨ, ਤੇ ਜਿੰਨੇ ਉਹ ਲੋਕ ਆ ਨਾ ਸਿੱਖ, ਉਹ ਕਹਿੰਦੇ ਜਿਵੇਂ ਕੋਈ ਦੁਕਾਨ ਨਹੀਂ ਕੋਈ ਇਹੋ ਜਿਹਾ ਐਲਾਨ ਕਰਦੇ ਵੀ ਆਹ ਸੌਦਾ ਫਰੀ ਹੈ ਸਾਰਾ, ਤੇ ਕਿਵੇਂ ਲੋਕ ਟੁੱਟ ਕੇ ਪੈਂਦੇ ਆ। ਕਹਿੰਦੇ ਜਦੋਂ ਐਲਾਨ ਹੋਇਆ ਨਾ ਵੀ ਚੰਦੂ ਦੇ 5 ਜੁੱਤੀਆਂ ਮਹਾਰਾਜ ਦਾ ਹੁਕਮ ਹੈ, ਤੇ ਦਿੱਲੀ ਦੀ ਸਿੱਖ ਸੰਗਤ ਕਹਿੰਦੇ ਟੁੱਟ ਕੇ ਪੈਂਦੀ ਹੈ, ਜਿਵੇਂ ਬੜਾ ਆਨੰਦ ਲੁੱਟਣਾ ਹੁੰਦਾ ਹੈ। ਗੁਰੂ ਦਰੋਹੀ ਕੇ ਸਿਰ ਕੋ ਕੂਟਨ, ਤੇ ਕਹਿੰਦੇ ਚਲੋ ਚਲੀਏ ਚੰਦੂ ਕਾਬੂ ਆ ਗਿਆ, ਗੁਰੂ ਘਰ ਦੇ ਦਰੋਹੀ ਪਾਪੀ ਦਾ ਸਿਰ ਕੁੱਟ ਕੇ ਆਈਏ। ਦੌੜ ਕੇ ਸਿੱਖ ਜੁੱਤੀਆਂ ਹੱਥ 'ਚ ਫੜ ਕੇ ਭੱਜਦੇ ਹਨ। ਸ਼ਾਹੋ ਦੀਵਾਨ ਜਾਣ ਕੁਛ ਡਰੈ, ਤੇ ਖਿੱਚ ਕੇ ਸਾਧ ਸੰਗਤ ਦੀ ਦਿੱਲੀ ਦੀ ਸਿੱਖ ਸੰਗਤ ਜਿਹੜੀ ਆ ਉਹ ਜੁੱਤੀ ਮਾਰਦੀ ਆ 5 ਚੰਦੂ ਦੇ ਸਿਰ 'ਚ। ਕੁਝ ਸਿੱਖ ਵਿਚਾਰੇ ਕੋਈ ਮਾੜੇ ਦਿਲਾਂ ਵਾਲੇ ਵੀ ਹੁੰਦੇ, ਉਹ ਡਰਦੇ ਆ ਵੀ ਇਹ ਕਿਤੇ ਕੱਲ ਨੂੰ ਛੁੱਟ ਨਾ ਜਾਵੇ, ਤੇ ਫਿਰ ਵੀ ਬਾਦਸ਼ਾਹ ਦਾ ਏਡਾ ਵੱਡਾ ਅਹੁਦੇਦਾਰ ਦੀ ਬਾਣ ਕਹਾਉਂਦਾ ਹੈ, ਪਨਹੀ ਹਾਥ ਛੁਪਾਵਨ ਕਰੈ। ਤੇ ਕੱਲ ਨੂੰ ਸਾਨੂੰ ਖਰਾਬ ਨਾ ਕਰੇ। ਤੇ ਜਿਹੜੀ ਜੁੱਤੀ ਹੁੰਦੀ ਉਹ ਕੱਛ ਦੇ ਕੇ ਲਿਆਉਂਦੇ ਆ, ਲਕਾ ਕੇ ਜੁੱਤੀ ਕੋਲ ਲੈ ਆਉਂਦੇ ਹਨ। ਦ੍ਰਿਸ਼ਟ ਬਚਾਏ ਕੇ ਹੋਏ ਪਿਛਾਰੀ, ਤੇ ਅੱਖ ਜੀ ਬਚਾ ਕੇ ਵੀ ਚੰਦੂ ਵੇਖ ਨਾ ਲਵੇ, ਤੇ ਕੰਡ ਪਿੱਛੋਂ ਹੋ ਕੇ ਤੇ ਮਗਰਲੇ ਪਾਸਿਓਂ ਖਿੱਚ ਕੇ ਜੁੱਤੀਆਂ ਮਾਰਦੇ ਆ ਵੀ ਜੇ ਸਾਹਮਣੇ ਮਾਰੀ ਚੰਦੂ ਕੱਲ ਨੂੰ ਛੁੱਟ ਗਿਆ ਤੇ ਸਾਡੇ ਪਰਿਵਾਰਾਂ ਨੂੰ ਤੰਗ ਕਰੇਗਾ। ਪਰ ਮਹਾਰਾਜ ਦਾ ਹੁਕਮ ਆ ਖਾਲੀ ਨਹੀਂ ਜਾਣ ਦੇਣਾ। ਉਹ ਡਰਦੇ ਹੋਏ ਸਿੱਖ ਵੀ ਬਚਾ ਕੇ ਜੁੱਤੀ ਕੱਛ 'ਚ ਦੇ ਕੇ ਤੇ ਚੰਦੂ ਦੇ ਕੰਡ ਪਿੱਛੋਂ ਆ ਕੇ ਨਾ ਤੇ ਵਗਾ ਕੇ ਅੱਡੀ ਚੁੱਕ ਕੇ ਸਿਰ ਵਿੱਚ ਮਾਰਦੇ 5 ਛਿੱਤਰ। ਬਲ ਤੇ ਕਰਹਿ ਜੂਤ ਗਨ ਮਾਰੀ, ਤੇ ਕਹਿੰਦੇ ਖਿੱਚ ਕੇ ਬਲ ਦੇ ਨਾਲ ਜੁੱਤੀਆਂ 5 ਸਾਰੇ ਸਿੱਖ ਮਾਰ ਰਹੇ ਹਨ। ਆਏ ਚੌਂਪ ਤੇ ਹਰਖ ਕਰਨ ਤੇ, ਰੌਲਾ ਪੈਂਦਾ, ਬੜਾ ਚਾ ਚੜਿਆ ਸਿੱਖਾਂ ਨੂੰ, ਖੁਸ਼ੀਆਂ ਮਨਾਉਂਦੇ ਸਿੱਖ ਚੰਦੂ ਅੱਗੇ ਲਾਇਆ ਹੋਇਆ, ਤੇ ਐਨ ਜਿਹੜੇ ਆ ਦਿੱਲੀ ਦੇ ਵੱਡੇ ਚੌਂਕ ਖੁੱਲੇ ਬਾਜ਼ਾਰ ਵਿੱਚ ਲੈ ਆਏ ਹਨ। ਸਿਰ ਚੰਦੂ ਕੇ ਜੂਤ ਹਨੰਤੇ, ਕਹਿੰਦੇ ਜੁੱਤੀ ਵੱਜਦੀ ਜਿਹੜਾ ਵੇਖਦਾ 5 ਜੋੜੇ ਜੁੱਤੀਆਂ ਚੰਦੂ ਦੇ ਸਿਰ 'ਚ ਮਾਰਦਾ ਹੈ। ਤਬ ਜੇਠੇ ਨੇ ਕਹਿਓ ਪੁਕਾਰੇ, ਤੇ ਫਿਰ ਭਾਈ ਜੇਠਾ ਜੀ ਇੱਥੇ ਖੁੱਲੇ ਚੌਂਕ ਵਿੱਚ ਉੱਚੀ ਆਵਾਜ਼ ਵਿੱਚ ਹੋਕਾ ਦਿੰਦੇ ਆ, ਇਸ ਤੇ ਕਹਾ ਤਰਾਸ ਅਬਤਾਰੇ। ਜਦੋਂ ਭਾਈ ਜੇਠਾ ਨੇ ਵੇਖਿਆ ਵੀ ਕਈ ਸਿੱਖ ਡਰਦੇ ਜੁੱਤੀ ਕੱਛ 'ਚ ਦੇ ਕੇ ਜਾਂ ਸਾਫ 'ਚ ਲਪੇਟ ਕੇ ਲਿਆਉਂਦੇ ਤੇ ਪਿੱਛੋਂ ਹੋ ਕੇ ਮਾਰਦੇ ਆ, ਤੇ ਭਾਈ ਜੇਠਾ ਜੀ ਕਹਿੰਦੇ ਆ ਕਿ ਉਹ ਗੁਰੂ ਕੇ ਸਿੱਖੋ, ਹੁਣ ਇਸ ਚੰਦੂ ਪਾਪੀ ਤੋਂ ਕੀ ਡਰਨਾ ਹੈ। ਸਤਿਗੁਰ ਹੁਕਮ ਕਰਹੁ ਇਸ ਮਾਰੇ, ਇਹ ਨਹੀਂ ਹੁਣ ਵੱਜਿਆ ਛੁੱਟਦਾ, ਇਹਦਾ ਮਰਿਆ ਲਓ, ਤੇ ਮਰਨ ਤੋਂ ਪਹਿਲਾਂ ਮਹਾਰਾਜ ਦਾ ਬਚਨ ਸਫਲਾ ਕਰ ਲਓ, ਕਮਾ ਲਓ। 5 ਜੁੱਤੀਆਂ ਦਾ ਹੁਕਮ ਹੋਇਆ, ਡਰਨ ਦੀ ਲੋੜ ਨਹੀਂ, ਖੁੱਲ ਕੇ ਅੱਗੇ ਹੋ ਕੇ ਜੁੱਤੀਆਂ ਮਾਰਿਆ ਕਰੋ। ਸਨੇ ਇਮ ਚੱਲ ਬਜਾਰੇ, ਤੇ ਬੜੇ ਹੌਲੀ ਤੋਰ ਕੇ ਲਿਆਉਂਦੇ ਚੰਦੂ ਨੂੰ, ਐਨ ਧੀਰੇ ਪੂਰੀ ਜੁੱਤੀ ਪਰੇਡ ਕਰਵਾ ਕੇ ਇਹ ਸਿੱਖ ਲਿਆ ਰਹੇ ਹਨ। ਦੇਖਹਿ ਲੋਕ ਹਜ਼ਾਰੋਂ ਖਰੇ, ਤੇ ਹਜ਼ਾਰਾਂ ਲੋਕ ਖਾਲਸਾ ਜੀ। ਹੁਣ ਚੰਦੂ ਕੋਈ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਕੋਈ ਵੱਡਾ ਸੁਰੱਖਿਆ ਮੰਤਰੀ ਹੋਵੇ ਨਾ, ਜਿਵੇਂ ਕੋਈ ਪ੍ਰਧਾਨ ਮੰਤਰੀ ਤੋਂ ਬਾਅਦ ਦਾ ਅਹੁਦਾ ਰੱਖਦਾ, ਐਡਾ ਅਹੁਦਾ ਸੀ ਚੰਦੂ ਕੋਲ ਹਿੰਦੁਸਤਾਨ ਵਾਲੇ। ਹੁਣ ਤਾਂ ਕਿਹੜਾ ਹਿੰਦੁਸਤਾਨ ਰਹਿ ਗਿਆ। ਤੋਂ ਬਾਦਸ਼ਾਹ ਜਹਾਂਗੀਰ ਵਰਗੇ ਬੜੇ ਖਾਲਸਾ ਜੀ ਅਜ਼ੀਮ ਬਾਦਸ਼ਾਹ ਹੋਏ ਆ। ਤੋਂ ਵੱਡਿਆਂ ਬਾਦਸ਼ਾਹ ਦੇ ਵਿੱਚ, ਵੱਡੀਆਂ ਹਕੂਮਤਾਂ ਦੇ ਵਿੱਚ ਜਹਾਂਗੀਰ ਦੀ ਹਕੂਮਤ ਦਾ ਨਾਂ ਆਉਂਦਾ, ਉਹਦਾ ਦੀਵਾਨ ਸੀ ਇਹ। ਤੋਂ ਹੁਣ ਇਹੋ ਜਿਹੇ ਬੰਦੇ ਨੂੰ ਜੁੱਤੀਆਂ ਵੱਜਣ ਗਲੀਆਂ ਵਿੱਚ ਠੱਲ ਕੇ, ਤੇ ਹੁਣ ਹੈਰਾਨੀ ਹੁੰਦੀ ਹੈ।
ਤੇ ਸਿੱਖ ਚਾਅ ਮਨਾਉਂਦੇ ਆ, ਸਾਰੇ ਦਿੱਲੀ ਦੇ ਲੋਕ ਵੇਖਣ ਆਉਂਦੇ ਆ, ਭੀੜ ਮਚ ਗਈ ਹੈ। ਪਹੁੰਚੇ ਸਿੱਖ ਮਾਰ ਸਿਰ ਕਰੇ, ਹਜ਼ਾਰਾਂ ਲੋਕ ਵੇਖਦੇ ਆ, ਸਿੱਖ ਪਹੁੰਚ ਪਹੁੰਚ ਕੇ ਪੰਜ ਪੰਜ ਛਿੱਤਰ ਮਾਰੀ ਜਾਂਦੇ ਆ, ਦੂਜੇ ਲੋਕ ਖੜੇ ਵੇਖ ਰਹੇ ਹਨ। ਸ਼ਮਸ ਸੇਤ ਤਨ ਬੈਸ ਵਿਸਾਲਾ, ਉਮਰ ਚੰਦੂ ਦੀ ਹੁਣ ਵਡੇਰੀ ਹੋ ਚੁੱਕੀ ਸੀ, ਬੁੱਢੀ ਉਮਰ ਹੈ ਤੇ ਚਿੱਟਾ ਇਹਦਾ ਦਾੜਾ, ਸਿਰੋਂ ਗੰਜਾ ਹੋ ਰਿਹਾ ਹੈ। ਪਰ ਹੈ ਮਾਰ ਨਹਿ ਰਹਿ ਸੰਭਾਰਾ, ਕਹਿੰਦੇ ਸੁਰਤ ਨਹੀਂ ਆਉਂਦੀ, ਜਦੋਂ ਜੁੱਤੀ ਵੱਜਦੀ ਨਾ, ਹੁਣ ਸਿੱਖ ਨੌਜਵਾਨ ਤਗੜੇ ਆ, ਜਦੋਂ ਖਿੱਚ ਕੇ ਜੁੱਤੀਆਂ ਮਾਰਦੇ ਪੰਜ, ਚੰਦੂ ਬੇਹੋਸ਼ ਹੋ ਕੇ ਥੱਲੇ ਡਿੱਗ ਪੈਂਦਾ ਹੈ, ਭਾਈ ਜੇਠੇ ਵਰਗੇ ਫਿਰ ਖੜਾ ਕਰ ਲੈਂਦੇ, ਉਹਨੇ ਚਿਰ ਨੂੰ ਦੂਜਾ ਆ ਜਾਂਦਾ ਹੈ। ਇਸ ਤਰ੍ਹਾਂ ਇਹਦੀ ਹਾਲਤ ਹੋ ਰਹੀ ਹੈ। ਪੁਰ ਕੀ ਨਾਰ ਅਰੂਢੀ ਉੱਚੇ, ਤੇ ਜਿਹੜੀਆਂ ਪਿੰਡ ਦੀਆਂ ਵਾਹਿਗੁਰੂ ਦਿੱਲੀ ਦੀਆਂ ਮਾਈਆਂ ਨੇ, ਉਹ ਉੱਚੀਆਂ ਅਟਾਰੀਆਂ ਤੇ ਚੜ ਚੜ ਕੇ ਚੰਦੂ ਵੱਲ ਵੇਖਦੀਆਂ ਹਨ। ਕੌਤਕ ਹੋਵਤ ਜਹਾਂ ਪਹੁੰਚੇ, ਜਿੱਥੇ ਜਿੱਥੇ ਵੀ ਚੰਦੂ ਜਾਂਦਾ ਹੈ, ਛੱਤਾਂ ਭਰ ਜਾਂਦੀਆਂ, ਲੋਕ ਆ ਕੇ ਜੁੱਤੀਆਂ ਮਾਰਦੇ, ਮਰਦ ਤੇ ਮਾਈਆਂ ਛੱਤ ਤੇ ਚੜ ਚੜ ਤਮਾਸ਼ਾ ਵੇਖਦੀਆਂ ਨੇ। ਕਰਤ ਬਿਲੋਕਣ ਨਰ ਗਨ ਨਾਰੀ, ਜਿੰਨੇ ਮਨੁੱਖ ਇਸਤਰੀਆਂ ਸਾਰੇ ਹੀ ਦਿੱਲੀ ਦੇ ਚੰਦੂ ਦੀ ਹਾਲਤ ਵੇਖ ਰਹੇ ਹਨ। ਕੋ ਮਾਰਹਿ ਕੋ ਦੇਵਤ ਗਾਰੀ, ਤੇ ਕਈ ਮਾਰਦੇ ਆ ਚੰਦੂ ਨੂੰ, ਤੇ ਕਈ ਗਾਲਾਂ ਕੱਢ ਰਹੇ ਚੰਦੂ ਦੇ ਮੂੰਹ ਉੱਪਰ, ਥੁੱਕਾਂ ਸਿੱਟ ਰਹੇ ਹਨ। ਕੋ ਮੁਖ ਉਪਰ ਜੂਤ ਬਜਾਵੈ, ਤੇ ਕਈ ਤਾਂ ਸਿਰ 'ਚ ਮਾਰਦੇ, ਤੇ ਕਈ ਚੰਦੂ ਦੇ ਮੂੰਹ ਤੇ ਜੁੱਤੀਆਂ ਮਾਰ ਰਹੇ, ਦੂਰੋਂ ਵਗਾ ਵਗਾ ਕੇ ਚਲਾਉਂਦੇ ਹਨ। ਕੋ ਭਰ ਮੁਸ਼ਟ ਖਾਕ ਕੀ ਪਾਵੈ, ਤੇ ਜਿਹਦਾ ਨਹੀਂ ਕੋਈ ਵਸ ਚੱਲਦਾ, ਜੋੜਾ ਕੋਲ ਨਹੀਂ ਜਾਂ ਜੋੜਾ ਨਹੀਂ ਲੱਭਦਾ, ਉਹ ਮੁੱਠ ਭਰ ਕੇ ਮਿੱਟੀ ਦੀ ਤੇ ਚੰਦੂ ਦੇ ਸਿਰ 'ਚ ਪਾ ਦਿੰਦਾ ਹੈ। ਮੁਸਕਾਂ ਦੇ ਕਰ ਪਗੀਆ ਸਾਥ, ਤੇ ਇਸ ਤਰ੍ਹਾਂ ਭਾਈ ਜੇਠਾ ਜੀ ਨੇ ਕੌਤਕ ਕੀਤਾ, ਮੁਸ਼ਕਾਂ ਨੂੜੀਆਂ ਹੋਈਆਂ ਨੇ, ਇਹਦੀ ਪੱਗ ਨਾਲ ਬੰਨਿਆ ਹੋਇਆ ਹੈ। ਪਿੱਛੇ ਗਹੀ ਸੋ ਜੇਠੇ ਸਾ, ਤੇ ਥੋੜਾ ਜਿਹਾ ਪੱਗ ਦਾ ਲੜ ਛੱਡਿਆ ਪਿੱਛੇ, ਭਾਈ ਜੇਠਾ ਜੀ ਨੇ ਪਕੜਿਆ ਤੇ ਚੰਦੂ ਨੂੰ ਅੱਗੇ ਲਾਇਆ ਹੋਇਆ ਹੈ। ਆਗੇ ਕਰਿਓ ਚਲਤਪੁਰ ਮਾਹੀ, ਤੇ ਅੱਗੇ ਅੱਗੇ ਚੰਦੂ ਨੂੰ ਤੋਰਿਆ ਜਾ ਰਿਹਾ ਹੈ, ਮਗਰ ਬੜੇ ਸੰਗਤ ਤੇ ਬੜਾ ਹਜ਼ੂਮ ਜੁੜਿਆ ਹੈ। ਭਰਿਓ ਧੂਰ ਪਰਖਿਓ ਨਹਿ ਜਾਹੀ, ਕਹਿੰਦੇ ਚੰਦੂ ਦਾ ਮੂੰਹ ਸਿਰ ਮਿੱਟੀ ਨਾਲ ਲਿਬੜਿਆ ਹੋਇਆ, ਤੇ ਹੁਣ ਸਿਆਣ ਨਹੀਂ ਆਉਂਦੀ ਵੀ ਚੰਦੂ ਜੀ ਆ ਰਹੇ ਆ, ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਇਹ ਕੌਣ ਆ ਰਹੇ ਆ। ਸਾਰਾ ਮੂੰਹ ਸਿਰ ਚੰਦੂ ਦਾ ਧੂਤ ਹੋਇਆ, ਸੁਆਹ ਪੈ ਪੈ ਕੇ, ਤੋ ਜਿਹਦੇ ਤੋਂ ਕਾਲ ਸਚੁੱਲਿਆਂ ਦੀ ਲੱਭਦੀ, ਉਹ ਵੀ ਚੰਦੂ ਦੇ ਮੂੰਹ ਤੇ ਮਲੀ ਗਈ। ਕਿਸੇ ਨੂੰ ਕੋਈ ਸਿਆਣ ਨਹੀਂ ਵੀ ਇਹ ਤਾਂ ਵੱਡੇ ਜਿਹੜੇ ਦੀਵਾਨ ਬਾਦਸ਼ਾਹ ਦੇ ਮਹਾਨ ਦੀਵਾਨ ਚੰਦੂ ਜੀ ਆ ਰਹੇ ਹਨ। ਦੌਰ ਦੌਰ ਬਾਲਕ ਗਨ ਆਵੈ, ਤੇ ਦਿੱਲੀ ਦੇ ਜਿਹੜੇ ਨਿਆਣੇ ਆ, ਉਹਨੇ ਇਹੋ ਜਿਹੇ ਕਾਰਜ ਨੂੰ ਸ਼ੇਰ ਹੁੰਦੇ ਬੱਚੇ, ਉਹ ਦੌੜ ਦੌੜ ਕੇ ਭੱਜ ਭੱਜ ਕੇ ਆਉਂਦੇ ਆ। ਅੰਜੁਲ ਭਰਹਿ ਖਾਕ ਕੇ ਪਾਵੈ, ਤੇ ਬੁੱਕਾਂ ਭਰ ਭਰ ਕੇ ਜਿਹੜੀਆਂ ਮਿੱਟੀ ਦੀਆਂ, ਉਹ ਬੱਚੇ ਜਿਹੜੇ ਆ ਚੰਦੂ ਦੇ ਸੀਸ ਵਿੱਚ ਪਾਉਂਦੇ ਹਨ। ਇਹ ਭਰੂਵਾ ਗੁਰ ਦੋਹੀ ਮਹਾ, ਤੇ ਨਾਲੇ ਗਾਲਾਂ ਕੱਢਦੇ ਆ ਬੱਚੇ ਚੰਦੂ ਨੂੰ, ਕਹਿੰਦੇ ਭੜੂਆ ਚੰਦੂ ਪਾਪੀ ਕੰਜਰ ਹੈ, ਵੱਡਾ ਗੁਰੂ ਘਰ ਦਾ ਮਹਾਂ ਦੋਖੀ ਹੈ। ਜਾਹੇ ਪ੍ਰਭਾਰਤ ਬਹੁ ਜਹ ਕਹਾ, ਕਹਿੰਦੇ ਜਿੱਥੇ ਵੀ ਚੰਦੂ ਜਾਂਦਾ, ਘੇਰਾ ਕੱਤਿਆ ਜਾਂਦਾ, ਬੜੀ ਭੀੜ ਲੱਗ ਜਾਂਦੀ ਹੈ। ਹਤਨ ਪਵਿੱਤਰ ਕਹਿ ਨਰ ਕੋਈ, ਕਈ ਲੋਕ ਕਹਿੰਦੇ ਮਹਾਰਾਜ ਵੇਂਦੇ ਕਿ ਉਹਦਾ ਸਿਰ ਵੱਢ ਦੇ, ਉਹਨੂੰ ਹੁਣੇ ਮਾਰ ਦੇਣਾ ਹੀ ਚੰਗਾ, ਇਹ ਤਾਂ ਜਿੰਨੀ ਛੇਤੀ ਮਰ ਜਾਵੇ ਓਨੀ ਛੇਤੀ ਧਰਤੀ ਦਾ ਭਾਰ ਹੌਲਾ ਹੋਵੇ। ਇਹ ਗੁਰ ਦਰੋਹੀ ਦੋਖ ਨ ਕੋਈ, ਇਹਨੂੰ ਮਾਰਨ ਦਾ ਕੋਈ ਦੋਸ਼ ਨਹੀਂ ਹੈ, ਇਹ ਗੁਰੂ ਘਰ ਦਾ ਵੈਰੀ ਦਰੋਹੀ ਹੈ, ਪਾਪੀ ਹੈ, ਛੇਤੀ ਮਾਰ ਦੇਣਾ ਚਾਹੀਏ। ਇਸ ਪ੍ਰਕਾਰ ਮਾਰਤ ਲੈ ਗਏ, ਤੋ ਇਸ ਤਰ੍ਹਾਂ ਸਾਧ ਸੰਗਤ ਜੀ ਦਿੱਲੀ ਦੀਆਂ ਸਾਰੀਆਂ ਗਲੀਆਂ ਵਿੱਚ ਫਰਾਉਂਦੇ ਹੋਏ ਜੁੱਤੀਆਂ ਸਿੱਖਾਂ ਤੋਂ ਮਰਵਾਉਂਦੇ, ਸਤਿਗੁਰੂ ਜੀ ਇਹਨੂੰ ਲਈ ਜਾਂਦੇ ਹਨ। ਡੇਰੇ ਵਿਖੇ ਪਹੁੰਚਤ ਭਏ, ਤੇ ਡੇਰੇ ਪਹੁੰਚ ਗਏ ਆ ਸੱਚੇ ਪਾਤਸ਼ਾਹ ਜੀ, ਮਜਨੂੰ ਟਿੱਲੇ ਲੈ ਗਏ ਹਨ। ਦੋਹਰਾ ਸ੍ਰੀ ਗੁਰੂ ਹਰਗੋਬਿੰਦ ਜੀ, ਇਧਰ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਜਸ ਵਿਸਾਲ ਕੋ ਪਾਏ, ਮਹਾਰਾਜ ਦੀ ਬੜੀ ਵਡਿਆਈ ਹੋ ਰਹੀ ਹੈ, ਕਿਉਂਕਿ ਸੂਰਬੀਰ ਬਚਨ ਕੇ ਬਲੀ, ਮਹਾਰਾਜ ਨੇ ਜੋ ਬਚਨ ਕੀਤਾ ਸੀ ਕੋਈ 11-12 ਵਰਿਆਂ ਦੀ ਉਮਰ ਵਿੱਚ, ਉਹ ਸਤਿਗੁਰਾਂ ਨੇ ਅੱਜ ਪੂਰਾ ਕਰ ਦਿੱਤਾ ਹੈ। ਲਿਓ ਬੈਰ ਪਿਤ ਕੋ ਭਲੇ, ਤੇ ਸਾਰੇ ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਦੇ ਉੱਪਰ ਹੋਏ ਤਸ਼ੱਦਦ ਦਾ ਜਿਹੜਾ ਵਾ ਉਹ ਮੁੱਲ ਤਾਰ ਦਿੱਤਾ ਹੈ, ਚੰਦੂ ਨੂੰ ਕੀਤੀ ਦਾ ਫਲ ਭੁਗਤਾ ਦਿੱਤਾ ਹੈ। ਗਹਿਓ ਦੁਸ਼ਟ ਦੁਖਦਾਈ, ਜਿਹੜਾ ਦੁੱਖ ਦੇਣ ਵਾਲਾ ਗੁਰੂ ਘਰ ਨੂੰ ਪਾਪੀ ਚੰਦੂ ਅੱਜ ਪਕੜ ਲੈਣਾ ਕੀਤਾ ਹੈ। ਚੌਪਈ ਵੱਡ ਅਪਰਾਧ ਕਰਿਓ ਜਿਨ ਜੈਸੇ, ਕਹਿੰਦੇ ਜੇ ਇਸ ਪਾਪੀ ਚੰਦੂ ਨੇ ਜਿੱਡਾ ਵੱਡਾ ਪਾਪ ਕੀਤਾ ਸੀ ਸਤਿਗੁਰਾਂ ਨੂੰ ਸ਼ਹੀਦ ਕਰਨ ਦਾ, ਦਈ ਸਜਾਏ ਦੀਰਗਾ ਤੈਸੇ, ਗੁਰੂ ਹਰਗੋਬਿੰਦ ਸਾਹਿਬ ਨੇ ਓਡੀ ਵੱਡੀ ਪਾਪੀ ਚੰਦੂ ਨੂੰ ਸਜ਼ਾ ਦਿੱਤੀ, ਜੁੱਤੀਆਂ ਮਰਵਾਈਆਂ ਸਾਰੇ ਨਗਰ ਤੋਂ। ਇਮ ਹੋਏ ਬਿਨ ਜੇ ਮਰ ਜਾਤੋ, ਹਾਂ ਕੁਝ ਸਿੱਖ ਕਹਿੰਦੇ ਆ ਵੀ ਜੇ ਕਿਤੇ ਚੰਦੂ ਨਾ
ਚੰਦੂ ਨੂੰ ਇਸ ਤਰ੍ਹਾਂ ਨਾ ਹੁੰਦਾ, ਚੰਦੂ ਦੇ ਜੁੱਤੀ ਨਾ ਫਿਰਦੀ, ਇੰਨੀ ਇਹਦੀ ਬੇਪਤੀ ਨਾ ਹੁੰਦੀ, ਇੰਨੀ ਸਜ਼ਾ ਨਾ ਮਿਲਦੀ, ਤੇ ਆਪਦੀ ਉਮਰ ਭੋਗ ਕੇ ਜੇ ਆਨੰਦ ਨਾਲ ਮਰ ਜਾਂਦਾ। ਜੇ ਚੰਦੂ ਨਾਲ ਇੰਨੀ ਕੁ ਨਾ ਹੁੰਦੀ ਤਾਂ ਕਰਤ ਕਲੰਕਤ ਜਸ ਅਵਦਾਤੋ। ਇਸ ਪਾਪੀ ਚੰਦੂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਨੂੰ ਕਲੰਕਿਤ ਕਰਨਾ ਸੀ। ਲੋਕਾਂ ਨੇ ਕਹਿਣਾ ਸੀ ਵੀ ਇਹ ਕੈਸੇ ਗੁਰੂ ਹਰਗੋਬਿੰਦ ਸਾਹਿਬ ਜੀ ਪੁੱਤਰ ਖਵਾਉਂਦੇ ਗੁਰੂ ਅਰਜਨ ਦੇਵ ਮਹਾਰਾਜ ਦੇ, ਸਿੱਖਾਂ ਦੀ ਕੀ ਰੱਖਿਆ ਕਰਨਗੇ। ਇਹਨਾਂ ਨੇ ਆਪਣਾ ਕੀਤਾ ਹੋਇਆ ਬਚਨ ਨਹੀਂ ਪੂਰਾ ਕੀਤਾ ਵੀ ਅਸੀਂ ਚੰਦੂ ਦੇ ਨੱਕ 'ਚ ਨੱਥ ਪਾਉਣੀ ਆ, ਇਹਨੂੰ ਜੁੱਤੀਆਂ ਮਰਵਾਵਾਂਗੇ। ਤੋ ਉਹ ਸਿਆਣੇ ਸਿੱਖ ਕਹਿੰਦੇ ਚੰਗਾ ਹੋਇਆ ਜੇ ਇੱਦਾਂ ਨਾ ਹੁੰਦੀ, ਚੰਦੂ ਆਪਦੀ ਉਮਰ ਭੋਗ ਕੇ ਸੁੱਖ ਨਾਲ ਮਰਦਾ ਤੇ ਗੁਰੂ ਘਰ ਤੇ ਲੋਕਾਂ ਦੀ ਸ਼ਰਧਾ ਨਹੀਂ ਰਹਿਣੀ ਸੀ। ਲਿਓ ਨ ਗਇਓ ਬੈਰ ਪਿਤ ਕੀਰਾ। ਤੇ ਕੁਝ ਨਿਸ਼ਰਧਕ ਲੋਕਾਂ ਨੇ ਆਖਣਾ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਤੋਂ ਆਪਦੇ ਪਿਤਾ ਜੀ ਦੇ ਉੱਪਰ ਹੋਏ ਜ਼ੁਲਮ ਦਾ, ਤਸੀਹਾਂ ਦਾ ਵੈਰ ਨਹੀਂ ਲੈ ਹੋਇਆ ਹੈ। ਕਿਉ ਸੁਤ ਜਨਮਿਓ ਮੰਦ ਬਡੇਰਾ। ਤੇ ਇਹੋ ਜਿਹਾ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਕਿਉਂ ਘਰ ਵਿੱਚ ਜੰਮ ਪਿਆ, ਜਿਹਨੇ ਆਪਦੇ ਪਿਤਾ ਦੀ ਪਰੇ 'ਚ ਲੱਥੀ ਪੱਗ ਦਾ ਬਦਲਾ ਨਹੀਂ ਲਿਆ ਹੈ। ਗੁਰੂ ਅਵਗਿਅਕ ਚਿਰਤਾ ਪਾਵੈ। ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਵਗਿਆ ਕੀਤੀ ਜਿਹੜੀ ਇਹ ਪਾਪੀ ਚੰਦੂ ਨੇ। ਉਹ ਚੰਦੂ ਪਾਪੀ ਜੇ ਥਿਰਤਾ ਪਾਉਂਦਾ, ਟਿਕਿਆ ਰਹਿੰਦਾ, ਉਮਰ ਭੋਗ ਕੇ ਮਰ ਜਾਂਦਾ ਤਾਂ ਮਹਾਪਾਤ ਕੀ ਪਾਪ ਕਮਾਵੈ। ਜਾਂ ਅਜੇ ਨਾ ਮਰਦਾ ਤੇ ਇਸ ਪਾਪੀ ਨੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪਾਪ ਕਮਾਉਣੇ ਸਨਗੇ, ਜਾਂ ਹੋਰ ਬੜੇ ਪਾਪੀਆਂ ਨੇ ਸਿਰ ਖੜੇ ਕਰ ਲੈਣੇ ਸੀ ਵੀ ਪਰਮੇਸ਼ਰ ਕਹਾਉਂਦੇ ਆ ਗੁਰੂ ਅਰਜਨ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦੀ ਕਰਨ ਵਾਲੇ ਦਾ ਕੀ ਵਿਗਾੜ ਲਿਆ ਸਤਿਗੁਰਾਂ ਨੇ। ਜੇ ਇਨਸਾਫ ਹੈ ਸੰਸਾਰ ਤੇ ਚੰਦੂ ਕਿਉਂ ਤੁਰਿਆ ਫਿਰਦਾ। ਤੋ ਇਹ ਚੰਦੂ ਨੂੰ ਵੇਖ ਕੇ ਹੋਰ 100 ਪਾਪੀਆਂ ਨੇ ਸਿਰ ਖੜੇ ਕਰ ਉੱਠਣੇ ਸੀ। ਸੰਤਾਂ ਨੂੰ, ਭਗਤਾਂ ਨੂੰ, ਨਾਮ ਜਪਣ ਵਾਲਿਆਂ ਨੂੰ ਤੰਗ ਕਰਿਆ ਕਰਨਾ ਸੀ। ਸਤਿਗੁਰ ਸੁਤ ਅਰ ਸੰਗਤ ਕੇਰਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਤੇ ਜਿੰਨੀ ਗੁਰੂ ਕੀ ਸਿੱਖ ਸੰਗਤ ਹੈ। ਕਹੈ ਅਪਵਾਦ ਅਜਾਨ ਬਡੇਰਾ। ਇਹ ਗੁਰੂ ਸਭ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਪਤ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕਾਰਨ ਵੀ ਇਹਨਾਂ ਬਦਲਾ ਨਹੀਂ ਲੈ ਹੋਇਆ, ਜਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਆਪਣਾ ਪਰਨ ਨਹੀਂ ਨਿਭਾਇਆ। ਸਾਰਿਆਂ ਨੇ ਆਪਸ ਵਿੱਚ ਬੜਾ ਅਪਵਾਦ ਉਠਾਉਣਾ ਸੀ। ਸਤਿਗੁਰਾਂ ਦੀ ਬਾਬਤ ਬੜੇ ਇਸ ਤਰ੍ਹਾਂ ਦੇ ਬਚਨ ਕਰਨੇ ਸਨ ਨਿਸ਼ਰਧਕ ਲੋਕਾਂ ਨੇ। ਸ੍ਰੀ ਹਰਗੋਬਿੰਦ ਅਬ ਸਭ ਕੇਰੀ। ਤੇ ਇਸ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਖ ਲਈ ਪਤ ਲਾਜ ਕਨੇਰੀ। ਮਹਾਰਾਜ ਨੇ ਸੰਗਤ ਦੀ ਲਾਜ ਰੱਖ ਲਈ ਹੈ। ਹੁਣ ਸਿੱਖ ਸਿਰ ਚੁੱਕਣ ਜੋਗੇ ਹੋ ਗਏ ਹੈ। ਨਹੀਂ ਤਾਂ ਗੈਰ ਸਿੱਖਾਂ ਨੇ ਜਾਂ ਨਾਸਤਕ ਲੋਕਾਂ ਨੇ ਕਹਿਣਾ ਸੀ ਵੀ ਸਿੱਖਾਂ ਨੇ ਜਾਂ ਗੁਰੂ ਤੁਹਾਡੇ ਨੇ ਕੀ ਕਰ ਲਿਆ, ਗੁਰੂ ਅਰਜਨ ਦੇਵ ਮਹਾਰਾਜ ਨੂੰ ਹਕੂਮਤ ਨੇ ਸ਼ਹੀਦ ਕੀਤਾ, ਤੁਹਾਡੇ ਗੁਰੂ ਨੇ ਕੀ ਕਰ ਲਿਆ। ਹੁਣ ਸਿੱਖ ਜਿਉਣ ਜੋਗੇ ਹੋ ਗਏ ਹੈ। ਸਿੱਖ ਸਿਰ ਚੁੱਕ ਕੇ ਜਾਂ ਬਾਂਹ ਖੜੀ ਕਰਕੇ ਕਹਿਣ ਜੋਗੇ ਹੋ ਗਏ ਹੈ ਵੀ ਜਿਨ੍ਹਾਂ ਨੇ ਸਾਡੇ ਘਰ ਦੇ ਨਾਲ ਵਧੀਕੀ ਕੀਤੀ, ਸਾਡੇ ਪਾਤਸ਼ਾਹ ਜਾਂ ਅਸੀਂ ਉਹਨਾਂ ਦੇ ਨੱਕ ਵਿੱਚ ਨੱਥ ਪਾਉਣਾ ਜਾਣਦੇ ਹੋ ਵੀ ਘਰ ਜਾ ਕੇ। ਤੋ ਜਿਵੇਂ ਸਾਧ ਸੰਗਤ ਜੀ ਆ ਘੱਲੂਘਾਰਾ ਹੋਇਆ ਤਾਂ ਬਹੁਤ ਲੋਕ ਕਹਿੰਦੇ ਆ ਜੀ, ਚਾਹੇ ਬਾਅਦ ਵਿੱਚ 84 ਦੇ ਵਿੱਚ 40,000 ਸਿੱਖ ਦਿੱਲੀ 'ਚ ਸ਼ਹੀਦ ਹੋਏ, ਪਰ ਸਾਧ ਸੰਗਤ ਜੀ ਉਸ ਸਮੇਂ ਦੀ ਹਕੂਮਤ ਦੀ ਜੋ ਇਹ ਚੰਦੂ ਦਾ ਹੀ ਵਾਰਸ ਹੈ ਇਹ ਲੋਕ, ਤੋਂ ਪਾਵਰ ਹੱਥ ਵਿੱਚ ਆਉਣ ਕਰਕੇ ਜੋ ਜ਼ੁਲਮ ਕੀਤੇ, ਘੱਲੂਘਾਰਾ ਬਰਤਾਂਤ ਵਾਪਰਿਆ। ਤੋ ਭਾਈ ਸਾਹਿਬ, ਭਾਈ ਬੇਅੰਤ ਸਿੰਘ ਸਾਹਿਬ ਜੀ, ਭਾਈ ਸਤਵੰਤ ਸਿੰਘ ਸਾਹਿਬ, ਭਾਈ ਕੇਹਰ ਸਿੰਘ ਸਾਹਿਬ, ਇਹਨਾਂ ਨੇ ਜਿਹੜਾ ਕੌਤਕ ਵਰਤਾਇਆ ਦਿੱਲੀ ਵਿੱਚ ਇੰਦਰਾ ਨੂੰ ਗੱਡੀ ਚਾੜ ਕੇ, ਜੇ ਇਹ ਨਾ ਕਰਦੇ ਸਾਧ ਸੰਗਤ ਜੀ ਬਾਂਹ ਖੜੀ ਕਰਨ ਜੋਗੇ ਸਿੱਖ ਨਹੀਂ ਸਨ ਰਹਿਣੇ। ਕੀ ਕਰ ਲਿਆ ਸਿੱਖਾਂ ਨੇ। ਹੁਣ ਕਹਿਣ ਜੋਗੇ ਆ ਵੀ ਜੇ ਸਾਡੇ ਸਿੱਖਾਂ ਦੇ ਗਲ ਵਿੱਚ ਟਾਇਰ ਪਾਏ ਗਏ ਜਾਂ ਸਾਡਾ ਤਖਤ ਸਾਹਿਬ ਢਾਇਆ ਗਿਆ, ਤੇ ਜਿੰਨਾ ਢਾਇਆ ਅਸੀਂ ਜਿਉਂਦੇ ਉਹ ਵੀ ਨਹੀਂ ਛੱਡੇ। ਤੋ ਇਸ ਤਰ੍ਹਾਂ ਉਸ ਇਤਿਹਾਸ ਆਪਦੇ ਆਪ ਨੂੰ ਸਮੇਂ-ਸਮੇਂ ਦੁਹਰਾਉਂਦਾ ਰਹਿੰਦਾ। ਉਦੋਂ ਬਿਲਕੁਲ ਐਸਾ ਮਾਹੌਲ ਸੀ ਜਿਵੇਂ ਅਕਾਲ ਤਖਤ ਸਾਹਿਬ ਸ਼ਹੀਦ ਕਰ ਦਿੱਤਾ ਗਿਆ ਤੇ ਇਹ ਜ਼ਾਲਮ ਹਕੂਮਤ ਜਸ਼ਨ ਮਨਾਉਂਦੀ ਰਹੀ। ਉਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਨ ਤੋਂ ਬਾਅਦ ਚੰਦੂ ਵਰਗੇ ਜਸ਼ਨ ਮਨਾਉਂਦੇ ਸਨ। ਤੇ ਜਿਵੇਂ ਅਕਾਲ ਤਖਤ ਸਾਹਿਬ ਦੇ ਢਹਿ ਜਾਣ ਤੋਂ ਬਾਅਦ ਪੰਜਾਬ ਵਿੱਚ ਸੋਗ ਸੀ ਨਾ, ਜਿਨ੍ਹਾਂ ਬਜ਼ੁਰਗਾਂ ਵੇਖਿਆ ਮਾਹੌਲ, ਰੋਟੀ ਨਹੀਂ ਸੀ ਪੱਕੀ ਕਿੰਨਾ ਸਮਾਂ ਸ਼ਰਧਾਲੂ ਸਿੱਖਾਂ ਦੇ ਘਰਾਂ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਵੇਲੇ ਸਾਧ ਸੰਗਤ ਜੀ ਉਦੋਂ ਵੀ ਦੁੱਗਣਾ ਦੁੱਖ ਸੀਗਾ, ਪਾਤਸ਼ਾਹ ਸਨ ਨਾ। ਇਸ ਕਰਕੇ ਉਹ ਫਿਰ ਜਿਵੇਂ ਕੁਝ ਸਮੇਂ ਬਾਅਦ ਮਹਾਰਾਜ ਨੇ ਆਹ ਕੌਤਕ ਵਰਤਾਇਆ, ਕਿੰਨਾ ਚਾਅ ਚੜ੍ਹਿਆ ਸਿੱਖਾਂ ਨੂੰ। ਜਿਵੇਂ ਉਹਨੂੰ ਪਾਪਣ ਨੂੰ ਗੱਡੀ ਚਾੜਨ ਤੋਂ ਬਾਅਦ ਇਹ ਸਾਰਾ ਕੌਤਕ ਵਰਤਿਆ, ਕਿੰਨਾ ਪ੍ਰਸੰਨ ਹੋਈ ਸਿੱਖ ਸੰਗਤ। ਉਹਨਾਂ ਸਮਿਆਂ 'ਚ ਗੱਲ ਕਰਨ ਜੋਗੇ ਹੋ ਗਏ ਵੀ ਜਿਨ੍ਹਾਂ ਨੇ ਸਾਡੇ ਨਾਲ ਵਧੀਕੀ ਕੀਤੀ ਅਸੀਂ ਘਰ ਜਾ ਕੇ ਨੱਥ ਪਾਉਣੀ ਜਾਣਦੇ ਹਾਂ। ਤੋ ਬਾਬਾ ਬਿਧੀ ਚੰਦ ਵਰਗੇ, ਧੰਨ ਧੰਨ ਬਾਬਾ
ਜੇਠਾ ਜੀ ਵਰਗੇ ਉਹ ਰੂਪ ਹੀ ਆ ਖਾਲਸਾ ਜੀ। ਸਮਾਂ ਸਮਾਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਦਾ ਰੂਪ ਧਾਰ ਕੇ ਆਏ, ਤੇ ਸਤਿਗੁਰੂ ਤਾਂ ਸਦਾ ਹੀ ਅੰਗ ਸੰਗ ਹੈ। ਤੋ ਇਸ ਤਰ੍ਹਾਂ ਦੇ ਕੌਤਕ ਸਮਾਂ ਸਮੇਂ ਇਤਿਹਾਸ ਆਪਦੇ ਆਪ ਨੂੰ ਦੁਹਰਾਉਂਦਾ ਹੈ। ਤੋ ਸੰਗਤ ਜਿਹੜੇ ਸਿਆਣੇ ਲੋਕ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਪਰੇ 'ਚ ਗੱਲ ਕਰਨ ਜੋਗੇ ਕਰ ਦਿੱਤਾ। ਸਿੱਖਾਂ ਦੀ ਡਿੱਗੀ ਪੱਗ ਚੁੱਕ ਕੇ ਸਿਰ ਤੇ ਰੱਖੀ ਹੈ। ਜੇ ਉਹ ਸਤ ਸੰਗ ਜੀ 84 ਦਾ ਕੋਈ ਬਦਲਾ ਨਾ ਲੈਂਦਾ, ਸਾਨੂੰ ਕਿੰਨੇ ਗੱਲ ਕਰਨ ਦੇਣੀ ਸੀ। ਅੱਜ ਸਭ ਕਹਿੰਦੇ ਅਸੀਂ ਜਾਣਦੇ ਹਾਂ ਤੁਹਾਨੂੰ। ਜੇ ਊਧਮ ਸਿੰਘ ਦੇ ਸਮੇਂ 1919 ਜਲਿਆਂਵਾਲੇ ਬਾਗ 13 ਅਪ੍ਰੈਲ ਨੂੰ ਬੜੇ ਉੱਥੇ ਸ਼ਹੀਦ ਹੋਏ ਸੀ ਹਿੰਦੂ, ਮੁਸਲਮਾਨ, ਸਿੱਖ, ਪਰ ਬਾਬਾ ਊਧਮ ਸਿੰਘ ਵਰਗੇ ਮਹਾਂਪੁਰਖਾਂ ਸ਼ਹੀਦ ਨੇ ਸਾਨੂੰ ਗੱਲ ਕਰਨ ਜੋਗੇ ਰੱਖ ਦਿੱਤਾ ਹੈ ਵੀ ਜੇ ਕੋਈ ਵਧੀਕੀ ਕਰਦਾ ਅਸੀਂ 7 ਸਮੁੰਦਰ ਲੰਘ ਕੇ ਵੀ ਉਹਦੇ ਘਰ ਜਾ ਕੇ ਮਾਰਨਾ ਜਾਣਦੇ ਹਾਂ। ਤੋ ਇਹ ਸਾਨੂੰ ਗੱਲ ਕਰਨ ਜੋਗੇ ਸਾਡੇ ਪੁਰਖਿਆਂ ਨੇ ਬਣਾ ਦਿੱਤਾ ਹੈ। ਤੋ ਇਹ ਸਾਧ ਸੰਗਤ ਜੀ ਸਾਡਾ ਇਤਿਹਾਸ ਹੈ। ਤੋ ਜਿਹੜਾ ਇਤਿਹਾਸ ਹੁੰਦਾ ਉਹ ਕਿਸੇ ਕੌਮ ਦੀ ਜੜ੍ਹ ਹੈ। ਇਹ ਹਰੀ ਰਹਿੰਦੀ ਉਹਨਾਂ ਸਮਾਂ ਜਿੰਨਾ ਸਮਾਂ ਇਹਨੂੰ ਬੱਚਿਆਂ ਦੇ ਵਿੱਚ ਪ੍ਰਚਾਰਿਆ ਜਾਂਦਾ, ਜਿੰਨਾ ਸਮਾਂ ਇਹ ਦਿਲਾਂ ਵਿੱਚ ਯਾਦ ਰਹਿੰਦਾ, ਸਿਮਰਤੀ ਵਿੱਚ ਰਹਿੰਦਾ ਸਾਰਾ ਇਤਿਹਾਸ। ਜਦੋਂ ਭੁੱਲ ਜਾਂਦਾ ਫਿਰ ਇਹ ਬੂਟੇ ਸੁੱਕਣ ਲੱਗ ਜਾਂਦੇ ਹੈ। ਕਿਸੇ ਵੀ ਕੌਮ ਦੀ ਰੀੜ੍ਹ ਦੀ ਹੱਡੀ ਇਤਿਹਾਸ ਹੁੰਦਾ। ਪਿਛੋਕੜ, ਵਰਤੇ ਹੋਏ ਘੱਲੂਘਾਰੇ, ਸਾਕੇ, ਸਿੰਘਾਂ ਸਿੰਘਣੀਆਂ, ਭੁਝੰਗੀਆਂ ਦੇ ਦਿੱਤੇ ਹੋਏ ਸੀਸ ਸਿੱਖ ਪੰਥ ਦੀ ਰੀੜ੍ਹ ਦੀ ਹੱਡੀ ਹੈ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਆਂ ਬੜੀ ਦਇਆ ਕੀਤੀ ਹੈ। ਸਾਨੂੰ ਪਰੇ ਵਿੱਚ ਗੱਲ ਕਰਨ ਜੋਗੇ ਛਾਤੀ 'ਤੇ ਹੱਥ ਮਾਰ ਕੇ ਅਸੀਂ ਕਹਿ ਸਕਦੇ ਹਾਂ ਜਿਨ੍ਹਾਂ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕੀਤਾ, ਅਸੀਂ ਘਰ ਜਾ ਕੇ ਨੱਥ ਪਾਈ ਤੇ ਉਹਦੇ ਸਿਰ ਵਿੱਚ ਜੁੱਤੀਆਂ ਮਰਵਾਈਆਂ ਹਨ। ਉਪਜਨ ਤਿਨ ਕੋ ਧਨ ਮਹਾਨਾ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਜੰਮਣਾ ਧੰਨ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਧੰਨ ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਲਾਇਆ ਹੈ। ਮਾਤਾ ਗੰਗਾ ਦੀ ਕੁੱਖ ਸਫਲੀ ਕਰ ਦਿੱਤੀ। ਅੱਜ ਪੁੱਤਰ ਹੋਣ ਦਾ ਫਰਜ਼ ਨਿਭਾ ਦਿੱਤਾ ਹੈ। ਕਰਿਓ ਕਾਜ ਛਤਰੀ ਨ ਸੁਜਾਨਾ। ਇਹ ਸੂਰਮਿਆਂ ਵਾਲਾ ਕੰਮ ਕੀਤਾ ਗੁਰੂ ਹਰਗੋਬਿੰਦ। ਸੰਗਤ ਕਹਿੰਦੀ ਹੈ ਗੁਰੂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਿਖਦੇ ਸੂਰਮੇ ਪਰ ਆਚਰਣ ਦੇ ਵੀ ਸੂਰਮੇ ਹਨ। ਸਤਿਗੁਰਾਂ ਨੇ ਸੂਰਮਿਆਂ ਯੋਧਿਆਂ ਵਾਲਾ ਕੰਮ ਕੀਤਾ ਹੈ। ਦਾਵੇਦਾਰ ਰਿਦਾ ਅਸ ਜਿਨ ਕੋ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਸਿੱਖਾਂ ਦਾ ਰਿਦਾ ਦਾਵੇਦਾਰ ਹੋ ਗਿਆ। ਹੁਣ ਮਹਾਰਾਜ ਦੇ ਉੱਪਰ ਦਾਵਾ ਕਰ ਸਕਦੇ ਵੀ ਸਾਡੇ ਪਾਤਸ਼ਾਹ ਐਸੇ ਹਨਗੇ। ਆਯੁਧ ਧਰਨ ਧਨ ਹੈ ਤਿਨ ਕੋ। ਤੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਧਰਨਾ, ਅਵਤਾਰ ਧਾਰਨਾ ਧੰਨ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਪਾਈਆਂ ਹੋਈਆਂ ਮੀਰੀ ਪੀਰੀ ਦੀਆਂ ਤਲਵਾਰਾਂ ਧੰਨ ਹੈ। ਮਹਾਰਾਜ ਨੇ ਕੱਲੀਆਂ ਪਹਿਨੀਆਂ ਨਹੀਂ, ਉਹ ਵਰਤ ਕੇ ਵੀ ਵਿਖਾਈਆਂ ਹਨ। ਪੂਰਬ ਸੰਤ ਰੂਪ ਗੁਰ ਅਹੇ। ਪਹਿਲੀਆਂ ਪੰਜ ਪਾਤਸ਼ਾਹੀਆਂ ਤੀਕਰ ਸੱਚੇ ਪਾਤਸ਼ਾਹ ਜੀ ਸੰਤ ਸਰੂਪ ਹੋਏ ਸਨ। ਤਿਨ ਕੋ ਛਿਮਾ ਕਰਨ ਹੀ ਚਾਹੇ। ਤੇ ਉਹਨਾਂ ਦਾ ਸੁਭਾਅ ਸੀ, ਉਹਨਾਂ ਨੂੰ ਛਿਮਾ ਕਰਨੀ ਬਣਦੀ ਸੀ, ਕਿਉਂਕਿ ਸਰੂਪ ਸੀ ਨਾ ਪੰਜਵੇਂ ਪਾਤਸ਼ਾਹ ਤੱਕ ਗੁਰੂ ਸਾਹਿਬ ਦਾ ਸਰੂਪ ਸ਼ਾਂਤੀ ਰਿਹਾ ਹੈ। ਤੇ ਸ਼ਾਂਤੀ ਸਰੂਪ ਵਾਲੇ ਸੰਤਾਂ ਮਹਾਂਪੁਰਖਾਂ ਦਾ ਗਹਿਣਾ ਖਿਮਾ ਹੁੰਦੀ ਹੈ। ਸਤਿਗੁਰੂ 5 ਪਾਤਸ਼ਾਹੀਆਂ ਤੱਕ ਇਸ ਘਰ ਨੂੰ ਛਿਮਾ ਕਰ ਆਉਣੀ, ਤਰਸ ਕਰਨਾ, ਦਇਆ ਕਰਨੀ ਬਣਦੀ ਸੀ। ਇਹ ਵੱਡ ਵੀਰ ਸੁਬਾਹੋ ਵਿਸਾਲਾ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਸੂਰਮੇ ਸਨਗੇ, ਵੀਰ ਸਨਗੇ, ਮਹਾਬਲੀ ਯੋਧੇ ਕਹਾਉਂਦੇ ਆਪਦੇ ਆਪ ਨੂੰ। ਬਸ ਹੈ ਵੀਰ ਰਸ ਜਹਾਂ ਸੁਖਾਲਾ। ਜਿਸ ਗੁਰੂ ਹਰਗੋਬਿੰਦ ਸਾਹਿਬ ਵਿੱਚ ਵੀਰ ਰਸ ਬੜਾ ਸੌਖਾ ਵਸ ਰਿਹਾ ਹੈ। ਮਨਹ ਸੂਰਤਾ ਰੂਪ ਸੁਹਾਵਾ। ਇਹ ਉਹ ਮੰਨ ਲਓ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨਹੀਂ, ਇਹ ਤਾਂ ਸੂਰਮਤਾਈ ਦਾ ਰੂਪ ਸ਼ੋਭਾ ਪਾ ਰਿਹਾ ਹੈ। ਦਰਸ਼ਨ ਤੇ ਉਤਸਾਹੋ ਵਧਾਵੈ। ਗੁਰੂ ਹਰਗੋਬਿੰਦ ਸਾਹਿਬ ਦੇ ਹੁਣ ਦਰਸ਼ਨ ਜਿਹੜਾ ਕਰਦਾ ਨਾ ਖਾਲਸਾ ਜੀ, ਉਹਦਾ ਵੀ ਮਨ ਕਰਦਾ ਮੈਂ ਸ਼ਸਤਰਧਾਰੀ ਹੋਵਾਂ, ਕਿਉਂਕਿ ਮਹਾਰਾਜ ਨੇ ਸ਼ਸਤਰ ਦੇ ਬਲ ਨਾਲ ਕੌਤਕ ਹੀ ਐਡਾ ਵੱਡਾ ਕਰ ਦਿੱਤਾ। ਹੁਣ ਹਰੇਕ ਦਾ ਦਿਲ ਕਰਦਾ ਕਿ ਮੈਂ ਵੀ ਸ਼੍ਰੀ ਸਾਹਿਬ ਪਹਿਨਿਆ ਕਰਾਂ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਦੇ ਦਰਸ਼ਨ ਜੋ ਵੀ ਕਰਨ ਜਾਂਦਾ ਹੈ ਨਾ, ਉਹਦਾ ਮਨ ਵੱਧਦਾ ਹੈ। ਹੁਣ ਦਿਲ ਕਰਦਾ ਵੀ ਅਸੀਂ ਵੀ ਸ਼ਸਤਰ ਧਾਰੀ ਹੋ ਜਾਈਏ। ਸਤਿਗੁਰ ਪਿਤ ਕੋ ਸ਼ਤਰੂ ਚੰਦੂ। ਤੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਿਤਾ ਜੀ ਦਾ ਜਿਹੜਾ ਦੁਸ਼ਮਣ ਸੀ ਚੰਦੂ ਪਾਪੀ, ਜਿਨ ਕੀਨਸ ਅਪਰਾਧ ਬਿਲੰਦੂ। ਜਿਸ ਪਾਪੀ ਚੰਦੂ ਨੇ ਬੜਾ ਵੱਡਾ ਅਪਰਾਧ ਕੀਤਾ ਸੀ, ਮਹਾਰਾਜ ਨਾਲ ਜੋ ਦਰੋਹ ਕਮਾਇਆ ਸੀ। ਪੁਰ ਮਹਿ ਫੇਰਿਓ ਕਰ ਅਸਹਾਲਾ। ਕਵੀ ਜੀ ਕਹਿੰਦੇ, ਉਥੋਂ ਦੀ ਸੰਗਤ ਕਹਿੰਦੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੂੰ ਪਿੰਡ ਵਿੱਚ, ਇੱਥੇ ਦਿੱਲੀ ਨਗਰ ਵਿੱਚ ਫੇਰਿਆ, ਪੈਰੋਂ ਨੰਗੇ ਸਿਰੋਂ ਨੰਗੇ ਕਰਕੇ ਜੁੱਤੀਆਂ ਮਰਵਾਈਆਂ ਨੇ। ਇਹੋ ਸ਼ੁਭ ਕਾਰਜ ਕੀਨ ਵਿਸਾਲਾ। ਇਹ ਬੜਾ ਚੰਗਾ ਕੰਮ ਕੀਤਾ ਹੈ। ਜਿੰਨੀ ਛੇਤੀ ਹੋ ਜਾਂਦਾ ਕੰਮ ਚੰਗਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜਾ ਦਇਆ ਕੀਤੀ, ਬੜਾ ਵੱਡਾ ਕੌਤਕ ਕੀਤਾ, ਚੰਗਾ ਕੀਤਾ ਹੈ। ਇਮ ਦਿੱਲੀ ਪੁਰ ਵਿਖੈ ਬ੍ਰਤੰਤ। ਤੋ ਇਸ ਤਰ੍ਹਾਂ ਖਾਲਸਾ ਜੀ ਦਿੱਲੀ ਦੇ ਵਿੱਚ ਇਹ ਬਰਤੰਤ ਵਾਪਰ ਰਿਹਾ ਹੈ। ਸਭ ਸੰਗਤਾਂ ਇਹ ਬਚਨ ਇੱਕ ਦੂਜੇ ਨਾਲ ਕਰਦੀਆਂ ਨੇ। ਕਹਿਤ ਪਰਸ ਪਰ ਲੋਕ ਮਿਲੰਤ। ਜਦੋਂ ਵੀ ਕੋਈ ਮਿਲਦੇ ਆ ਨਾ ਇੱਕ ਦੂਜੇ ਨਾਲ, ਤੇ ਇਹੀ ਗੱਲਾਂ ਚੱਲਦੀਆਂ ਵੀ ਮਹਾਰਾਜ ਨੇ ਜੋ ਕੀਤਾ
ਉਹ ਬਹੁਤ ਚੰਗਾ ਕੀਤਾ ਹੈ, ਇਸ ਤਰ੍ਹਾਂ ਹੀ ਚਾਹੀਦੀ ਸੀ। ਤੋ ਇਹ ਸਾਰਾ ਕੌਤਕ ਮਹਾਰਾਜ ਨੇ ਜਿਵੇਂ ਨੱਕ ਨੱਥ ਪਾਈ ਇਹਦੇ ਜਾਂ ਜੁੱਤੀਆਂ ਮਰਵਾਈਆਂ, ਸਤਿਗੁਰਾਂ ਨੇ ਆਪਦਾ ਪ੍ਰਣ ਪੂਰਾ ਕੀਤਾ, ਪ੍ਰਤੱਗਿਆ ਪੂਰੀ ਕੀਤੀ, ਉਹ ਪ੍ਰਸੰਗ ਸ਼ਰਵਣ ਕੀਤਾ ਹੈ ਜੀ। ਹਿਰਦੇ ਵਿੱਚ ਵਸੇ ਹੋਈਆਂ ਭੁੱਲਾਂ ਦੀ ਖਿਮਾ। ਫਿਰ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਮਜਨੂ ਟਿੱਲੇ ਪਹੁੰਚੇ, ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ 3 ਕੁ ਬਾਂਗਰ ਦੇ ਦੇਸ਼ ਵਿੱਚ ਸਨ। ਇੱਥੇ ਬਾਂਗਰ ਦਾ ਇਲਾਕਾ ਵੱਜਦਾ ਸੀ, ਉਹ ਜਿਵੇਂ ਆਪਣੇ ਮਾਝਾ ਮਾਲਵਾ ਦੁਆਬਾ ਵੱਜਦਾ ਹੈ ਪੰਜਾਬ 'ਚ, ਜਿੱਥੇ ਹੁਣ ਮੋਤੀ ਬਾਗ ਪਾਵਨ ਸਥਾਨ ਹੈ। ਬਾਬਾ ਬੁੱਢਾ ਸਾਹਿਬ ਜੀ ਇੱਥੇ ਰਹਿ ਰਹੇ ਸੀ, ਤੁਸੀਂ ਪਿੱਛੇ ਇਤਿਹਾਸ ਸੁਣਿਆ। ਅਤੇ ਕੁਝ ਸਮੇਂ ਤੋਂ ਮਹਾਰਾਜ ਗਵਾਲੀਅਰ ਵਿੱਚ ਸਨ ਜਦੋਂ, ਅਤੇ ਸਾਰੀ ਫੌਜ ਵੀ ਮਹਾਰਾਜ ਦੀ ਇੱਥੇ ਹੀ ਸੀਗੀ ਬਾਂਗਰ ਦੇ ਇਲਾਕੇ ਵਿੱਚ। ਤਾਂ ਮਹਾਰਾਜ ਨੇ ਸੁਨੇਹਾ ਭੇਜ ਕੇ ਅਤੇ ਸਾਰੇ ਸੂਰਮੇ ਬਾਬਾ ਬੁੱਢਾ ਸਾਹਿਬ ਜੀ ਤੋਂ ਆਦ ਮੰਗਵਾ ਲਏ। ਉਹਨਾਂ ਵੀ ਆ ਕੇ 5-5 ਜੁੱਤੀਆਂ ਜੜੀਆਂ ਚੰਦੂ ਦੇ। ਫਿਰ ਇੱਧਰ ਜਦੋਂ ਖਬਰ ਪਹੁੰਚੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਬਚਨ ਕੀਤਾ ਉਹ ਪੂਰਾ ਕਰ ਦਿੱਤਾ, ਤੋ ਦੂਰ ਸੀ ਸੰਗਤ ਹੁਣ ਇਹ ਕੌਤਕ ਵੇਖਣ ਨੂੰ ਹਰੇਕ ਦਾ ਜੀਅ ਕਰਦਾ ਵੀ ਅਸੀਂ ਵੀ ਨਾਲ ਹੁੰਦੇ। ਮਹਾਰਾਜ ਨੇ ਜਦੋਂ ਇਹ ਕੌਤਕ ਵਰਤਾਇਆ ਅਤੇ ਅੰਮ੍ਰਿਤਸਰ ਸਾਹਿਬ ਵਿੱਚ ਖੁਸ਼ੀ ਸਮਾ ਨਾ ਪਾਵੇ, ਐਡਾ ਆਨੰਦ ਸਿੱਖਾਂ ਨੇ ਖੁਸ਼ੀਆਂ ਮਨਾਈਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਮਹਾਨ ਇਸ ਜਿੱਤ 'ਤੇ, ਸਤਿਗੁਰਾਂ ਦੀ ਮਹਾਨ ਇਸ ਕੌਤਕ ਬਰਕਤ 'ਤੇ। ਉਹ ਪ੍ਰਸੰਗ ਆਪਾਂ ਕੱਲ੍ਹ ਵਿਚਾਰਾਂਗੇ। ਮਾਤਾ ਗੰਗਾ ਜੀ ਜਿਵੇਂ ਨੇਤਰ ਭਰਦੇ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਪੁੱਤ ਨੇ ਮੇਰੀ ਕੁੱਖ ਸਫਲੀ ਕਰ ਦਿੱਤੀ ਹੈ, ਇਸ ਤਰ੍ਹਾਂ ਦੇ ਬਚਨ ਮਾਤਾ ਗੰਗਾ ਜੀ ਦੇ ਹਿਰਦੇ ਅੰਦਰੋਂ ਨਿਕਲੇ। ਉਹ ਪ੍ਰਸੰਗ ਜਿਵੇਂ ਆਉਂਦਾ ਸੁਣਾਂਗੇ। ਇੱਥੇ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾਏ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਪੁਰ ਮਹਿ ਫੇਰਿਓ ਕਰ ਅਸਹਾਲਾ, ਇਹ ਸੁਭ ਕਾਰਜ ਕੀਨ ਵਿਸਾਲਾ। ਇਮ ਦਿੱਲੀ ਪੁਰ ਬਿਖਾਇ ਬ੍ਰਿਤੰਤ, ਕਹਿਤ ਪਰਸ ਪਰਲੋਕ ਮਿਲੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।